सत श्री अकाल, मैं सुखपाल सिंह आदीवाल। तुसीं देख रहे हो डेली रिपोर्ट टीवी। अज पहुंचे हैं विधान सभा हलका गुरू साहिब जिला फिरोजपुर के पिंड सोनगढ़ रत्तेवाला विखे। नरेगा मजदूरों वालों अज इत्थे इकट्ठ करके पिछले लंबे समय तो ਜਿਹੜਾ ਉਹਨਾਂ ਦੀਆਂ ਬਕਾਇਆ ਰਾਸ਼ੀਆਂ ਜਿਹੜਾ ਉਹਨਾਂ ਨੇ ਕੰਮ ਕੀਤਾ ਉਹਦੇ ਜਿਹੜੇ ਪੈਸੇ ਹੀ ਨਹੀਂ ਪੈ ਰਹੇ ਸੀਗੇ ਤੇ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਕੰਮ ਅਸੀਂ ਕੀਤਿਆਂ ਨੂੰ 4-4 ਮਹੀਨੇ ਹੋ ਗਏ ਆ ਤੇ ਸਾਨੂੰ ਜਿਹੜੇ ਪੈਸੇ ਨਹੀਂ ਮਿਲੇਗੇ ਜਾਂ ਸਾਡੇ ਪੈਸੇ ਕਿਸੇ ਹੋਰ ਨੇ ਕਢਵਾ ਲਏ ਜਾਂ ਕੀ ਆ ਸਾਰੇ ਕੋਈ ਜਿਹੜੇ ਇਲਜ਼ਾਮ ਆ ਅੱਜ ਕਾਫੀ ਉਹਨਾਂ ਨੇ ਜਿਹੜੇ ਲਗਾਏ ਆ। ਪਿੰਡ ਦੇ ਨਰੇਗਾ ਵਰਕਰਾਂ ਦੇ ਨਾਲ ਨਰੇਗਾ ਵਰਕਰ ਯੂਨੀਅਨ ਰਜਿਸਟਰਡ ਫਲੋਰ ਤੋਂ ਵੀ ਉਹਨਾਂ ਦੇ ਸਾਥੀ ਇੱਥੇ ਪਹੁੰਚੇ ਆ, ਉਹਨਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚੇ ਆ ਜਾਂ ਅਗਲੀਆਂ ਕੀ ਕਾਰਵਾਈਆਂ ਜਿਹੜੀਆਂ ਬੰਦੇ ਲੋਕਾਂ ਤੇ ਕਰਵਾਉਣੀਆਂ। ਤੇ ਆਓ ਤੁਹਾਨੂੰ ਮਿਲਾਉਨੇ ਆ ਜਿਹੜੇ ਅੱਜ ਰਜਿਸਟਰਡ ਯੂਨੀਅਨ ਫਲੋਰ ਤੋਂ ਤੇ ਉਹਨਾਂ ਦੇ ਇੱਥੇ ਜਿਹੜੇ ਵਰਕਰ ਸਾਹਿਬਾਨ ਆ ਉਹ ਇੱਥੇ ਆਏ ਆ। ਸਤਿ ਸ਼੍ਰੀ ਅਕਾਲ ਸਰ ਜੀ, ਡੇਲੀ ਰਿਪੋਰਟ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਕਰਦੇ ਹਾਂ ਡੇਲੀ ਰਿਪੋਰਟ ਦਾ ਸਾਡੇ ਅੱਜ ਸੋਨਗੜ੍ਹ ਪਿੰਡ ਦੇ ਵਿੱਚ ਪਹੁੰਚੇ ਨੇ ਸਾਡੀ ਗੱਲਬਾਤ। ਭੈਣੇ ਜੇਕਰ ਗੱਲ ਕਰੀਏ ਅੱਜ ਸੋਨਗੜ੍ਹ ਰੱਤੇਵਾਲਾ ਪਿੰਡ ਦੇ ਵਿੱਚ ਪਹੁੰਚੇ ਆ, ਨਰੇਗਾ ਕਿਰਤੀਆਂ ਦੀ ਗੱਲਾਂ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਕੀ ਮੁਸ਼ਕਲਾਂ ਜਿਹੜੀਆਂ ਨਰੇਗਾ ਕਿਰਤੀਆਂ ਨੂੰ ਜਿਹੜੇ ਨੂੰ ਸੁਲਝਾਉਣਾ ਆ ਜਾਂ ਉਹਨਾਂ ਨੂੰ ਜਾਣਕਾਰੀ ਦੇਣਾ ਹੈ, ਕੀ ਮੁਸ਼ਕਲਾਂ ਸੀ ਇਸ ਪਿੰਡ ਦੀਆਂ ਪਹਿਲਾਂ ਦੇ ਦੱਸੋ। ਦੇਖੋ ਜੀ, ਮੈਂ ਡੇਲੀ ਰਿਪੋਰਟ ਦੇ ਰਾਹੀਂ ਦੱਸਣਾ ਚਾਹਾਂਗੀ ਕਿ ਨਰੇਗਾ ਦਾ ਜਿਹੜਾ ਇੱਕ ਕਾਨੂੰਨ ਆ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ 2005 ਤਾਂ 2008 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਸੀਗਾ। ਤਾਂ 2022 ਬੀਤ ਜਾਣ ਦੇ ਬਾਅਦ ਵੀ ਮੈਨੂੰ ਇੱਥੇ ਆ ਕੇ ਬਹੁਤ ਅਫਸੋਸ ਹੋਇਆ ਕਿ 12 ਸਾਲ ਹੋ ਗਏ ਅੱਜ ਲੋਕਾਂ ਦੇ ਜੌਬ ਕਾਰਡ ਬਣਿਆ ਨੂੰ, ਜਿਹਦੇ ਵਿੱਚ ਲੋਕਾਂ ਨੂੰ ਕਿਤੇ ਵੀ ਜਿਹੜਾ ਕੰਮ ਕਰਵਾ ਲਿਆ ਗਿਆ ਪਰ ਉਹਦਾ ਜਿਹੜਾ ਪੈਸਾ ਲੋਕ ਦੇਖਣ ਲਈ ਤਰਸ ਰਹੇ। ਤਾਂ ਕਾਨੂੰਨ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਇੱਕ ਜੌਬ ਕਾਰਡ ਬਣਾਇਆ ਜਾਊਗਾ ਪੰਚਾਇਤ ਦੇ ਦੁਆਰਾ, ਜਿਹੜੇ ਲੋਕ ਹੱਥੀਂ ਕਿਰਤ ਕਰਨ ਦੇ ਵਿੱਚ ਹੋਣ। ਤਾਂ ਤਕਰੀਬਨ ਇੱਥੇ 500 ਕਾਰਡ ਬਣਿਆ ਹੋਇਆ, ਜਿਹਦੇ ਵਿੱਚ ਸਾਰੇ ਸ਼ਡਿਊਲਡ ਕਾਸਟ ਪਰਿਵਾਰ ਨੇ। ਉਹਨਾਂ ਨੇ ਜਿਹੜਾ ਅੱਜ ਦੱਸਿਆ ਮੈਨੂੰ ਉਹਦਾ ਰਿਕਾਰਡ ਵੀ ਸਾਡੇ ਕੋਲ ਹੈ ਕਿ ਉਹ ਕੰਮ ਕਰ ਚੁੱਕੇ ਨੇ ਪਿੰਡ ਦੇ ਵਿੱਚ। ਪੰਚਾਇਤ ਦੁਆਰਾ ਉਹਨਾਂ ਨੂੰ ਬਹੁਤ ਸਾਰਾ ਕੰਮ ਕਰਵਾਇਆ ਗਿਆ ਔਰ ਹਰ ਸਾਲ ਕਰਵਾਇਆ ਗਿਆ। ਤਕਰੀਬਨ 2019 ਤੋਂ ਲੈ ਕੇ 21 ਤੱਕ ਸਾਡੇ ਕੋਲ ਇੱਦਾਂ ਦੇ ਮਸਟਾਲ ਨੇ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਜਿਹੜੇ ਘਰ ਬੈਠੇ ਨੇ ਲੋਕ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਜਿਹੜਾ ਕੰਮ ਕਰਵਾਇਆ ਗਿਆ, ਉਹਨਾਂ ਨੂੰ ਜਿਹੜੀ ਉਹਨਾਂ ਦੇ ਕੰਮ ਦੀ ਪੇਮੈਂਟ ਹੈ ਉਹ ਕੀਤੀ ਗਈ। ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਬਣਦੀ ਹੈ ਜੀ? ਗੱਲ ਕਰੀਏ ਆਪਾਂ ਸੋਨਗੜ੍ਹ ਰੱਤੇ ਵਾਲੇ ਪਿੰਡ ਦੀ ਜੇ ਗੱਲ ਕਰੀਏ, ਇਸ ਪਿੰਡ ਦੇ ਵਿੱਚ ਵੀ ਅੱਜ ਆ ਕੇ ਕਿਰਤੀ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਮਿਲੇ ਆ ਜਿਨ੍ਹਾਂ ਨੇ ਕੰਮ ਕੀਤਾ ਲਗਾਤਾਰ 2-2 4-4 ਮਹੀਨੇ ਉਹ ਦੱਸ ਰਹੇ ਆ ਤੇ ਪਰ ਉਹਨਾਂ ਨੂੰ ਪੈਸੇ ਨਹੀਂ ਆਏ। ਕਿਸ ਤਰ੍ਹਾਂ ਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ? ਦੇਖੋ, ਸਾਡਾ ਤਾਂ ਇੱਕ ਸੁਨੇਹਾ ਸੀਗਾ ਵੀ ਕਿੱਦਾਂ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਆਪਣੇ ਜਿਹੜੇ ਹੱਕ ਦੇ ਵਾਸਤੇ ਅਸੀਂ ਇੱਕ ਲੜਾਈ ਲੜਨ ਜਾ ਰਹੇ ਹਾਂ। ਨਰੇਗਾ ਵਰਕਰ ਯੂਨੀਅਨ ਫਲੋਰ ਦੀ ਇੱਕ ਜਥੇਬੰਦੀ ਆ, ਜਿਹਦੇ ਤਹਿਤ ਅਸੀਂ ਜਿਹੜਾ ਨਰੇਗਾ ਕਿਰਤੀਆਂ ਦੀਆਂ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਹੈ ਜਾਂ ਉਹਨਾਂ ਦੇ ਹੱਕਾਂ ਦੇ ਪ੍ਰਤੀ ਕਿਵੇਂ ਅਸੀਂ ਸਰਕਾਰ ਦੇ ਨਾਲ ਲੜਦੇ ਹਾਂ, ਕਿੱਦਾਂ ਅਸੀਂ BJP ਦੇ ਧਿਆਨ ਵਿੱਚ ਲਿਆਉਂਦੇ ਹਾਂ। ਤਾਂ ਅਸੀਂ ਇੱਕ 11 ਤਰੀਕ ਨੂੰ ਮਾਨਯੋਗ ਸਾਹਿਬ ਦੇ ਜਾ ਰਹੇ ਹਾਂ ਇਕੱਠੇ ਹੋ ਕੇ, ਜਿਹੜਾ ਵੀ ਇਸ ਪਿੰਡ ਦੇ ਵਿੱਚ ਮੈਂ ਕਸ ਕਰੂੰਗੀ ਕਿ ਇੱਕ ਨਰੇਗਾ ਕਿਰਤੀ ਨੂੰ ਗੁੰਮਰਾਹ ਕੀਤਾ ਗਿਆ ਹੈ ਤਾਂ ਉਹ ਜਿਹੜਾ ਸਾਰਾ ਰਿਕਾਰਡ ਆ ਔਰ ਨਵੀਆਂ ਜਿਹੜੀਆਂ ਮੁਸ਼ਕਲਾਂ ਨਾਲ ਜਾਣੂ ਕਰਵਾਉਣਾ। ਤੁਸੀਂ ਇੱਕ ਜਥੇਬੰਦੀ ਨਾਲ ਜੁੜੇ ਹੋ ਬਤੌਰ ਫਿਰੋਜ਼ਪੁਰ ਜਿਹੜਾ ਹੈਗਾ ਡਿਸਟ੍ਰਿਕਟ ਹੈਗਾ ਉਹਦੇ ਪ੍ਰਧਾਨ ਵੀ ਹੋ ਜੀ, ਤੇ ਕਿਸ ਤਰ੍ਹਾਂ ਨਾਲ ਵਿਸ਼ਵਾਸ ਦਿਵਾਉਂਦੇ ਆ ਅੱਜ ਇਸ ਪਿੰਡ ਦੇ ਲੋਕਾਂ ਨੂੰ ਵੀ ਉਹਨਾਂ ਨੂੰ ਇਨਸਾਫ ਮਿਲ ਜੂਗਾ? ਦੇਖੋ ਜੀ, ਮੇਰਾ ਤਾਂ ਇੱਕ ਇਹ ਸਮਝ ਲਓ ਕਿ ਮੇਰੀ ਕੋਸ਼ਿਸ਼ ਆ ਕਿ ਮੈਂ ਆਪਣੇ ਭਾਈਚਾਰੇ ਨੂੰ, ਮੈਂ ਵੀ ਇੱਕ ਦਲਿਤ ਭਾਈਚਾਰੇ 'ਚ ਹੋਈ ਹਾਂ, ਤਾਂ ਮੈਂ ਇਹਨਾਂ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਲਈ ਸੀ ਕਿ ਕਿੱਦਾਂ ਅਸੀਂ ਆਪਣੇ ਰੁਜ਼ਗਾਰ ਦੀ ਮੰਗ ਕਰਨੀ, ਕਿਉਂਕਿ ਨਰੇਗਾ ਕਿਰਤੀਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਨਾ ਤਾਂ ਪੰਚਾਇਤਾਂ ਦੁਆਰਾ ਔਰ ਨਾ ਹੀ BJP ਦੁਆਰਾ ਔਰ ਨਾ ਹੀ ਜਿਹੜੇ ਨਰੇਗਾ ਦੇ ਕਰਤਾ ਦਿੱਤਾ ਗ੍ਰਾਮ ਸੇਵਕ ਜਿਹਨਾਂ ਨੂੰ ਪਿੰਡ ਦੇ ਵਿੱਚ ਆਉਂਦੇ ਨੇ ਉਹ ਲੋਕਾਂ ਨੂੰ ਕੰਮ ਕਰਵਾਉਂਦੇ ਨੇ, ਉਹਨਾਂ ਨੇ ਕਦੀ ਇਹਨਾਂ ਨੂੰ ਦੱਸਿਆ ਹੀ ਨਹੀਂ ਕਿ ਨਰੇਗਾ ਦੇ ਰੁਜ਼ਗਾਰ ਦੀ ਅਸੀਂ ਕੰਮ ਦੀ ਮੰਗ ਕਿੱਦਾਂ ਕਰਨੀ ਆ, ਕਿੱਦਾਂ ਅਸੀਂ ਪੈਸੇ ਲੈਣੇ ਆ। ਕਿਉਂਕਿ ਨਾ ਤਾਂ ਉਹਨਾਂ ਨੂੰ ਮਸਟਾਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਮਤਲਬ ਕਿ ਮਸਟਾਲ ਨਿਕਲਣਾ ਹੈ, ਨਾ ਉਹਨਾਂ ਨੇ ਇੱਦਾਂ ਦੀ ਜਾਣਕਾਰੀ ਦਿੱਤੀ ਵੀ ਕੰਮ ਅਸੀਂ ਕਿੱਦਾਂ ਲੈਣਾ ਪਰ ਕਿਹੜੇ ਕੰਮ ਕਰਨੇ ਨੇ। ਪਿੰਡ ਵਾਲੇ ਲੋਕਾਂ ਨੇ ਮੈਨੂੰ ਦੱਸਿਆ ਜਿਹਦੇ ਵਿੱਚ ਔਰਤਾਂ ਸੀਗੀਆਂ, ਬਜ਼ੁਰਗ ਔਰਤਾਂ ਵੀ ਨੇ, ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਜਦੋਂ ਵੀ ਕੰਮ ਸ਼ੁਰੂ ਕਰਾਇਆ ਜਾਂਦਾ ਤਾਂ ਜੋ ਕਿ ਬਲੀਆਂ ਨਾਲੀਆਂ ਤੋਂ ਸ਼ੁਰੂ ਕਰਾਇਆ ਜਾਂਦਾ, ਜੋ ਕਿ ਇੱਕ ਬਹੁਤ ਹੀ ਗੈਰ ਕਾਨੂੰਨੀ ਹੈ, ਜਿਹਦੇ ਵਾਸਤੇ ਅਸੀਂ ਦਲਿਤ ਭਾਈਚਾਰਾ ਹੋਣ ਦੇ ਨਾਤੇ ਅਸੀਂ SC/ST ਐਕਟ ਦੀ ਜਿਹੜੀ ਕਾਰਵਾਈ ਵੀ ਕਰਵਾ ਸਕਦੇ ਹਾਂ, ਜਿਹਦੇ ਵਿੱਚ ਲੋਕ ਸਾਡਾ ਸਾਥ ਦੇਣ। ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਾਡੇ ਨਾਲ ਸੁਖਵਿੰਦਰ ਕੌਰ ਜੀ, ਨਰੇਗਾ ਵਰਕਰ ਯੂਨੀਅਨ ਰਜਿਸਟਰਡ ਫਲੋਰ ਤੋਂ ਜਿਹੜੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ। ਸੋਨਗੜ੍ਹ ਰੱਤੇਵਾਲੇ ਪਿੰਡ ਦੇ ਮੌਜੂਦਾ ਪੰਚ ਗੁਰਸੇਵਕ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਆ ਤੇ ਆਓ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਡੇਲੀ ਰਿਪੋਰਟ ਟੀਵੀ ਤੇ ਤੁਹਾਡਾ ਸਵਾਗਤ ਹੈ।
ਮਸਲਾ ਵੀਰੇ ਜਿਹੜਾ ਕਿਰਤੀ ਕਿਸਾਨ ਕਿਰਤੀ ਨਰੇਗਾ ਵਰਕਰਾਂ ਨੂੰ ਲੈ ਕੇ ਅੱਜ ਤੁਸੀਂ ਪਿੰਡ ਦੇ ਵਿੱਚ ਵੱਡਾ ਇਕੱਠ ਕੀਤਾ, ਪਹਿਲਾਂ ਤਾਂ ਇਹ ਮਸਲਾ ਕੀ ਸੀਗਾ, ਸ਼ੁਰੂ ਆਏ ਤੁਹਾਨੂੰ ਅੱਜ ਇਕੱਠ ਕਿਉਂ ਕਰਨਾ ਪਿਆ? ਪੱਤਰਕਾਰ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਦਾ ਕਿ ਮੈਂ 2019 ਦੇ ਵਿੱਚ ਤੌਰ ਪੰਚ ਬਣਿਆ ਸੀ ਵਾਰਡ ਨੰਬਰ 3 ਅਤੇ 2019 ਦੇ ਵਿੱਚ ਸਾਡੀ ਨਵੀਂ ਪੰਚਾਇਤ ਚੁਣੀ ਗਈ ਸੀ। ਜਿਹੜੀਆਂ ਪੁਰਾਣੀ ਪੰਚਾਇਤ ਸੀਗੀ ਉਹਦੇ ਤੋਂ ਅਸੀਂ ਜੋ ਵੀ ਕੰਮ ਨਰੇਗਾ ਦਾ ਸੀਗਾ ਜਾਂ ਪਿੰਡ ਦਾ ਜੋ ਵੀ ਕੰਮ ਚੱਲ ਰਿਹਾ ਸੀਗਾ ਅਸੀਂ ਉਹਨਾਂ ਦਾ ਬਤੌਰ ਆਪਦੇ ਅੰਡਰ ਕਰ ਲਿਆ ਸੀਗਾ। ਅਤੇ ਸਾਡੀ ਕੰਮ ਹੈ ਕਾਂਗਰਸ ਪਾਰਟੀ ਦੇ ਵੱਲੋਂ ਪੰਚ ਚੁਣਿਆ ਗਿਆ ਸੀ 2017 ਦੇ ਜਦੋਂ ਸਰਕਾਰ ਬਣੀ ਸੀ। ਉਦੋਂ ਤੋਂ ਹੀ ਜਿਹੜਾ ਕੰਮ ਚੱਲ ਰਿਹਾ ਸੀ ਅਸੀਂ ਜਿਹੜਾ ਸਰਪੰਚ ਚੁਣਿਆ 2019 ਦੇ ਵਿੱਚ ਦਸੰਬਰ ਦੇ ਵਿੱਚ ਉਹ ਮਨਦੀਪ ਸਿੰਘ ਸਿੱਧੂ ਸੀਗਾ ਜੀ। ਅਤੇ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਸੀਗਾ, ਪਰ ਮਨਦੀਪ ਸਿੰਘ ਸਿੱਧੂ ਦਾ ਜਿਵੇਂ ਗ੍ਰਾਂਟਾਂ ਆਈਆਂ ਜਿਵੇਂ ਸ਼ਮਸ਼ਾਨ ਘਾਟ ਦੀ ਗ੍ਰਾਂਟ ਲੈ ਕੇ ਆਏ ਮਨਦੀਪ ਸਿੰਘ ਸਿੱਧੂ ਸਾਹਿਬ 2017 ਤੋਂ 21 ਤੱਕ ਉਹ ਮੈਂ ਸਾਰੀ RTI ਪਾਈ ਸੀਗੀ। ਉਹਦੇ ਵਿੱਚ ਜੋ ਘਪਲੇ ਹੋਏ ਆ ਉਹ ਲੋਕਾਂ ਅੱਗੇ ਜਗ ਕੀਤੇ ਹੈਗੇ ਆ। ਜਿਵੇਂ ਕਿ ਤੁਸੀਂ ਪਿੰਡ ਦੇ ਵਿੱਚ ਦੇਖੋ ਖੇਤੀਬਾੜੀ ਡਿਪਾਰਟਮੈਂਟ ਦੇ ਸੰਦ ਆ ਉਹ ਮੈਂ RTI ਪਾਈ ਆ, ਉਹ ਸੰਦ ਸਾਡੇ ਪਿੰਡ ਦੇ ਵਿੱਚ ਨਹੀਂ ਆਏ। ਨਹੀਂ RTI ਪਾਈ ਸੀ, ਕਿੰਨਾ ਘਪਲਾ ਜਿਹੜਾ RTI ਦੇ ਸਾਹਮਣੇ ਮੇਰਾ RTI ਦੇ ਸਾਹਮਣੇ ਜਿਹੜਾ ਘਪਲਾ ਆ ਰਿਹਾ ਹੈਗਾ 80 ਲੱਖ ਤੋਂ ਪਲੱਸ ਆ ਰਿਹਾ ਹੈਗਾ ਜੋ ਵੀ ਮੈਂ ਇਹ ਜਗ ਕੀਤਾ ਕਿ 80 ਲੱਖ ਤੋਂ ਜ਼ਿਆਦਾ। ਉਸ ਤੋਂ ਉਪਰੰਤ ਕੀ ਹੋਇਆ ਜੀ, ਬਿਜਲੀ ਡਿਪਾਰਟਮੈਂਟ ਦਾ 5,71,299 ਰੁਪਏ ਆ ਉਹ ਬਿੱਲ ਖੜਾ ਹੈਗਾ ਵੀ ਕਰੋੜਾਂ ਰੁਪਏ ਦੇ ਹਿਸਾਬ ਨਾਲ ਸਾਡੇ ਪਿੰਡ ਦਾ ਗ੍ਰਾਂਟ ਆਈ ਆ। ਖੇਤੀਬਾੜੀ ਦਾ ਜਿਹੜੀ 10 ਜ਼ਮੀਨ ਲੱਗਦੀ ਆ ਉਹਦੇ ਵੀ ਲੱਖਾਂ ਰੁਪਏ ਬਣਦੇ ਹੈਗੇ ਆ, ਪਰ ਇੰਨਾ ਪੈਸਾ ਆਉਣ ਦੇ ਬਾਵਜੂਦ ਪੈਸਾ ਗਿਆ ਕਿੱਥੇ? ਉਸ ਤੋਂ ਉਪਰੰਤ ਇਹ ਵੀ ਛੱਡੋ ਤੁਸੀਂ, ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕੋਈ ਸਿਵਲ ਸਕੀਮ ਨਹੀਂ ਹੋਈ। ਉਸ ਤੋਂ ਉਪਰੰਤ ਨਾ ਕਿਸੇ ਗਰੀਬ ਨੂੰ ਕੋਈ ਕਮਰਾ ਦਿੱਤਾ ਗਿਆ ਹੈਗਾ, ਨਾ ਕੋਈ ਰਿਪੇਅਰ ਦਾ ਆਇਆ ਹੈਗਾ ਕੋਈ ਪੈਸਾ ਆਇਆ ਹੈਗਾ, ਨਾ ਕੋਈ ਫਲਸ਼ ਨਾ ਬਾਥਰੂਮ। ਨਹੀਂ ਸਰਕਾਰ ਵੱਲੋਂ ਪਾਸ ਹੀ ਨਹੀਂ ਹੋਏਗੇ, ਉਹਦੇ ਵਿੱਚ ਤਾਂ ਸਰਕਾਰ ਹੀ ਨਹੀਂ ਤੁਹਾਨੂੰ ਦੱਸਦਾ ਜੀ। ਇਹ ਦੇਖੋ ਹੋਰ ਪਿੰਡਾਂ ਦੇ ਵਿੱਚ ਤਾਂ ਸਾਰੇ ਕੰਮ ਹੋਏ ਹੈਗੇ, ਤੁਸੀਂ ਆਸੇ ਪਾਸੇ ਨਿਗਾਹ ਮਾਰ ਲਓ, ਪਰ ਸਾਡੇ ਪਿੰਡ ਦੇ ਸਰਪੰਚ ਦੀ ਕਾਰਵਾਈ ਜਾ ਕੇ ਪੂਰੀ ਨੀਂਦ ਦੇ ਸੁੱਤਾ ਰਿਹਾ। ਬਹੁਤ ਵੱਡੇ ਘਪਲੇ ਕੀਤੇ ਆ। ਜਿਵੇਂ ਹੁਣ ਤੁਸੀਂ ਦੇਖੋ ਸਾਡੇ ਪਿੰਡ ਦੇ ਵਿੱਚ ਤਾਂ ਤੁਸੀਂ ਤੁਰ ਫਿਰ ਕੇ ਦੇਖੋ ਇੱਕ ਪਾਰਕ ਬਣਿਆ ਜਾਂ ਸ਼ਮਸ਼ਾਨ ਘਾਟ ਬਣਿਆ ਜਾਂ ਕਮਿਊਨਿਟੀ ਹਾਲ ਬਣਿਆ, ਉਹਦੇ ਵਿੱਚ ਗਲੀਆਂ ਤੋਂ ਇੱਟਾਂ ਪੱਟ ਕੇ ਸਾਰੀਆਂ ਗਲੀਆਂ ਤੋਂ ਪੁਰਾਣੀਆਂ ਇੱਟਾਂ ਪੱਟ ਕੇ ਨਵੀਆਂ ਇੱਟਾਂ ਲਾ ਦਿੱਤੀਆਂ। ਨਹੀਂ ਉਦੋਂ ਤੁਸੀਂ ਵਿਰੋਧ ਨਹੀਂ ਕੀਤਾ ਉਹਨਾਂ ਚੀਜ਼ਾਂ ਦਾ ਜੀ? ਦੇਖੋ ਜੀ ਮੈਂ ਬਿਲਕੁਲ ਵਿਰੋਧ ਕੀਤਾ ਸੀ, ਮੈਂ RTI ਪਾਈ ਹੋਈ ਸੀਗੀ, ਪਰ 9 ਮੈਂਬਰ ਸੀ, 8 ਮੈਂਬਰ ਉਹਦੇ ਬੰਦੇ ਸੀ, ਇੱਕ ਮੈਂ ਇਕੱਲਾ ਹੀ ਸੀ। ਮੇਰੀ ਮਿਸਿਸ ਹੈ ਪਰਮਜੀਤ ਕੌਰ ਮੈਂਬਰ ਪੰਚਾਇਤ ਦਾ, ਮੈਂ ਉਹਨਾਂ ਕਰਕੇ ਹੀ ਕੰਮ ਕੀਤਾ ਸਾਰਾ। ਮੈਂ ਇਕੱਲਾ ਰਹਿ ਗਿਆ ਸੀ, 9 ਵਿੱਚੋਂ ਇਕੱਲਾ ਰਹਿ ਗਿਆ ਸੀ, 8 ਜਣੇ ਖਾਣ ਵਾਲੇ ਸੀਗੇ, ਪਰ ਮੈਂ 1 ਰੁਪਏ ਦਾ ਆਵਾਜ਼ਾਰ ਨਹੀਂ ਕੀਤਾ। ਤਾਂ ਕਿ ਮੇਰਾ ਅਜੇ ਤੱਕ ਕਾਰਡ ਤੱਕ ਵੀ ਨਹੀਂ ਬਣਿਆ ਰਾਸ਼ਨ ਵਾਲਾ, ਨਾ ਹੀ ਮੇਰਾ ਬਣਿਆ, ਨਾ ਹੀ ਮੇਰੇ ਫਾਦਰ ਸਾਹਿਬ ਦਾ ਬਣਿਆ, ਨਾ ਹੀ ਅਸੀਂ 1 ਰੁਪਏ ਦੇ ਆਵਾਜ਼ਾਰ ਆ। ਦੂਜੇ ਮੈਂਬਰ ਇੱਥੇ ਕਿਉਂ ਨਹੀਂ ਆਏ ਤੁਸੀਂ ਦੇਖੋ, ਇਕੱਠ ਹੋਇਆ ਕੋਈ ਮੈਂਬਰ ਨਹੀਂ ਆਇਆ, ਮੈਂ ਇਕੱਲਾ ਹੀ ਹਾਂ, ਕਿਉਂਕਿ ਉਹ ਸਭ ਇੱਕ ਦੂਜੇ ਦੇ ਕਾਣੇ ਆ, ਪਰ ਮੈਂ ਬਿਲਕੁਲ ਕਾਣਾ ਹੀ ਹੈਗਾ। ਮੈਂ ਤਾਂ ਜਗ ਕਰਕੇ ਰਹੂੰਗਾ ਜੋ ਘਪਲੇ ਹੋਏ ਆ। ਹੁਣ ਤੁਹਾਨੂੰ ਮੈਂ ਦੱਸਦਾ ਕਿ ਪਿੰਡ ਦੇ ਵਿੱਚ ਪਾਰਕ ਬਣਿਆ ਹੈਗਾ, ਪਾਰਕ ਦੀ ਕਿੰਨੀ ਗ੍ਰਾਂਟ ਆਈ ਆ ਇਹ ਕਿਸੇ ਨੂੰ ਨਹੀਂ ਪਤਾ। ਕਮਿਊਨਿਟੀ ਹਾਲ ਦੀ ਕਹਿੰਦਾ ਕਿੰਨੀ ਗ੍ਰਾਂਟ ਆਈ ਕਿ ਕਿਸੇ ਨੂੰ ਨਹੀਂ ਪਤਾ। ਇਹ ਕੰਪਲੀਟ ਹੋ ਚੁੱਕੀਆਂ ਬਣ ਕੇ ਜੀ? ਬਿਲਕੁਲ ਜੀ ਕੰਪਲੀਟ ਹੋ ਚੁੱਕੀਆਂ। ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜੀ, 2001 ਦੇ ਵਿੱਚ ਸਰਕਾਰ ਕਾਂਗਰਸ ਦੀ ਬਣੀ ਸੀਗੀ, ਉਦੋਂ ਸਰਪੰਚ ਨੇ ਕੀ ਕੀਤਾ ਜੀ, 5 ਮਾਲਿਆਂ ਦੇ ਪਲਾਟਾਂ ਦੇ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਸਾਰੇ ਪਿੰਡਾਂ ਦੇ, ਉਹ ਸਰਟੀਫਿਕੇਟ ਨਹੀਂ ਬਣੇਗੇ। 6 ਸਾਲ ਦੇ ਵਿੱਚ ਫਿਰ ਸਰਕਾਰ ਚੇਂਜ ਹੋ ਗਈ, ਉਦੋਂ ਵੀ ਇਹਨਾਂ ਨੇ ਫਿਰ ਉਹੀ ਕਾਰਡ ਦਿਖਾ ਕੇ ਵੋਟਾਂ ਲੈ ਲਈਆਂ। ਉਸ ਮੁੜ ਕੇ 12 ਦੇ ਵਿੱਚ ਸਰਕਾਰ ਫਿਰ ਚੇਂਜ ਹੋ ਗਈ, ਉਹੀ ਕਾਰਡ ਦਿਖਾ ਕੇ ਫਿਰ ਵੋਟਾਂ ਲੈ ਲਈਆਂ। 17 ਦੇ ਵਿੱਚ ਫਿਰ ਚੇਂਜ ਹੋ ਗਈ, ਉਹੀ ਕਾਰਡ ਦਿਖਾ ਕੇ ਫਿਰ ਵੋਟਾਂ ਲੈ ਲਈਆਂ। 22 ਦੇ ਵਿੱਚ ਹੁਣ ਫਿਰ ਚੇਂਜ ਹੋ ਗਈ। ਉਹ ਇੱਕ ਹੀ ਆ ਮਾਤਾ ਜੀ ਕੋਲ ਹੈਗੇ ਆ ਸਾਡੇ ਕਾਰਡ, ਉਹ ਕਿਹੜੇ ਪੰਜ ਮਰਲਿਆਂ ਵਾਲੇ ਅੱਜ ਕਾਰਡ, ਉਹ 5 ਮਰਲੇ ਅੱਜ ਤੱਕ ਨਹੀਂ ਮਿਲੇਗੀ, ਅੱਜ ਤੱਕ ਨਹੀਂ ਮਿਲੇ। ਹੁਣ ਪਤਾ ਕੀਤਾ ਕਹਿੰਦੇ ਦੀ ਥਾਂ ਦੀ ਕਟੌਤੀ ਆ ਗਈ ਆ। ਇੱਕ ਸ਼ੇਮਨਾਲੇ ਦੇ ਕੋਲ ਇੱਕ ਪਾਰਕ ਬਣਾਇਆ, ਬਿਲਕੁਲ ਨਜਾਇਜ਼ ਬਣਾਇਆ। ਸਾਡੇ ਪਿੰਡ ਵਾਲੇ ਖੜੇ ਆ, ਬਾਈ ਜੀ ਖੜੇ ਹੈਗੇ ਆ, ਇਹਨਾਂ ਨੂੰ ਪੁੱਛੋ ਵੀ ਪਾਰਕ ਲੋਕ ਬੰਦੇ ਸੀ, ਉਹੀ ਪਾਰਕ ਦਾ ਥਾਂ ਜਿਹੜਾ ਸੀ 5 ਮਰਲੇ ਦੇ ਅੰਦਰ ਕਰਦੇ ਸਾਰੇ ਪਿੰਡ ਨੂੰ ਪਲਾਟ ਮਿਲ ਜਾਣੇ ਸੀ। ਅੱਛਾ, ਜਿਹੜੀ ਜਗ੍ਹਾ ਤੇ ਪਾਰਕ ਬਣਿਆ, ਜੇਕਰ ਗੱਲ ਕਰੀਏ ਵੀ ਉੱਥੇ ਪਲਾਟ ਕੱਟੇ ਜਾ ਸਕਦੇ? ਬਿਲਕੁਲ ਜੀ ਕੱਟੇ ਜਾ ਸਕਦੇ, ਬਿਲਕੁਲ ਨਜਾਇਜ਼ ਥਾਂ ਵਾਲੀ ਪੁਰਾਣੀਆਂ ਇੱਟਾਂ ਲੱਗੀਆਂ ਉੱਥੇ ਜੀ, ਨਵੀਆਂ ਇੱਟਾਂ ਦੇ ਬਿੱਲ ਪਾਏ ਗਏ ਹੈਗੇ ਆ। ਹੋਰ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਜੀ, ਇੱਕ ਕਮਿਊਨਿਟੀ ਹਾਲ ਆ ਜੀ, ਉਹਦੇ ਵਿੱਚ ਸਪੈਦੇ ਲੱਗੇ ਸੀ। ਸਰਪੰਚ ਸਾਹਿਬ ਨੇ ਸਪੈਦੇ ਕਟਾਤੇ ਆ, ਕਿਸੇ ਖਾਤੇ ਦੇ ਵਿੱਚ ਨਹੀਂ ਪਾਏ। ਦੱਸੋ ਕਿੰਨੀ ਗਿਣਤੀ ਦੇ ਕਿੰਨੇ ਐਕਸਪੀਰੀਅੰਸ ਰੱਖਦੇ? ਮੇਰੀ ਗਿਣਤੀ ਦੇ ਵਿੱਚ ਤਾਂ ਜੀ ਸਾਰੇ ਦਰਖਤ ਜੇ ਦੇਖੀਏ ਤਾਂ ਹਸਪਤਾਲ ਦਾ ਪਾ ਕੇ ਕਮਿਊਨਿਟੀ ਹਾਲ ਦਾ ਪਾ ਕੇ ਤਕਰੀਬਨ 50+ ਹੋਣਗੇ। ਪਿੰਡ 'ਚ ਕਿਸੇ ਕਿਸਮ ਦੀ ਕੋਈ ਬੋਲੀ ਨਹੀਂ ਹੋਈ? ਬੋਲੀ ਨਹੀਂ ਹੋਈ ਜੀ, ਕਿਸੇ ਤਰ੍ਹਾਂ ਦੀ ਕੱਟ ਕੇ ਆਪ ਹੀ ਵੇਚ ਕੇ ਆਪਦੀ ਜੇਬ ਦੇ ਵਿੱਚ ਪੈਸੇ ਪਾ ਗਏ ਆ। ਇੱਕ ਹੋਰ ਤੁਹਾਨੂੰ ਗੱਲ ਦੱਸਦਾ ਜੀ,
ਮੈਂ 12ਵੇਂ ਤਕਰੀਬਨ ਅੱਜ ਤੋਂ 9 ਮਹੀਨੇ ਪਹਿਲਾਂ ਆ ਦੇਖੋ 23/7/2021 ਨੂੰ ਆਰਟੀਆਈ ਪਾਈ ਆ। ਸਾਰੇ ਪਿੰਡ ਦਾ ਜੋ ਕੰਮ ਹੋਇਆ, ਕਮਿਊਨਿਟੀ ਹਾਲ ਦਾ ਹੋ ਗਿਆ, ਗਲੀਆਂ ਦਾ ਹੋ ਗਿਆ, ਨਰੇਗਾ ਦਾ ਹੋ ਗਿਆ, ਤੇ ਟਰੈਕਟਰ ਵਾਲੀ ਕੁੜੀਆਂ ਜਿਹੜੀ ਉਹਦਾ ਹੋ ਗਿਆ, ਪਿਛਲੀ ਪੰਚਾਇਤ ਨੇ ਕਿੰਨਾ ਪੈਸਾ ਦਿੱਤਾ, ਜੋ ਵੀ ਕੰਮ ਹੋਇਆ ਜੀ ਉਹਦੀ ਇੱਕ ਆਰਟੀਆਈ ਪਾਈ ਆ। 9 ਮਹੀਨਿਆਂ ਤੋਂ ਮੈਨੂੰ ਆਰਟੀਆਈ ਦਾ ਜਿਹੜਾ ਆ ਮੇਰੇ ਕੋਲ ਜਵਾਬ ਆ ਆਨਲਾਈਨ ਕਰਾਇਆ, ਬਤਾਇਆ ਆਨਲਾਈਨ ਕਰਾਇਆ। ਜੀ ਪ੍ਰਸ਼ਾਸਨ ਦੀ ਮਿਲੀ ਭੁਗਤ ਜਾਂਦੇ ਇਸ ਚੀਜ਼ ਦੱਸਦਾ ਜੀ ਤੁਹਾਨੂੰ ਉਹਦੇ ਵਿੱਚ ਜੀ ਡੀਡੀਪੀਓ ਨੂੰ ਮੈਂ ਕਾਫੀ ਲੈਟਰਾਂ ਪਾਈਆਂ ਜੀ, ਡਿਪਟੀ ਕਮਿਸ਼ਨਰ ਨੂੰ ਪਾਈਆਂ, ਪੰਚਾਇਤ ਵਿਭਾਗ ਅਫਸਰ ਨੂੰ ਚੰਡੀਗੜ੍ਹ ਪਾਈਆਂ, ਅੱਗੇ ਮੁੱਖ ਮੰਤਰੀ ਸਾਹਿਬ ਨੂੰ ਪਾਈਆਂ, ਕੈਪਟਨ ਮਹਿੰਦਰ ਸਿੰਘ ਮੁੱਖ ਮੰਤਰੀ ਉਹਨੂੰ ਪਾਈਆਂ, ਚਰਨਜੀਤ ਸਿੰਘ ਉਹਨੂੰ ਪਾਈਆਂ। ਉਸ ਤੋਂ ਬਾਅਦ ਮੈਂ ਭਗਵੰਤ ਮਾਨ ਨੂੰ ਵੀ ਉਹਨਾਂ ਦੇ ਇੱਕ ਜਾਰੀ ਕੀਤੇ ਹੋਏ ਨੰਬਰ ਜਿਹੜਾ WhatsApp ਨੰਬਰ ਉਹਤੇ ਵੀ ਐਪਲੀਕੇਸ਼ਨ ਲਾਈ ਹੈ, ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਕੀਤਾ। ਬਿਲਕੁਲ ਜੀ ਬਿਲਕੁਲ, ਮੈਂ ਤਿੰਨ ਐਪਲੀਕੇਸ਼ਨ ਲਾਈਆਂ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਆਇਆ। ਉਹ ਤਾਂ ਕਹਿੰਦੇ ਨਾਲ ਦੀ ਨਾਲ ਹੀ ਅਸੀਂ ਨਿਪਟਾਰਾ ਕਰਦੇ। ਦੇਖੋ ਮੇਰੇ ਕੋਲ ਉਹਦਾ ਔਨ ਕਾਰਡ ਹੈ, ਮੇਰੇ ਫੋਨ ਦੇ ਵਿੱਚ ਹੈਗਾ, ਤੇ ਮੈਂ ਲੈਟਰ ਵੀ ਪਾਈ ਹੈਗੀ ਹੈ, ਜਿਹਦਾ ਕੋਈ ਜਵਾਬ ਨਹੀਂ ਹੈਗਾ। ਜਦ ਭਾਗ ਨੂੰ ਪਾਈਆਂ ਕੁਛ ਨਾ ਕੋਈ ਪਾਈਆਂ, ਇੱਕ ਨਹੀਂ 10 ਲੈਟਰਾਂ ਪਾ ਦਿੱਤੀਆਂ। ਇੱਕ ਹੋਰ ਤੁਹਾਨੂੰ ਗੱਲ ਦੱਸਦਾ ਜੀ, 5510 ਰੁਪਈਆ ਦੀ ਮੇਰੇ ਕੋਲ ਡੀਡੀਪੀਓ ਸਾਹਿਬ ਨੇ ਮੰਗ ਕੀਤੀ। ਗੱਲ ਕੀ ਸੀ ਗੱਲ ਦੀ ਜੇ ਤੁਸੀਂ ਆਰਟੀਆਈ ਕਢਾਉਣੀ ਹੈਗੀ ਆ ਤਾਂ ਉਹਨਾਂ ਦੇ ਇੱਕ ਪੰਚਾਇਤ ਹਾਂਜੀ 12 ਪੇਜ ਦਾ ਹਿਸਾਬ ਜੋ ਆਪਣਾ ਨਕਲਾਂ ਕਰਾ ਕੇ ਦਿੰਦੇ ਆ। ਪ੍ਰਿਤਪਾਲ ਸਿੰਘ ਸੈਕਟਰੀ ਹੈ ਜੀ ਇੱਕ, ਉਹਨਾਂ ਨੇ ਮੈਨੂੰ ਲੈਟਰ ਪਾਈ ਜਿਹਦੇ ਮੈਂ ਨਾਲ ਦੀ ਨਾਲ 12ਵੇਂ ਮਹੀਨੇ ਵਿੱਚ ਮੈਂ ਵੀਡੀਓ ਪਾਈ ਸੀ, ਵੀਡੀਓ ਦੇ ਵਿੱਚ ਲਿਆਇਆ ਸੀ, ਵੀਡੀਓ ਪਾਈ ਸੀ। ਪੈਸੇ ਜਮ੍ਹਾਂ ਕਰਾ ਦੇ, ਦਸੰਬਰ ਟੱਪ ਗਿਆ, ਜਨਵਰੀ ਟੱਪ ਗਿਆ, ਫਰਵਰੀ ਟੱਪ ਗਿਆ, ਮਾਰਚ ਇਹ ਟੱਪ ਗਿਆ, ਅਪ੍ਰੈਲ ਆ ਗਿਆ ਜੀ। ਮੈਂ ਕਿਹਾ ਅਪ੍ਰੈਲ ਦੀ ਮੇਰਾ 7 ਤਰੀਕ ਆ ਜੀ, 7 ਤਰੀਕ ਆ ਜੀ, ਅੱਜ ਤੱਕ ਮੈਨੂੰ ਉਹਦਾ ਜਵਾਬ ਨਹੀਂ ਮਿਲਿਆ। ਡੀਡੀਪੀ ਸਾਹਿਬ ਨੂੰ ਮੈਂ ਡਾਇਰੈਕਟ ਫੋਨ ਕੀਤਾ, ਕਹਿੰਦੇ ਜੀ ਮੇਰੇ ਤਾਂ ਨੋਟਸ ਵਿੱਚ ਹੀ ਹਨ, ਕਿਉਂਕਿ ਡੀਡੀਪੀ ਸਾਹਿਬ ਨੂੰ ਘੱਟੋ ਘੱਟ 10 ਮੈਂ ਚਿੱਠੀਆਂ ਪਾਈਆਂ, ਵੀਡੀਓ ਸਾਹਿਬ ਨੂੰ 10 ਲੈਟਰਾਂ ਪਾਈਆਂ, ਜਾ ਕੇ ਮੀਡੀਆ ਵਾਲੇ ਵੀ ਲੈ ਕੇ ਗਿਆ। ਇਹਦੇ ਵਿੱਚ ਡੀਡੀਪੀਓ ਸਾਹਿਬ, ਪੰਚਾਇਤ ਸਕੱਤਰ, ਵੀਡੀਓ ਦੇ ਗ੍ਰਾਮੀਣ ਸੈਕਟਰੀ ਚਾਰੇ ਰਲੇ ਹੋਏ, 5ਵਾਂ ਸਰਪੰਚ ਹੈ, ਇਹਨਾਂ ਸਾਰਿਆਂ ਦੀ ਮਿਲੀ ਭੁਗਤਾ। ਇੱਕ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਕਿ ਭਗਵੰਤ ਮਾਨ ਸਾਹਿਬ ਤੁਸੀਂ ਇਸ ਸੰਘਰਸ਼ ਲੜ ਰਹੇ ਹੋ ਭ੍ਰਿਸ਼ਟਾਚਾਰ ਦਾ ਬਹੁਤ ਵਧੀਆ, ਪਰ ਤੁਸੀਂ ਦੱਸੋ ਕਾਰਵਾਈ ਕਰੋਗੇ ਕਿਹਦੇ ਤੇ? ਡੀਡੀਪੀਓ ਵੀ ਪੁਰਾਣਾ, ਡੀਡੀਪੀਓ ਵੀ ਪੁਰਾਣਾ, ਸੀਡੀਪੀਓ ਵੀ ਪੁਰਾਣਾ, ਪੰਚਾਇਤ ਸਕੱਤਰ ਵੀ ਪੁਰਾਣਾ, ਸਾਰੇ ਮੁਲਾਜ਼ਮ ਪੁਰਾਣੇ ਰੱਖੇ ਹੋਏ ਆ ਜਿਹੜੇ ਸਰਪੰਚਾਂ ਦੇ ਨਾਲ ਰਲ ਕੇ ਜਿਨ੍ਹਾਂ ਨੇ ਘਪਲੇ ਕੀਤੇ ਆ। ਦੱਸੋ ਹੁਣ ਤੁਸੀਂ ਕਾਰਵਾਈ ਕਿਹਦੇ ਕਰੋਗੇ? ਬੀਡੀਪੀਓ ਤੇ ਵੀਡੀਓ ਤੇ ਕਰਨੀ ਹੁੰਦੀ ਡੀਡੀਪੀਓ, ਡੀਡੀਪੀਓ ਦਾ ਨਾਮ ਨਾਲ ਰਲਿਆ, ਪੰਚਾਇਤ ਸਕੱਤਰ ਤੇ ਕਰਨੀ ਹੁੰਦੀ ਵੀਡੀਓ ਤੇ ਵੀਡੀਓ ਦਾ ਨਾਲ ਰਲਿਆ, ਤੇ ਜਿਹੜਾ ਪੰਚਾਇਤ ਸਕੱਤਰ ਹੁੰਦਾ ਉਹਨੇ ਕਰਨੀ ਹੁੰਦੀ ਸਰਪੰਚ ਤੇ ਉਹ ਸਰਪੰਚ ਨਾਲ ਰਲਿਆ। ਦੱਸੋ ਕਾਰਵਾਈ ਕਿਹਦੀ ਹੋਊਗੀ? ਨਹੀਂ ਜਦੋਂ ਕਿ ਕਿੰਨਾ ਤੁਹਾਨੂੰ 6-7 ਮਹੀਨੇ ਹੋ ਗਏ ਪੇਮੈਂਟ ਕਰਵਾਈ? 9 ਮਹੀਨੇ ਹੋ ਗਏ ਹਾਲੇ ਤੱਕ ਆਰਟੀਆਈ ਤਾਂ ਮੈਂ ਕਰਵਾਈ ਆ ਜੀ। ਜਿਹੜੀ ਤੁਸੀਂ ਪੇਮੈਂਟ ਜਮ੍ਹਾਂ ਕਰਾਇਆ 5 ਮਹੀਨੇ ਹੋ ਗਏ, 5 ਮਹੀਨੇ ਹੋ ਗਏ ਪੇਮੈਂਟ ਜਮ੍ਹਾਂ ਕਰਵਾਈ, ਉਹਦੀ ਰਸੀਦ ਵਗੈਰਾ ਹੈਗੀ ਹੈ ਜੀ? ਬਿਲਕੁਲ ਬਿਲਕੁਲ ਰਸੀਦ ਹੈਗੀ ਆ ਜੀ। ਪ੍ਰਿਤਪਾਲ ਸਿੰਘ ਸੈਕਟਰੀ ਨੂੰ ਮੈਂ ਜਮ੍ਹਾਂ ਕਰਾਈ ਆ, ਵੀਡੀਓ ਮੇਰੇ ਕੋਲ ਆ, ਮੈਂ ਪੱਤਰਕਾਰ ਬਲਵੰਤ ਸਿੰਘ ਲੈ ਕੇ ਨਾਲ ਗਿਆ ਸੀਗਾ, ਪੱਤਰਕਾਰ ਜਗਜਾਰ ਵੀ ਵੀਡੀਓ ਜਗਜਾਰ ਵੀ ਕੀਤੀ ਸੀ ਪੱਤਰਕਾਰ ਸਾਹਿਬ ਨੇ। ਇੱਕ ਹੋਰ ਤੁਹਾਨੂੰ ਗੱਲ ਦੱਸਦਾ ਜੀ, ਜਿਹੜਾ ਬਲਵਿੰਦਰ ਸਿੰਘ ਪੱਤਰਕਾਰ ਹੈਗਾ ਜੀ, ਉਹਨਾਂ ਨੇ ਕੀ ਕੀਤਾ, ਜਦੋਂ ਉਹਨਾਂ ਨੇ ਜਾ ਕੇ ਸਰਪੰਚ ਸਾਹਿਬ ਨਾਲ ਰਸਤਾ ਕਾਇਮ ਕੀਤਾ, ਸਰਪੰਚ ਸਾਹਿਬ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਤੂੰ ਵੀਡੀਓ ਨਹੀਂ ਚਲਾਉਣੀ। ਜੋ ਪਿੰਡ ਦਾ ਸਾਡਾ ਮੈਟਰ ਸੀ, ਪਿੰਡ ਦਾ ਪੱਤਰਕਾਰ ਸੀ, ਉਹ ਦਬ ਗਿਆ ਜੀ, ਦਬ ਗਿਆ ਕਿਉਂਕਿ ਸਰਪੰਚ ਸਾਹਿਬ ਦੇ ਘਰੇ 5 ਅਹੁਦੇ ਸੀ। ਕਾਂਗਰਸ ਸਰਕਾਰ ਸੀ, ਤੁਹਾਨੂੰ ਮੈਂ ਦੱਸ ਦਿਆਂ, ਸਰਪੰਚ ਸਾਹਿਬ ਤਾਇਆ ਜੀ ਹੈਗੇ ਐਨਆਰਏ ਕਮੇਟੀ ਕਮਿਸ਼ਨ ਦੇ ਮੈਂਬਰ ਆ, ਚੰਡੀਗੜ੍ਹ ਹਾਈ ਕੋਰਟ। ਉਹਨਾਂ ਤਾਇਆ ਜੀ ਦੇ ਬੇਟੇ ਹੈਗੇ ਜਿਹੜੇ ਹੈਗੇ ਆ ਉਹ ਯੂਥ ਵਿੰਗ ਦੇ ਜਨਰਲ ਸਕੱਤਰ ਆ। ਸਰਪੰਚ ਸਾਹਿਬ ਆਪ ਖੁਦ ਸਰਪੰਚ ਆ, ਉਹਨਾਂ ਦੇ ਫਾਦਰ ਸਾਹਿਬ ਹੈਗੇ ਆ ਬਲਾਕ ਸਮਿਤੀ ਮੈਂਬਰ ਆ। ਇਹਨਾਂ ਦੇ ਘਰ ਦੇ ਵਿੱਚ 5 ਅਹੁਦੇ ਆ। 5 ਉਹਦੀ ਪਾਵਰ ਦੇ ਤੌਰ ਬਿਲਕੁਲ ਜੀ ਪਾਵਰ ਦੇ ਤੌਰ ਤੇ ਆ ਜੀ। ਦੇਖੋ ਜੀ ਜਿਹੜਾ ਸਰਪੰਚ ਬਣਾਇਆ ਇਹਦਾ ਚੌਂਕੀਦਾਰ ਦੇ ਕਾਬਲ ਨਹੀਂ ਸੀਗਾ, ਨਸ਼ਾ ਪਤਾ ਕਰਦਾ, ਸਾਰੇ ਪਿੰਡ ਦੇ 100 ਰੁਪਈਆ ਦੇਣਾ ਇਹਨੇ, ਉਹ ਸਰਪੰਚ ਬਣ ਗਿਆ। ਤੁਸੀਂ ਪਿੰਡ ਦੇ ਵਿੱਚੋਂ ਜਾ ਕੇ ਵਾਈਟ ਲੋਕਾਂ ਨੇ ਤੁਹਾਨੂੰ ਆਪੇ ਦੱਸ ਦੇਣਗੇ ਵੀ ਕਿੰਨਾ ਨਸ਼ਾ ਕਰਦਾ। ਕਾਫੀ ਵੱਡੇ ਲਾਈਵ ਇਲਜ਼ਾਮ ਲਾ ਰਹੇ, ਇਹਨਾਂ ਚੀਜ਼ਾਂ ਦੀ ਜਵਾਬਦੇਹੀ ਬਣਦੀ ਹੈ। ਬਿਲਕੁਲ ਜੀ ਬਿਲਕੁਲ ਜੀ, ਮੈਂ ਤਾਂ ਫਿਰ ਅੱਗੇ ਵੀ ਮੈਂ ਇਹੀ ਗੱਲ ਕੀਤੀ ਸੀ, ਇਸ ਮੀਡੀਆ ਦੇ ਵੀਡੀਓ ਦੇ ਮਾਧਿਅਮ ਦੇ ਰਾਹੀਂ ਜੇ ਮੈਂ ਕੋਈ ਗੱਲ ਝੂਠ ਕਰ ਰਿਹਾ ਤਾਂ ਮੇਰੇ ਜ਼ਮਾਨੇ ਦਾ ਪਰਚਾ ਵੀ ਕਰਾ ਸਕਦਾ, ਫਿਰ ਦਰਜ ਕਰਾ ਦੇ, ਮੈਨੂੰ ਕੋਈ ਦੁੱਖ ਨਹੀਂ ਜੇ ਮੈਂ ਝੂਠ ਬੋਲ ਰਿਹਾ। ਤੇ ਜਿਹੜੀ ਤੁਸੀਂ ਆ ਹੁਣ 80-82 ਲੱਖ ਦੇ ਘਪਲੇ ਦੀ ਗੱਲ ਕੀਤੀ ਆ, ਬਿਲਕੁਲ ਤੇ ਇਹਦੀਆਂ ਹੁਣ ਕਿਤੇ ਹੋਰ ਵੀ ਤੁਸੀਂ ਜਾ ਕੇ ਉੱਚ ਕਾਰਵਾਈ ਲੈ ਕੇ ਡੀਸੀ ਸਾਹਿਬ ਨੂੰ ਮਿਲੇ ਹੋ? ਜਾਂ ਬਿਲਕੁਲ ਜੀ। ਫਿਰੋਜ਼ਪੁਰ ਦੇ ਹੁਣ ਤਾਂ ਡੀਸੀ ਸਾਹਿਬ, ਸਰਕਾਰ ਵੀ ਚੇਂਜ ਹੋਈ ਹੈ ਤੇ ਡੀਸੀ ਸਾਹਿਬ ਵੀ ਚੇਂਜ ਹੋ ਗਏ। ਬਿਲਕੁਲ ਜੀ ਮੈਂ ਮਿਲਿਆ ਡੀਸੀ ਸਾਹਿਬ ਨੂੰ ਮਿਲਿਆ, ਪਰ ਐਕਚੁਅਲੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਡੀਸੀ ਸਾਹਿਬ ਨੇ ਤਾਂ ਡੀਡੀਪੀ ਸਾਹਿਬ ਨੂੰ ਕਹਿਣਾ ਡਾਇਰੈਕਟ ਤਾਂ ਆਪ ਆ ਨਹੀਂ ਸਕਦੇ ਹੋ। ਡੀਡੀਪੀਓ ਸਾਹਿਬ ਤਾਂ ਪੁਰਾਣੇ ਲੱਗੇ ਹੋਏ ਆ, ਵੀਡੀਓ ਸਾਹਿਬ ਵੀ ਪੁਰਾਣੇ ਆ, ਪੰਚਾਇਤ ਸਕੱਤਰ ਵੀ ਪੁਰਾਣੇ ਆ,
ਤੇ ਕਾਰਵਾਈ ਕੌਣ ਕਿਸ ਤੇ ਕਰਾਊਗਾ ਕਿ ਕਾਰਵਾਈ ਹੋਣੀ ਨਹੀਂ ਤਾਂ ਮੈਨੂੰ 9 ਮਹੀਨੇ ਹੋ ਗਏ ਅੱਜ ਤੱਕ ਆਰਟੀਆਈ ਦਾ ਜਵਾਬ ਨਹੀਂ ਮਿਲਿਆ ਸੀ। ਕਾਰਵਾਈ ਤਾਂ ਬੜੀ ਦੂਰ ਦੀ ਗੱਲ ਹੈ, ਅੱਜ ਤੱਕ ਜਵਾਬ ਨਹੀਂ ਮਿਲਿਆ। ਮਾਨ ਸਾਹਿਬ ਦੀ ਸਰਕਾਰ ਆਈ ਹੈ, ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਹੈ। ਗੁਜ਼ਾਰਿਸ਼ ਕਰਦੇ ਆ, ਉਹਨਾਂ ਨੂੰ ਅਪੀਲ ਕਰਦੇ ਆ, ਅਸੀਂ ਆਪਦੇ ਮਾਧਿਅਮ ਰਾਹੀਂ ਵੀ ਅਪੀਲ ਕਰਦੇ ਆ ਕਿ ਤੁਸੀਂ ਇੱਕ ਨੰਬਰ ਜਿਹੜਾ ਜਾਰੀ ਕੀਤਾ ਸੀਗਾ ਭ੍ਰਿਸ਼ਟਾਚਾਰ ਰੋਕਣ ਲਈ, ਵੀਰ ਜੀ ਨੇ ਹੁਣ ਉਸ ਨੰਬਰ ਤੇ ਵੀ ਕੰਪਲੇਂਟ ਕੀਤੀ ਆ। ਹਾਲਾਂਕਿ ਤੁਸੀਂ ਆਪ ਵੀ ਦੱਸਿਆ ਕਿ 1.5 ਲੱਖ ਤੋਂ ਵੱਧ ਜਿਹੜੀਆਂ ਕੰਪਲੇਂਟਾਂ ਉਹਦੇ ਤੇ ਆ ਗਈਆਂ, ਪਰ ਹਾਲੇ ਤੱਕ ਵਿਰੋਧੀ ਪਾਰਟੀਆਂ ਵੀ ਇਹ ਗੱਲ ਹੀ ਕਹਿੰਦੀਆਂ ਹੁੰਦੀਆਂ 1.5 ਲੱਖ ਕੰਪਲੇਂਟ ਆ ਗਈਆਂ ਜਿਹੜੀਆਂ ਸੋਲਵ ਤੇ ਨਹੀਂ ਹੋਈਆਂ। ਤੇ ਮੈਨੂੰ ਲੱਗਦਾ 1.5 ਲੱਖ ਦੇ ਵਿੱਚ 22 ਦੀ ਕੰਪਲੇਂਟ ਵੀ ਹੋਊਗੀ। ਤੇ ਜ਼ਰੂਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਜਿਹੜੀਆਂ ਕੰਪਲੇਂਟਾਂ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਜਲਦੀ ਜਿਹੜਾ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਜਿਹੜਾ ਬਣਦਾ ਇਨਸਾਫ ਦਿਵਾਇਆ ਜਾਵੇ। ਸਾਡੇ ਇੱਥੇ ਮਾਤਾ ਜੀ ਮੌਜੂਦ ਆ ਜਿਨ੍ਹਾਂ ਨੂੰ 2001 ਦੇ ਵਿੱਚ ਪਲਾਟਾਂ ਦੇ ਜਿਹੜੇ ਸਰਟੀਫਿਕੇਟ ਦਿੱਤੇ ਗਏ ਸੀ। ਅਸੀਂ ਤੁਹਾਨੂੰ ਔਨ ਕੈਮਰਾ ਵੀ ਦਿਖਾਵਾਂਗੇ ਜਿਹੜੇ ਸਰਟੀਫਿਕੇਟ ਹੋਣੇ ਸਰਟੀਫਿਕੇਟ ਹੀ ਰਹੇ ਹੁੰਦਾ ਹੈ ਬਿਲਕੁਲ ਰੱਦੀ ਬਣ ਗਏ ਆ। ਨੇੜੇ ਕਰਕੇ ਦਿਖਾਇਆ ਜਾਵੇ ਇਹ ਜਿਹੜੇ ਉਸ ਟਾਈਮ ਦੇ ਬਣੇ ਆ 2001 ਦੇ, ਇਹ ਲੋਕਾਂ ਨੂੰ ਦਿੱਤੇ ਗਏ ਸੀ ਸਰਟੀਫਿਕੇਟ ਜਾਰੀ ਕਰਦੇ ਸੀ ਕਿ 5-5 ਮਰਲਿਆਂ ਦੇ ਜਿਹੜੇ ਪਲਾਟ ਆ ਉਹ ਤੁਹਾਨੂੰ ਮਿਲ ਜਾਣਗੇ, ਪਰ 20 ਸਾਲ ਬੀਤਣ ਦੇ ਬਾਵਜੂਦ ਵੀ ਪਲਾਟ ਹਾਲੇ ਤੱਕ ਨਹੀਂ ਮਿਲੇ। ਕੀ ਕਹਿਣਾ ਚਾਹੋਗੇ ਮਾਤਾ? ਨਹੀਂ, ਉਸ ਤੋਂ ਬਾਅਦ ਇਹ ਹੁਣ ਰਾਣਾ ਸੋਢੀ ਜੀ ਤੇ ਕੈਪਟਨ ਅਮਰਿੰਦਰ ਸਾਹਿਬ ਜੀ ਦੀ ਫੋਟੋ ਲੱਗੀ ਆ। ਉਸ ਤੋਂ ਬਾਅਦ ਰਾਣਾ ਸੋਢੀ ਦੁਬਾਰਾ ਨਹੀਂ ਆਏ ਪਿੰਡ ਨਹੀਂ ਉਸ ਤੋਂ ਬਾਅਦ ਰਾਣਾ ਸੋਢੀ ਇਕੱਲਾ ਹੀ ਆਉਂਦਾ ਰਿਹਾ। ਹੁਣ ਤਾਂ ਫਿਰ ਉਸ ਪਲਾਨ ਦੇ ਵਿੱਚ ਤਾਂ ਖਤਮ ਹੀ ਹੋ ਗਿਆ। ਨਹੀਂ, ਜਦੋਂ ਆਏ ਸੀ ਉਸ ਤੋਂ ਬਾਅਦ ਇਹ 20 ਸਾਲ ਪਹਿਲਾਂ ਦੀ ਗੱਲ ਹੈ ਮਾਤਾ ਜੀ। ਇਹਨਾਂ ਨੇ ਜੀ ਹੁਣ ਕਿਹਾ ਸੀ ਕਿ ਸਰਪੰਚ ਬਦਲਿਆ, ਇਹਨਾਂ ਸਰਪੰਚ ਬਣਿਆ ਅੱਜ ਕਿੰਨੇ ਸਵਾਲ 2 ਮਹੀਨਿਆਂ ਦਾ ਕਰਤਾ, ਕਦੇ 3 ਮਹੀਨਿਆਂ ਦਾ ਕਰਤਾ, ਬਸ ਵੋਟਾਂ ਤੋਂ ਪਹਿਲਾਂ ਨਹੀਂ ਕੀ ਕਰਦੇ ਹੋਰ ਵੀ ਕਿਸੇ ਨੂੰ ਨਹੀਂ ਮਿਲੇ ਕਿ ਕਿੰਨੇ ਕਾਰਡ ਵੰਡੇ ਸੀ? ਕਾਰਡ 2-250 ਵੰਡਿਆ। ਅੱਛਾ, 2-250 ਕਾਰਡ ਵੰਡੇ ਤੇ ਕਿਸੇ ਨੂੰ ਨਹੀਂ? ਕਿਸੇ ਨੂੰ ਨਹੀਂ ਦਿੱਤਾ। ਹੋਰ ਵੀ ਕਿੰਨਾਂ ਨੂੰ ਮਿਲੇ ਸੀ ਕਾਰਡ? ਤੁਹਾਨੂੰ ਵੀ ਕਾਰਡ? ਕੀ ਨਾਮ ਕੀ ਹੈ? ਬੋਲੋ ਜੀ, ਖਬਰ ਚੱਲੀ ਜਿਹਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਜੀ? ਤੁਹਾਡਾ ਕਰਮ ਸਿੰਘ ਜੀ। ਅੱਛਾ, ਤੁਹਾਨੂੰ ਵੀ ਤੁਹਾਡੇ ਆਪਦੇ ਨਾਮ ਤੇ ਮਿਲਿਆ ਸੀ? ਹਾਂਜੀ ਹਾਂਜੀ, ਮੇਰੇ ਮਾਰਕੇ ਮਿਲੇ। ਅੱਛਾ, ਤੇ ਕਿਤੇ ਨਹੀਂ ਮਿਲੇ? कितने नहीं मिले नारे नारे आज का सरकार बदल गई, कल सरकार ऐसी दे देगी दे देगी ਹੁਣ ਫਿਰ ਇਹਨਾਂ ਲਾਇਆ ਸੀਗਾ ਸਾਨੂੰ ਵੋਟਾਂ ਪਾਓ ਚਲੋ 5-5 ਮਿੰਟ ਜਗ੍ਹਾ ਅਸੀਂ ਨਹੀਂ ਪਾਉਂਦੇ। ਪੰਜਾਬ ਸਰਕਾਰ ਦੀ ਇਹ ਤਰਾਸਦੀ ਆ। 21 ਸਾਲ ਬੀਤ ਗਏ ਆ, ਜਿਹੜੇ ਸਰਟੀਫਿਕੇਟ ਦਿੱਤੇ ਹਰ ਵਾਰ ਸਰਟੀਫਿਕੇਟ ਨਵੇਂ ਵੀ ਮਿਲਦੇ ਰਹੇ 5-5 ਸਾਲਾਂ ਬਾਅਦ, ਪਰ ਜਿਹੜੇ ਪਲਾਟ ਹਾਲੇ ਤੱਕ ਵੀ ਕੱਟੇ ਨਹੀਂ ਗਏ। ਤਰਾਸਦੀ ਦਿਖਾਵਾਂਗੇ ਸਰਕਾਰ ਦੀ ਤੇ ਨਵੀਂ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗੇ ਜਿਹੜੀਆਂ ਗਰੀਬ ਲੋਕਾਂ ਦੀਆਂ ਬੇਘਰੇ ਲੋਕਾਂ ਦੀਆਂ ਮੰਗਾਂ, ਇਹਨਾਂ ਦੀਆਂ ਜਿਹੜੀਆਂ ਮੰਗਾਂ ਇਹ ਜਲਦੀ ਪੂਰੀਆਂ ਕੀਤੀਆਂ ਜਾਣ। ਸਾਡੇ 7 ਜੀਆਂ ਦੀ ਮਿਲਦੀ ਹੈ। 7 ਜੀਆਂ ਦਾ ਮੈਂ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾਇਆ 7 ਜੀਆਂ ਦਾ ਜਿਹੜਾ ਕਾਰਡ ਬਣਿਆ ਤੇ ਕਿੰਨੇ ਜੀਆਂ ਦੀ ਜਿਹੜੀ ਕਣਕ ਹੁਣ ਤੁਹਾਨੂੰ ਮਿਲਦੀ ਹੈ? 2 ਦੀ ਕਿੰਨੇ ਟਾਈਮ ਤੋਂ ਕਦੋਂ ਦੀ ਕੱਟੀ ਗਈ? 6 ਰੁਪਏ ਦੀ ਹੋਈ 6 ਮਹੀਨੇ। ਕੀ ਕਹਿ ਦਿੰਦੇ ਜੀ? ਕਿਤੇ ਪਰ ਤੁਹਾਡਾ ਕਾਰਡ ਨਹੀਂ ਲਾਉਣਾ ਆਨਲਾਈਨ ਨਹੀਂ ਕਹਿੰਦੇ ਕਾਰਡ? ਹਾਂ, ਤੇ ਕੋਲ ਆਨਲਾਈਨ ਜਿਹੜਾ ਨਹੀਂ, ਤੁਸੀਂ ਦੱਸ ਗਏ ਨਹੀਂ ਆਨਲਾਈਨ ਕਰਵਾਉਣਾ। ਜੀ ਗਏ ਸੀ ਅਸੀਂ ਉੱਥੇ ਆ ਕੇ ਹੁੰਦੇ ਸਰਪੰਚ ਤੇ ਸਰਪੰਚ ਸਾਨੂੰ ਇਹ ਤਰਾਸਦੀ ਹੈ ਗਰੀਬਾਂ ਨਾਲ। ਇਹ ਜਿਹੜੀਆਂ ਸਰਕਾਰਾਂ ਇਸ ਢੰਗ ਨਾਲ ਧੱਕਾ ਕਰਦੀਆਂ 7 ਜਣਿਆਂ ਦੇ ਨਾਮ ਤੇ ਜਿਹੜਾ ਕਾਰਡ ਬਣਿਆ ਇਹਦੀ ਸ਼ਾਇਦ ਕਣਕ ਵੀ ਆਉਂਦੀ ਹੋਵੇ, ਪਰ ਚੱਕਰਾਂ ਵਿੱਚ ਇਹ ਜਿਹੜੇ ਅਨਪੜ੍ਹ ਲੋਕ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾਗਾ। ਇਹਨਾਂ ਨੂੰ ਸਿਰਫ ਆਨਲਾਈਨ ਦੇ ਨਾਮ ਨਾਲ ਉਲਝਾ ਕੇ ਇੰਨਾ ਕੁ ਰੱਖਿਆ ਹੋਇਆ ਕਿ 7 ਜਣਿਆਂ ਦੀ ਜਿਹੜੀ ਕਣਕ ਮਿਲਣੀ ਸੀ 7 ਜੀਆਂ ਦੀ ਕਣਕ ਮਿਲਣੀ ਸੀ, ਸਿਰਫ 2 ਜੀਆਂ ਦੀ ਕਣਕ ਦੇ ਕੇ ਇਹਨਾਂ ਨੂੰ ਵਰਾਇਆ ਜਾਂਦਾ। ਜ਼ਰੂਰ ਅਸੀਂ ਨਵੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਆ ਜਿਹੜੀ ਲੁੱਟ ਖਸੁੱਟ ਹੋ ਰਹੀ ਸੀ ਇਹਦੇ ਵੱਲ ਜਰਾ ਧਿਆਨ ਦੇ ਕੇ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਭੁਗਤਾਨ ਆ ਉਹ ਇਹਨਾਂ ਦਾ ਜਿਹੜਾ ਜਿੰਨਾ ਬਕਾਇਆ ਜਾਂ ਕੋਈ ਕਣਕ ਰਹਿੰਦੀ ਆ ਜਾਂ ਕੋਈ ਪਲਾਟ ਰਹਿੰਦੇ ਇਹਨਾਂ ਦਾ ਜਿਹੜਾ ਬਕਾਇਆ ਉਹ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ। ਹੁਣ ਜੇ ਗੱਲ ਕਰੀਏ ਸਰਕਾਰ ਦੀਆਂ ਹੋਰ ਚੱਲ ਰਹੀਆਂ ਸਕੀਮਾਂ ਦੀ, ਸਗਨ ਸਕੀਮ ਵਾਲੀਆਂ ਭੈਣਾਂ ਵੀ ਇੱਥੇ ਸਾਡੇ ਨਾਲ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਹੋ ਗਏ ਆ, ਬੇਟੀਆਂ ਦੇ ਵਿਆਹ ਹੋ ਗਏ, ਸਗਨ ਸਕੀਮ ਦੇ ਫਾਰਮ ਉਹਨਾਂ ਨੇ ਭਰੇ ਸੀ। ਸਰਕਾਰ ਜਿਹੜੇ ਵਾਅਦੇ ਕਰਦੇ ਸੀ ਕੋਈ 21,000 ਕਹਿ ਦਿੰਦਾ ਸੀ, ਕੋਈ 52,000 ਕਹਿ ਦਿੰਦਾ ਸੀ। ਅਸੀਂ ਪੁੱਛਦੇ ਹਾਂ ਵੀ ਕੀ ਕੁਛ ਕਿੰਨੇ ਲੋਕਾਂ ਨੂੰ ਇੱਥੇ ਜਿਹੜੀਆਂ ਸਗਨ ਸਕੀਮਾਂ ਕੁੜੀ ਦੇ ਵਿਆਹ ਤੇ ਜਿਹੜੀਆਂ ਮਿਲੀਆਂ। ਕੀ ਨਾਮ ਕੀ ਹੈ ਭੈਣ ਪਹਿਲਾਂ ਉਹਦਾ? ਕਿੰਨਾ ਚਿਰ ਹੋ ਗਿਆ ਤੁਹਾਡੀ ਬੇਟੀ ਦੇ ਵਿਆਹ ਨੂੰ ਜਿਹੜੀ ਸਗਨ ਸਕੀਮ ਲਈ ਤੁਸੀਂ ਫਾਈਲ ਭਰੀ ਸੀ? 2020 ਦੇ ਵਿੱਚ 2020 ਚ ਭਰੀ ਸੀ। ਤੇ ਕੀ ਜਵਾਬ ਕੀ ਲਾਰੇ ਮਿਲਦੇ ਰਹੇ? ਕਿਹੜੇ ਕਿਹੜੇ ਦਫ਼ਤਰ ਗਏ? ਸਰ ਉਹ ਆਖਦੇ ਸੀਗੇ ਹਜੇ ਪਿੱਛੋਂ ਹੀ ਨਹੀਂ ਆਈ ਸਗਨ ਸਕੀਮ ਤੇ ਤੁਹਾਨੂੰ ਅਸੀਂ ਤਾਂ ਕਰਕੇ ਨਹੀਂ ਦਿੰਦੇ ਕਿ ਜੇ ਕੋਈ ਦੱਸਣ ਗਾਂ ਤੋਂ ਜਵਾਬ ਆਵੇ ਤਾਂ ਫੇਰ ਹੀ ਅਸੀਂ। ਅੱਛਾ, 2 ਸਾਲ ਹੋ ਗਏ ਹਾਲੇ ਤੱਕ ਵੀ ਨਹੀਂ ਆਈ। ਨਹੀਂ ਜੀ, ਬਹੁਤ ਤਰਾਸਦੀ ਹੈ ਜਿਹੜੀ ਸਰਕਾਰ ਹਰੇਕ ਵਾਰੀ ਨਵੀਂ ਸਰਕਾਰ ਆਉਂਦੀ ਸੀ ਕੋਈ 5,000 ਤੋਂ ਸ਼ੁਰੂ ਹੋ ਕੇ ਕੰਮ ਕੋਈ 10,000 11,000 21,000 52,000 ਤੱਕ ਦੇਣ ਦੀਆਂ ਗੱਲਾਂ ਵੀ ਕੀਤੀਆਂ ਸੀਗੀਆਂ ਤੇ ਪਰ 2-2 ਸਾਲ ਬੀਤ ਗਏ ਹਾਲੇ ਤੱਕ ਇਹਨਾਂ ਨੂੰ ਜਿਹੜੀਆਂ ਸਗਨ ਸਕੀਮਾਂ ਨਹੀਂ ਮਿਲੀਆਂ। ਇਹ ਬਹੁਤ ਵੱਡੀ ਪੰਜਾਬ ਸਰਕਾਰ ਦੀ ਤਰਾਸਦੀ ਆ। ਉਮੀਦ ਕਰਦੇ ਆ ਜਿਹੜੀ ਨਵੀਂ ਸਰਕਾਰ ਆ ਹੁਣ ਆਈ ਆ ਪੰਜਾਬ ਦੇ ਵਿੱਚ ਜ਼ਰੂਰ ਇਸ ਚੀਜ਼ ਤੇ ਗੌਰ ਕਰੇ ਤੇ ਇਹ ਚੀਜ਼ਾਂ ਦਾ ਇਹਨਾਂ ਦਾ
ਜਲਦੀ ਹੱਲ ਕੀਤਾ ਜਾਵੇ। ਪੰਜਾਬ ਦੇ ਵਿੱਚ ਨਰੇਗਾ ਦਾ ਸਭ ਤੋਂ ਵੱਡਾ ਜਿਹੜਾ ਘਪਲਾ ਨਰੇਗਾ ਦੇ ਪੈਸਿਆਂ ਦੀ ਵੰਡ ਨੂੰ ਲੈ ਕੇ ਆ ਵੀ ਕੰਮ ਕੋਈ ਹੋਰ ਕਰ ਜਾਂਦਾ, ਪੈਸੇ ਕੋਈ ਹੋਰ ਪਾ ਜਾਂਦਾ। ਸਾਡੇ ਨਾਲ ਇਸ ਪਿੰਡ ਦੇ ਮੌਜੂਦ ਵੀਰ ਆ, ਉਹ ਕਰਦੇ ਉਹਨਾਂ ਨਾਲ ਗੱਲਬਾਤ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਗੁਰਜੀਤ ਸਿੰਘ ਹੈ। ਕਿੰਨਾ ਚਿਰ ਕੰਮ ਕੀਤਾ ਨਰੇਗਾ ਦਾ ਤੇ ਕਿੰਨੇ ਪੈਸੇ ਆਏ? ਲਗਾਤਾਰ 3 ਮਹੀਨੇ ਖਰਚਾਲ ਘਾਟ ਅੰਦਰ ਆਇਆ ਪਿੰਡ ਚ ਕੱਸਾ ਤੇ ਪੈਸੇ ਕਿੰਨੇ ਕੁ ਆਏ? ਪੈਸਾ ਮੈਨੂੰ ਕੋਈ ਨਹੀਂ ਦਿੱਤਾ, ਨਾ ਮੇਰੇ ਮੁੰਡੇ ਨੂੰ ਮੇਰਾ ਨਾਮ ਨਹੀਂ। ਅੱਛਾ, ਇੰਨਾ ਦਿਨ ਸਰਪੰਚ ਨੇ ਕੰਮ ਸਾਰੇ ਸਰਪੰਚ ਨੇ ਇਹ ਗੱਲ ਆਖੀ ਵੀ ਤੁਸੀਂ ਚੁੱਪ ਕਰਕੇ ਬਹਿ ਜਾਓ, ਜਿੱਥੇ ਮੇਰੀ ਕਣਕ ਹੋਏਗੀ ਉਹਦੇ ਤੁਹਾਨੂੰ ਪੈਸੇ ਨਹੀਂ। ਅੱਛਾ, ਨਹੀਂ ਸੀ ਕਣਕ ਵੇਚ ਕੇ ਸਰਪੰਚ ਨੇ ਆਪਦੇ ਕੋਲੋਂ ਦੇਣੇ ਸੀ? ਉਹ ਆਦਾ ਮੈਂ ਆਪਦੇ ਕੋਲੋਂ ਦਿੰਦਾ, ਮੇਰੇ ਕੋਲ ਗਾਹ ਦਾ ਪੈਸਾ ਹੈ। ਅੱਛਾ, ਨਹੀਂ ਸਰਕਾਰੀ ਪੈਸਾ ਉਹਨਾਂ ਨੂੰ ਪੁੱਛਿਆ ਨਹੀਂ ਜਿਹੜਾ ਤੁਹਾਡਾ ਇੱਥੇ ਗ੍ਰਾਮ ਸੇਵਕ ਸੀਗਾ ਕੋਈ ਸੈਕਟਰੀ? ਉਹ ਜੋ ਅੱਗੇ ਸਾਨੂੰ ਕਰ ਰਹੇ ਉਹ ਮੱਥੇ ਲਾਇਆ ਹੀ ਨਹੀਂ ਜਿਹੜਾ ਮੇਰੇ ਕੋਲ ਨਾਮ। ਅੱਛਾ, ਨਹੀਂ ਹਾਇਰੀ ਕੌਣ ਲਾਉਂਦਾ ਸੀ ਤੁਹਾਡੀ? ਸਰਪੰਚ ਵੀ ਆਪ ਹੀ ਆ ਜਾਂਦਾ ਜੀ। ਇਹ ਤਰਾਸਦੀ ਆ 3-3 ਮਹੀਨੇ ਕਰਕੇ ਕਿਰਤੀ ਕਾਮਿਆਂ ਤੋਂ ਜਿਹੜਾ ਇਹਨਾਂ ਨੂੰ ਪੈਸੇ ਦੇਣੇ ਸੀਗੇ, ਉਹ ਵੀ ਪੈਸੇ ਪਤਾ ਨਹੀਂ ਕਿੱਥੇ ਗਏ ਆ। ਚਲੋ ਉਮੀਦ ਕਰਦੇ ਹਾਂ ਸਰਕਾਰ ਨਵੀਂ ਬਣੀ ਆ, ਹੁਣ ਸ਼ਾਇਦ ਇਹਨਾਂ ਦਾ ਕੋਈ ਹੱਲ ਕਰਦੇ। ਹਾਂਜੀ, ਇੱਥੇ ਆ ਜਾਓ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਲక్ష్మణ ਸਿੰਘ। ਤੁਸੀਂ ਕਿੰਨਾ ਚਿਰ ਕੰਮ ਕੀਤਾ? ਮੈਂ 4 ਮਹੀਨੇ ਕੀਤਾ। 4 ਮਹੀਨੇ ਦੇ ਵਿੱਚ ਕਿੰਨੇ ਪੈਸੇ ਆਏ? 7000 ਰੁਪਏ ਆਏ। ਅੱਛਾ, 4 ਮਹੀਨੇ ਕੰਮ ਕਰਕੇ ਤੁਸੀਂ ਮਿਸਤਰੀ ਦਾ ਹਾਂਜੀ, ਮਿਸਤਰੀ ਦਾ ਕੰਮ। ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ। 4 ਮਹੀਨੇ ਕੰਮ ਕਰਕੇ ਤੇ 7000 ਰੁਪਏ ਤੁਹਾਨੂੰ ਆਇਆ। ਹਾਂਜੀ, ਤੇ ਬਾਕੀ ਹੁਣ ਪੈਸੇ ਨੂੰ ਕੀ ਕਹਿੰਦੇ ਤੁਹਾਡਾ ਗ੍ਰਾਮ ਸੇਵਕ ਜਾਂ ਕੋਈ? ਜਦੋਂ ਜਾਂਦੇ ਸਰਪੰਚ ਕੋਲ ਉਹਦਾ ਕਹਿੰਦਾ ਯਾਰ ਆ ਜਾਣਗੇ। ਅੱਛਾ, ਤੇ ਕਿੰਨਾ ਪੁਰਾਣਾ ਇਹ ਕੰਮ ਕੀਤਾ? ਕਿੰਨਾ ਟਾਈਮ ਹੋ ਗਿਆ ਇਸ ਕੰਮ ਕੀਤੇ ਨੂੰ? ਇਹ 2020 ਦਾ ਲੈ ਕੇ ਅੱਛਾ, ਇਹ ਤੂੰ ਕੋਈ ਸਾਲ ਪਹਿਲਾਂ ਕੰਮ ਕੀਤਾ, ਹਲੇ ਤੱਕ ਪਿਛਲੇ ਬਕਾਇਆ? ਸਾਲ ਚ ਕੰਮ ਕੀਤਾ। 2021 ਦੇ ਵਿੱਚ ਕੰਮ ਕੀਤਾ। ਤੁਹਾਡੇ ਭੈਣ ਜੀ ਪੈਸੇ ਆ ਨੇੜੇ ਕਿੰਨਾ ਚਿਰ ਕੰਮ ਕੀਤਾ? ਨਹੀਂ ਬੋਲਿਆ ਆ ਜਾਓ ਅੱਜ ਦੱਸ। ਸਾਰਾ ਦਿਨ ਕੰਮ ਕੀਤਾ। ਅੱਛਾ, ਤੇ ਤੁਹਾਨੂੰ ਕਿੰਨੇ ਪੈਸੇ ਮਿਲੇ? ਮੈਂ 1300 ਰੁਪਏ ਜਾਂ 2200। ਅੱਛਾ, 1300 ਤੇ 2200 ਮਿਲੇ, 3500 ਰੁਪਇਆ ਸਾਰਾ ਮਿਲਿਆ। 3 ਮਹੀਨੇ ਕੰਮ ਕਰਨ ਦਾ 3500 ਰੁਪਇਆ ਮਿਲਿਆ ਤੇ ਬਾਕੀ ਬਕਾਏ ਨੂੰ ਹੁਣ ਤੁਹਾਨੂੰ ਵੀ ਇਸੇ ਤਰ੍ਹਾਂ ਲਾਰੇ ਲਾਉਂਦੇ ਵੀ ਆ ਜਾਣਗੇ। ਹਾਂ, ਮੇਰੇ ਆਈ ਆਂਦੇ ਕਿ ਕੋਈ ਨਹੀਂ ਆ ਜਾਣਗੇ, ਕੋਈ ਦੁਬਾਰਾ ਕੋਈ ਨਹੀਂ ਆ ਜਾਣਗੇ, ਅਜੇ ਤਾਈਂ ਆਏ ਤਾਂ ਆਏ ਨਹੀਂ। ਆ ਵੀ ਸਾਡਾ ਪੈਸਾ ਗਿਆ ਕਿੱਥੇ? ਕਿੱਥੇ ਪੈਸਾ ਗਿਆ ਸਾਡਾ? ਇਹ ਤਰਾਸਦੀ ਆ ਨਰੇਗਾ ਦਾ ਤਾਂ ਅਕਸਰ ਹੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਸ਼ੋਰ ਸ਼ਰਾਬਾ ਇਸੇ ਤਰ੍ਹਾਂ ਰੌਲਾ ਰੱਪਾ ਚੱਲਦਾ ਰਹਿੰਦਾ। ਕੰਮ ਕੋਈ ਹੋਰ ਕਰ ਜਾਂਦਾ, ਪੈਸੇ ਕੋਈ ਹੋਰ ਲੈ ਜਾਂਦਾ। ਤੇ ਅੱਜ ਇਸ ਪਿੰਡ ਦਾ ਵੀ ਜਿਹੜਾ ਇੱਥੇ ਅੱਜ ਕਾਫੀ ਵੱਡਾ ਹਜੂਮ ਆ, ਜਿਹੜਾ ਲੋਕਾਂ ਦਾ ਇਕੱਠ ਆ ਇਹ ਕੀਤਾ ਹੋਇਆ। ਤੇ ਜਿਹੜੇ ਨਰੇਗਾ ਦੇ ਪੈਸਿਆਂ ਨੂੰ ਲੈ ਕੇ ਵੀ ਉਹ ਨਰੇਗਾ ਦੇ ਪੈਸੇ ਕਿੱਥੇ ਗਏ ਆ, ਉਹ ਬਾਈ ਜੀ ਨੇ ਇੱਥੋਂ ਦੇ ਪਿੰਡ ਦੇ ਸਾਬਕਾ ਮੌਜੂਦਾ ਮੈਂਬਰ ਆ, ਉਹਨਾਂ ਨੇ RTI ਜਿਹੜੀ ਪਾਈ ਹੋਈ ਸੀਗੀ ਤੇ ਬਾਕੀ ਜਿਹੜਾ ਆਨਲਾਈਨ ਰਿਕਾਰਡ ਆ ਨਰੇਗਾ ਦਾ ਉਹ ਵੀ ਉਹਨਾਂ ਨੇ ਕਢਵਾਇਆ ਹੋਇਆ। ਤੇ ਬਾਕੀ ਹੁਣ ਉਮੀਦ ਆ ਸਰਕਾਰ ਤੋਂ ਉਮੀਦ ਤਾਂ ਇਹੀ ਰੱਖ ਸਕਦੇ ਆ ਵੀ ਉਹ ਕੀ ਕਾਰਵਾਈ ਕਰਦੀ ਆ, ਕਿਉਂਕਿ ਪੈਸਾ ਤਾਂ ਲੋਕਾਂ ਦੇ ਖਾਤਿਆਂ 'ਚ ਚਲਾ ਗਿਆ, ਪਰ ਉਹ ਪਤਾ ਨਹੀਂ ਕਿਹੜੇ ਖਾਤਿਆਂ 'ਚ ਚਲਾ ਗਿਆ। ਜਿਨ੍ਹਾਂ ਨੇ ਕੰਮ ਕੀਤਾ ਉਹ ਤਾਂ ਅੱਜ ਵੀ ਮੌਜੂਦ ਆ ਸਾਡੇ ਨਾਲ, ਆਨ ਕੈਮਰਾ ਗੱਲ ਕਰਦੇ ਆ ਕਿ ਸਾਡੇ ਖਾਤਿਆਂ 'ਚ ਪੈਸੇ ਨਹੀਂ ਆਏਗੇ। ਤੇ ਹੁਣ ਉਮੀਦ ਸਰਕਾਰ ਤੋਂ ਹੀ ਰੱਖ ਸਕਦੇ ਆ ਵੀ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਇਹਨਾਂ ਕਿਰਤੀ ਕਾਮਿਆਂ ਦਾ ਜਿਹੜਾ ਪੈਸਾ ਖਾਧਾ। ਤੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ TV। ਅਸੀਂ ਹੁਣ ਸਰਕਾਰ ਤੋਂ ਉਮੀਦ ਕਰਦੇ ਹਾਂ ਤੇ ਸਰਕਾਰ ਤੱਕ ਇਹ ਜਿਹੜੀਆਂ ਮੁਸ਼ਕਲਾਂ ਵੀ ਤੁਹਾਡੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਦੇਖਦੇ ਹਾਂ ਸਰਕਾਰ ਇਹਨਾਂ ਤੇ ਫੌਰੀ ਹੱਲ ਕਰੇ। ਪਿੰਡ ਦੇ ਮੌਜੂਦਾ ਪੰਚ ਦੇ ਪਤੀ ਵੱਲੋਂ ਜਿਹੜੇ ਅੱਜ ਸਰਪੰਚ ਸਾਹਿਬਾਨ ਜਾਂ ਹੋਰ ਉੱਚ ਅਧਿਕਾਰੀਆਂ ਤੇ ਦੋਸ਼ ਲਾਏ ਆ ਨਰੇਗਾ ਦੇ ਪੈਸੇ ਨੂੰ ਲੈ ਕੇ ਜਾਂ ਪਿੰਡ ਵਿੱਚ ਫੰਡਾਂ ਦੀ ਦੁਰਵਰਤੋਂ ਨੂੰ ਲੈ ਕੇ, ਤੇ ਉਸ ਦੇ ਸੰਬੰਧ ਵਿੱਚ ਅਸੀਂ ਪਿੰਡ ਦੇ ਸਰਪੰਚ ਮਨਦੀਪ ਸਿੰਘ ਸੰਧੂ ਜੀ ਦਾ ਪੱਖ ਜਾਣਨ ਲਈ ਤੇ ਉਹਨਾਂ ਨਾਲ ਫੋਨ ਤੇ ਕਰਦੇ ਆਂ ਗੱਲਬਾਤ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਮਨਦੀਪ ਸਿੰਘ ਜੀ। ਹਾਂਜੀ ਸਰਪੰਚ ਸਾਹਿਬ ਗੱਲ ਕਰ ਰਹੇ ਜੀ? ਹਾਂਜੀ ਹਾਂਜੀ ਡੇਲੀ ਰਿਪੋਰਟ TV ਤੋਂ ਪੱਤਰਕਾਰ ਗੱਲ ਕਰ ਰਹੇ ਹਾਂ, ਸੁਖਪਾਲ ਸਿੰਘ ਆਦੀਵਾਲ। ਹਾਂਜੀ 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 ਕਾਲ ਤੁਹਾਡੀ ਰਿਕਾਰਡਿੰਗ ਤੇ ਹੈ ਜੀ। ਅੱਜ ਤੁਹਾਡੇ ਪਿੰਡ ਦੇ ਵਿੱਚ ਕੋਈ ਇਕੱਠ ਕੀਤਾ ਗਿਆ ਸੀਗਾ ਜੀ ਨਰੇਗਾ ਵਰਕਰਾਂ ਵੱਲੋਂ ਜੀ। ਉਹਦੇ ਸੰਬੰਧ 'ਚ ਤੁਹਾਡੇ ਤੇ ਇਲਜ਼ਾਮ ਲਾਈ ਜਾਂਦੇ ਸੀਗੇ ਕਿ ਤੁਹਾਡੇ ਪਿੰਡ ਦਾ ਪੰਚ ਆ ਗੁਰਸੇਵਕ ਸਿੰਘ ਮੇਬੀ ਜੀ, ਉਹਨਾਂ ਨੇ ਕੋਈ RTI ਪਾਈ ਆ, ਉਹਦੇ 'ਚ ਕੋਈ 80 ਲੱਖ ਦਾ ਉਹ ਦੱਸਦੇ ਸੀ ਫੰਡ ਦੀ ਜਿਹੜੀ ਆਈ ਆ ਉਹਦੀ ਖੁਰਦ-ਬੁਰਦ ਹੋਈ ਆ। ਕੀ ਹੈ ਜੀ ਉਹਦੇ ਤੇ ਤੁਹਾਡਾ ਸਪਸ਼ਟੀਕਰਨ ਹਿੱਸਾ ਲੈਣਾ ਚਾਹੁੰਦੇ ਸੀ? ਬਾਈ ਜੀ ਪਤਾ ਕੀ ਆ, ਆਪੇ ਹਾਂਜੀ। RTI ਪਾਈ ਆ, ਇਹਨਾਂ ਨੂੰ ਮਨਰੇਗਾ ਦਾ ਦੇਤਾ ਸੀ। ਹਾਂਜੀ ਰਿਕਾਰਡ ਹਾਂਜੀ ਠੀਕ ਹੈ ਨਾ, ਮਨਰੇਗਾ ਦਾ ਰਿਕਾਰਡ ਦੇਤਾ ਇਹਨਾਂ ਨੂੰ। ਹਾਂਜੀ ਉਹ ਆਪਣੇ ਆਪ ਦੇ ਵੱਲੋਂ ਹੀ ਪਾਈ ਜਾਂਦੇ ਆ ਵੀ 80 ਲੱਖ ਦੀ ਜਾਂਦਾ। ਕੋਈ ਮਹਿਕਮੇ ਨੇ ਮੈਨੂੰ ਕੋਈ ਪਾਈ ਹੋਵੇ ਨਾ ਰਿਕਵਰੀ ਜਾਂ ਅਸੈਸਮੈਂਟ, ਫੇਰ ਹੈ ਠੀਕ ਹੈ ਜੀ। ਫਿਰ ਤਾਂ ਕਵੇ। ਹਾਂਜੀ ਤੇ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਮੰਨ ਕੇ ਚਲੋ ਮੈਨੂੰ ਕਿਸੇ ਤਰ੍ਹਾਂ ਦੀ ਅਸੈਸਮੈਂਟ ਪਈ ਹੋਵੇ ਫਿਰ ਤਾਂ ਹੈ। ਹਾਂਜੀ ਐਵੇਂ ਤਾਂ ਹੁਣ ਆਪਦੇ ਮੂੰਹੋਂ ਕਹਿਣਾ ਜਾਂ ਮੈਂ ਕਹਿ ਦੂੰਗਾ ਫਲਾਨੇ ਨੂੰ ਐ ਪੈ ਗਿਆ ਐ ਪੈ ਗਿਆ। ਠੀਕ ਹੈ ਜੀ।
ਨਹੀਂ ਉਹਦੇ ਚ ਨਰੇਗਾ ਵਾਲੇ ਜਿਹੜੇ ਕਾਫੀ ਲੰਮੇ ਪੁਰਾਣੇ 2019 ਤੇ 20 ਦੇ ਨਹੀਂ ਲੋਕਾਂ ਦੇ ਪੈਸੇ ਆਏਗੇ ਜਿਹੜੇ ਉਹ ਮੈਸਟਰੋਲ ਅੱਜ ਕਢਾਈ ਬੈਠੇ ਸੀ ਰਿਕਾਰਡ। ਹਾਂਜੀ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਬੋਲੋ ਜੀ ਬੋਲੋ। ਉਹਦੇ ਚ ਇਸ ਤਰ੍ਹਾਂ ਵੀ ਮਸਟਰੋਲ ਕਢਾ ਦੇਈਦੇ ਆ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਅੱਛਾ ਜੇ ਮਸਟਰੋਲ ਨਹੀਂ ਨਿਕਲੇ ਕਿਸੇ ਦੀ ਪੇਮੈਂਟ ਨਹੀਂ ਆਈ, ਹਾਂ ਨਹੀਂ ਆਈ ਉਹਦੀ ਪੇਮੈਂਟ, ਮੰਨ ਕੇ ਸਪੋਜ਼ ਕਰੋ ਮੈਂ ਕੰਮ ਕੀਤਾ ਜਾਂ ਤੁਸੀਂ ਕੰਮ ਕੀਤਾ, ਹਾਂਜੀ ਹਾਂਜੀ ਉਹਦੀ ਪੇਮੈਂਟ ਨਹੀਂ ਆਈ ਤੇ ਭਾਈ ਜੀ ਉਹਦੀ ਪੇਮੈਂਟ ਫਿਰ ਮੈਂ ਤਾਂ ਨਹੀਂ ਨਾ ਦੇਣੀ ਸਰਪੰਚ ਆਪਦੇ ਪੱਲਿਓਂ। ਨਹੀਂ ਜੀ ਉਹ ਤਾਂ ਮਹਿਕਮੇ ਨੇ ਦੇਣੀ ਹੈ ਨਾ ਜੀ। ਸਰਪੰਚ ਸਾਹਿਬ ਗੱਲ ਸੁਣੋ ਜੀ, ਉਹ ਕਹਿੰਦੇ ਵੀ ਜਿੱਥੇ ਜਿੱਥੇ ਕੰਮ ਹੋਇਆ ਪੁਰਾਣੇ ਕੰਮਾਂ ਦੇ ਮੈਸਟਰੋਲ ਕਢਵਾਏ ਸੀ ਅੱਜ ਉਹਨਾਂ ਨੇ ਉਹ ਦਿਖਾਏ ਆ। ਜਿਹੜੇ ਬੰਦੇ ਦੀ ਪੇਮੈਂਟ ਆਈ ਉਹ ਕਹਿੰਦੇ ਉਹ ਬੰਦੇ ਤਾਂ ਕੰਮ ਤੇ ਨਹੀਂ ਜਾਂਦੇਗੇ। ਅੱਜ ਉੱਥੇ ਕਾਫੀ ਕੱਟ ਸੀ ਉਹਨਾਂ ਨੇ ਜਿਹੜੇ ਨਾਮਾਂ ਤੇ ਉਹਨਾਂ ਨੇ ਨਹੀਂ ਜਾਂਦੇ ਰਹੇ ਬਾਈ ਜੀ, ਸਾਰੇ ਜਾਂਦੇ ਰਹੇ ਆ, ਸਾਰੇ ਕੰਮ ਤੇ ਜਾਂਦੇ ਰਹੇ, ਖਾਲੇ ਬਣਦੇ ਰਹੇ ਸਾਡੇ। ਠੀਕ ਹੈ ਜੀ। ਸਾਰੇ ਬੰਦੇ ਕੰਮ ਤੇ ਜਾਂਦੇ ਰਹੇ ਆ। ਨਹੀਂ ਅੱਜ ਨਾ ਜੀ 50 ਤੋਂ 60 ਉੱਥੇ ਲੇਡੀਜ਼ ਜਿਹੜੇ ਵਰਕਰ ਸੀਗੇ ਨਰੇਗਾ ਵਾਲੇ, ਕੋਈ 25 ਤੋਂ 30 ਬੰਦੇ ਵੀ ਹੋਣਗੇ। ਉਹਨਾਂ ਨੇ ਇਹ ਗੱਲ ਹੀ ਕਿ ਜਦੋਂ ਨਾਮ ਦੀ ਡਿਟੇਲ ਕਢਾ ਕੇ ਲਿਸਟ ਕੱਢਦੇ ਸੀ ਉੱਥੇ ਨਰੇਗਾ ਵਰਕਰ ਯੂਨੀਅਨ ਫਲੋਰ ਤੋਂ ਰਜਿਸਟਰਡ ਆ ਜਿਹੜੀ ਉਹ ਸੰਸਥਾ ਦੇ ਮੈਂਬਰ ਆਏ ਸੀਗੇ ਕੋਈ, ਤੇ ਉਹਨਾਂ ਨੇ ਅੱਜ ਜਦੋਂ ਉਦੋਂ ਨਾਮ ਲੈ ਕੇ ਉਹਨਾਂ ਦੇ ਪੁੱਛਿਆ ਉਹ ਕਹਿੰਦੇ ਵੀ ਸਾਡੇ ਚ ਤਾਂ ਇਹ ਕੋਈ ਬੰਦਾ ਹੀ ਨਹੀਂਗਾ ਵੀ ਜਿਨ੍ਹਾਂ ਦੇ ਖਾਤੇ 'ਚ ਪੈਸੇ। ਮੈਂ ਤੁਹਾਨੂੰ ਦੱਸਦਾ ਹਾਂਜੀ ਮੈਂ ਖਾਲੇ ਬਣਵਾਏ ਸੀਗੇ। ਠੀਕ ਹੈ ਜੀ। ਨਹਿਰੀ ਖਾਲੇ। ਹਾਂਜੀ ਉਹਦੇ ਚ ਇਸ ਤਰ੍ਹਾਂ ਵੀ ਜਿਵੇਂ ਜ਼ਿਮੀਂਦਾਰਾਂ ਦਾ ਉਹ ਆਪ ਲੱਗ ਕੇ ਬਣਾਏ ਜਿਵੇਂ ਹਨਾ। ਹਾਂਜੀ ਤੇ ਉਹਨਾਂ ਦੇ ਖਾਤਿਆਂ 'ਚ ਪੇਮੈਂਟ ਆਈ ਜਿਹੜੀ ਜੋ ਵੀ ਕਿਸੇ ਦਾ ਕਾਰਡ ਬਣਿਆ। ਪਾਰਕ ਦੀ ਗੱਲ ਕਰ ਰਹੇ ਸੀ, ਪਾਰਕ ਦੀ ਤੇ ਇੱਕ ਸ਼ਮਸ਼ਾਨ ਘਾਟ 'ਚ ਜਿਹੜਾ ਕੋਈ ਸ਼ੈੱਡ ਬਣਿਆ ਉਹਦੇ ਤੇ ਜ਼ਿਆਦਾ ਅੱਜ ਬਹਿਸਬਾਜ਼ੀ ਹੋਈ ਸੀ। ਪਾਰਕ ਜਿਹੜਾ ਬਣਿਆ ਤੁਸੀਂ ਬਣਾਇਆ ਹੋਊਗਾ, ਹਾਂਜੀ 2019 ਚ ਮੇ ਵੀ ਬਣਿਆ ਪਾਰਕ ਤੇ ਸ਼ੈੱਡ ਦੀਆਂ ਜਿਹੜੀਆਂ ਗਰੰਟਾਂ ਜਿੱਥੇ ਕੰਮ ਕੀਤਾ ਉੱਥੇ ਉਹ ਕਹਿੰਦੇ ਜਿਹੜੇ ਬੰਦਿਆਂ ਦੇ ਨਾਂ ਪਾਏ 15 16 ਨਾਮ ਪਾਏ ਉਹਨਾਂ ਚੋਂ ਕੋਈ ਇੱਕ 2 ਬੰਦੇ ਆ ਪਿੰਡ ਦੇ ਸਾਡੇ। ਨਹੀਂ ਬਾਈ ਜੀ ਉਹ ਅੱਛਾ ਉਹ ਮੈਂ ਤੁਹਾਨੂੰ ਦੱਸਦਾ ਜੀ। ਹਾਂਜੀ ਉਹਦੇ ਚ ਇਸ ਤਰ੍ਹਾਂ ਵੀ ਜਿਵੇਂ ਮਨਰੇਗਾ ਦਾ ਹੁੰਦਾ, ਆਪਾਂ ਮਨਰੇਗਾ ਗੁਰੂ ਸਾਹਿਬ ਬਲਾਕ ਦੇ ਵਿੱਚ ਜਿਵੇਂ ਮੇਰਾ ਪਿੰਡ ਸੋਹਣਗੜ੍ਹ ਆ। ਠੀਕ ਹੈ ਜੀ। ਸੋਹਣਗੜ੍ਹ ਦਾ ਮੈਂ ਕੀ ਆ ਵੀ ਮੈਂ ਸੋਹਣਗੜ੍ਹ ਦੇ ਪਿੰਡੋਂ ਮੰਨ ਕੇ ਚਲੋ ਮੇਰੇ ਬੰਦੇ ਲੇਬਰ ਆਉਂਦੀ ਸੀ ਘੱਟ, ਜਿਵੇਂ ਕੰਸਟਰਕਸ਼ਨ ਦਾ ਕੰਮ ਸੀ। ਹਾਂਜੀ ਬੰਦੇ ਘੱਟ ਆਉਂਦੇ ਸੀ। ਉਹ ਫਿਰ ਜਿਵੇਂ ਬਾਹਰਲੇ ਪਿੰਡ ਦੀ ਲੇਬਰ ਲੈ ਲਈਦੀ ਹੈ। ਸਾਰੇ ਪਿੰਡ ਨੂੰ ਪਤਾ ਬਾਹਰਲੇ ਪਿੰਡ ਦੀ ਲੇਬਰ ਲੱਗੀ ਰਹੀ ਹੈ। ਨਹੀਂ ਕਿੱਥੋਂ ਦੀ ਆ ਰਹੀ ਸੀ ਲੇਬਰ ਜੀ ਬਾਹਰ? ਇਹ ਜੀ ਮੈਨੂੰ ਹੁਣ ਪਿੰਡ ਦਾ ਨਾਂ ਨਹੀਂ ਪਤਾ, ਕੁਛ ਨਦਾਨੇ ਦੇ ਬੰਦੇ ਸੀ, ਕੁਛ ਹੋਰ ਪਿੰਡ ਦੇ ਸੀ। ਉਹ ਚ ਲੋਕਲ ਕੋਈ ਗੁਰੂ ਸਾਹਿਬ ਦੀ ਵੀ ਲੇਬਰ ਲੱਗੀ ਸੀਗੀ ਜੀ? ਹਾਂ ਬੰਦੇ ਇਸ ਤਰ੍ਹਾਂ ਨਾ ਬਾਈ ਜੀ। ਹਾਂਜੀ ਉਹਦੇ ਚ ਐਂ ਹੁੰਦਾ ਵੀ ਜਿਵੇਂ 2-4 ਬੰਦੇ ਗੁਰੂ ਸਾਹਿਬ ਦੇ, 2-4 ਹੋਰ ਪਿੰਡ ਦੇ, ਇਸ ਤਰ੍ਹਾਂ ਮਤਲਬ ਸਾਰੇ ਹੀ। ਨਹੀਂ ਗੁਰੂ ਸਾਹਿਬ ਦੇ ਤਾਂ ਸ਼ਹਿਰੀ ਇਲਾਕੇ ਚ ਆ ਗਏ, ਇਹਨਾਂ ਦੇ ਤਾਂ ਜੋ ਬਣਦੇ ਹੀ ਨਹੀਂ, ਨਰੇਗਾ ਕਾਰਡ ਹੀ ਨਹੀਂ ਬਣੇ ਹੋਣੇ ਜੀ। ਨਹੀਂ ਮੈਨੂੰ ਨਹੀਂ ਪਤਾ ਵੀ ਹੈ ਗੁਰੂ ਸਾਹਿਬ ਦੇ ਆ ਜਾਂ ਕਿਵੇਂ। ਠੀਕ ਹੈ ਜੀ। ਪਿੰਡ ਦਾ ਨਾਮ ਨਹੀਂ ਆਉਂਦਾ, ਸਾਣਕੇ ਦੇ ਸੀਗੇ ਕੁਛ ਬੰਦੇ। ਠੀਕ ਹੈ ਜੀ। ਕੁਛ ਬੰਦੇ ਮਾੜੇ ਕਲਾਂ ਦੇ ਸੀ ਸ਼ਾਇਦ। ਠੀਕ ਹੈ ਜੀ। ਇਸ ਤਰ੍ਹਾਂ ਬੰਦੇ ਜਿਵੇਂ ਮਹਿਕਮੇ ਤੋਂ ਪੁੱਛ ਕੇ ਮੈਂ। ਠੀਕ ਹੈ ਜੀ। ਸਾਰੇ ਉਹਦੇ ਵੀ ਮੰਨ ਕੇ ਚਲੋ ਗੁਰੂ ਸਾਹਿਬ ਬਲਾਕ ਦਾ ਬੰਦਾ ਗੁਰੂ ਸਾਹਿਬ ਬਲਾਕ 'ਚ ਕਿਤੇ ਵੀ ਕੰਮ ਕਰ ਸਕਦਾ। ਠੀਕ ਹੈ ਜੀ। ਤੇ ਜਿਹੜੀ ਪੇਮੈਂਟ ਲੇਟ ਦੀ ਹੈ ਜੀ ਇਹਦੇ ਬਾਰੇ ਕੁਛ ਹੈ ਕੋਈ ਨੌਲੇਜ ਜਿਹੜੀ ਹੈ? ਦੋ ਕਹਿੰਦੇ 2 ਸਾਲ ਹੋ ਗਏ ਪੈਸਾ ਅਸੀਂ 2-3 ਮਹੀਨੇ ਲਾਏ। ਮੇਰੀ ਸੁਣੋ। ਹਾਂਜੀ 35 ਤੋਂ 36 ਲੱਖ ਰੁਪਇਆ ਮੇਰੀ ਪੇਮੈਂਟ ਖੜੀ, ਮੇਰੀ ਇਨ ਦਾ ਸੈਂਸ ਵੀ ਜਿਹੜਾ ਮੈਂ ਕੰਸਟਰਕਸ਼ਨ ਦੇ ਕੰਮਾਂ ਦੇ ਵਿੱਚ ਰੇਤਾ ਲਾਇਆ। ਠੀਕ ਹੈ ਜੀ। ਜਾਂ ਰੇਤੇ ਵਾਲੇ ਤਾਂ ਅਗਲੇ ਟਰਾਲੀ ਲਾਉਂਦੇ ਆ ਸਰ ਉਦੋਂ ਹੀ ਆਪਦੀ 3-4 ਹਜ਼ਾਰ 5 ਹਜ਼ਾਰ ਲੈ ਕੇ ਟਰਾਲੀ ਦਾ ਲੈ ਜਾਂਦੇ ਆ ਹਨਾ। ਠੀਕ ਹੈ ਜੀ। ਔਰ ਦੂਜੀ ਗੱਲ ਇੱਟਾਂ ਮੈਂ ਲਈਆਂ, ਸਰੀਆ ਲਿਆ, ਜਿਹੜੇ ਵੀ ਕੰਮ ਵਾਸਤੇ ਲੋਕ ਟੈਲ ਲਈ, ਸੀਮੈਂਟ ਲਿਆ। ਠੀਕ ਹੈ ਜੀ। ਲਗਭਗ 30 ਤੋਂ 35 ਲੱਖ 36 ਲੱਖ ਰੁਪਇਆ ਜਿਹੜਾ ਮੇਰਾ ਪੈਂਡਿੰਗ ਖੜਾ। ਨਹੀਂ ਉਹ ਤਾਂ ਤੁਹਾਡਾ ਪਿਛਲੇ ਮਹੀਨੇ ਦਾ ਖੜਾ ਕਿ ਪਿਛਲੇ ਸਾਲਾਂ ਦਾ ਖੜਾ ਜੀ? ਪਿਛਲੇ ਅੱਜ ਕੱਲ ਦੇ ਸਮੇਂ ਦਾ ਕੰਮ ਹੋਇਆ ਜੀ। 1 ਸਾਲ ਦਾ ਜਾਨੀ ਕਿ? ਹਾਂ 1 ਸਾਲ ਦਾ। ਠੀਕ ਹੈ ਜੀ। ਤੁਹਾਡੀ ਤਾਂ ਆਪਦੀ ਪੇਮੈਂਟ ਜਿਹੜੀ ਜਾਨੀ ਕਿ 1 ਸਾਲ ਦੀ ਰੁਕੀ ਖੜੀ ਹੈ? ਹਾਂਜੀ ਬਿਲਕੁਲ ਬਕਾਇਦਾ ਔਨ ਰਿਕਾਰਡ ਹੈ। ਠੀਕ ਹੈ ਜੀ। ਇਹਦੇ ਚ ਬਾਕੀ ਜਿਹੜੀ ਪੇਮੈਂਟ ਨਹੀਂ ਆਈ ਇਹ ਤਾਂ ਹੈ ਨਹੀਂ ਕਿਸੇ ਮੰਨ ਕੇ ਚਲੋ ਵਰਕਰ ਦੀ ਨਹੀਂ ਆਈ ਤੇ ਉਹਨਾਂ ਨੇ ਚੱਕ ਕੇ ਮੈਨੂੰ ਦੇਤੀ ਵੀ ਸਰਪੰਚ ਸਾਹਿਬ ਲਓ ਜੀ ਤੁਸੀਂ ਵੰਡ ਦਿਓ। ਸਹੀ ਹੈ ਸਹੀ ਨਹੀਂ ਇਲਜ਼ਾਮ ਤੁਹਾਡੇ ਤੇ ਇਹ ਨਹੀਂ ਸੀ, ਇਲਜ਼ਾਮ ਤਾਂ ਸਿਰਫ ਉਹੀ ਸੀਗੇ ਵੀ ਜਿਹੜੇ ਵਰਕਰ ਕਹਿੰਦੇ ਅਸੀਂ ਕੰਮ ਕੀਤਾ ਸਾਨੂੰ ਪੈਸੇ ਨਹੀਂ ਮਿਲੇਗੇ, ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਨਾਵਾਂ ਦੇ ਪੈਸੇ ਆ ਗਏ। ਨਹੀਂ ਬਿਲਕੁਲ ਬਾਹਰ ਦੀ ਲੇਬਰ ਲੱਗੀ ਰਹੀ ਹੈ, ਮਹਿਕਮੇ ਦੀਆਂ ਹਦਾਇਤਾਂ ਦੇ ਅਨੁਸਾਰ ਲੱਗੀ ਰਹੀ ਆ। ਠੀਕ ਹੈ ਜੀ। ਔਰ ਵੇਖੋ ਪਿੰਡ ਵਾਲੇ ਬਾਈ ਜੀ ਜਦੋਂ ਕਹਿ ਦਿੰਦੇ ਆ ਵੀ ਕਿਲੋ ਤੋਂ ਵੱਧ ਮਿੱਟੀ ਨਹੀਂ ਪਾਉਣੀ ਬੱਟਲ ਦੇ ਵਿੱਚ, ਤੇ ਫਿਰ ਮੈਂ ਹੁਣ ਜਿਹੜੇ ਪਾਸ ਹੋਈ ਹੈ। ਹਾਂਜੀ ਜਿਹੜੇ ਹਿਸਾਬ ਨਾਲ ਕੰਮ ਕਰਦੇ ਆ ਬੰਦੇ ਉਸ ਹਿਸਾਬ ਨਾਲ ਫਿਰ ਉਹ ਤਾਂ ਕੰਮ 40,000। ਠੀਕ ਹੈ ਜੀ।
ਠੀਕ ਹੈ ਨਾ ਜੀ। ਹਾਂਜੀ ਤੇ ਜਿਹੜੀ ਰਫਤਾਰ ਨਾਲ ਕੰਮ ਕਰਦੇ ਆ ਬੰਦੇ, ਉਸ ਹਿਸਾਬ ਨਾਲ ਤਾਂ ਕੰਮ 40,000 ਚ ਵੀ ਨਹੀਂ ਹੁੰਦਾ। ਫਿਰ ਆਪਾਂ ਜਿਹੜੇ ਬੰਦੇ ਵਰਕਰ ਕੰਮ ਇਸ ਕਰਕੇ ਤੁਸੀਂ ਲੇਬਰ ਪਾਸੋਂ ਲਈ ਆ। ਹਾਂ, ਲੇਬਰ ਗੁਰੂ ਸਾਹਿਬ ਦੇ ਹੋਰ ਪਾਸੇ ਪਿੰਡਾਂ ਦੇ ਵਿੱਚੋਂ ਲਈ ਆ। ਚਲੋ ਬਹੁਤ ਬਹੁਤ ਮਿਹਰਬਾਨੀ। ਸਾਰੇ ਪਿੰਡਾਂ ਦੇ ਵਿੱਚੋਂ ਹੀ ਇਸ ਤਰ੍ਹਾਂ ਹੀ ਚੱਲਦਾ ਬਈ। ਠੀਕ ਹੈ ਜੀ। ਚਲੋ ਅਸੀਂ ਤਾਂ ਜੀ ਤੁਹਾਡਾ ਪੱਖ ਜ਼ਰੂਰ ਸੁਣਨਾ ਸੀਗਾ ਤੇ ਅਸੀਂ ਤੁਹਾਡੀ ਜਿਹੜੀ ਕਾਲ ਆ ਉਹ ਔਨ ਰਿਕਾਰਡ ਰੱਖੀ ਸੀਗੀ ਤੇ ਅਸੀਂ ਜਿਹੜੀ ਨਿਊਜ਼ ਚੱਲੂਗੀ ਉਹਦੇ ਵਿੱਚ ਤੁਹਾਡੀ ਕਾਲ ਆ ਜਿਹੜੀ ਔਨ ਰਿਕਾਰਡ ਚਲਾਵਾਂਗੇ। ਠੀਕ ਹੈ ਜੀ। ਕਿਹੜੇ ਡਿਪਾਰਟਮੈਂਟ ਤੋਂ ਬੋਲਦੇ? ਡੇਲੀ ਰਿਪੋਰਟ ਟੀਵੀ। ਅੱਛਾ, ਠੀਕ ਹੈ ਜੀ, ਕੋਈ ਗੱਲ ਨਹੀਂ। ਠੀਕ ਹੈ ਸਰਪੰਚ ਸਾਹਿਬ, ਮਿਹਰਬਾਨੀ, ਥੈਂਕ ਯੂ। ਓਕੇ ਜੀ। ਨਰੇਗਾ ਵਰਕਰਾਂ ਵੱਲੋਂ ਅੱਜ ਇੱਥੇ ਸਾਡੇ ਨਾਲ ਔਨ ਕੈਮਰਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਹਾਂ, ਪਿਛਲੇ 2 ਸਾਲਾਂ ਤੋਂ ਵੀ 4 ਮਹੀਨੇ ਲਗਾਤਾਰ ਵੀ ਕੰਮ ਕੀਤਾ, 3 ਮਹੀਨੇ ਕੀਤਾ, ਪਰ ਸਾਨੂੰ ਜਿਹੜੇ ਨਰੇਗਾ ਦੇ ਪੈਸੇ ਉਹ ਨਹੀਂ ਆਏਗੇ ਤੇ ਅਸੀਂ ਜਿਹੜੇ ਇੱਥੋਂ ਦੇ ਗ੍ਰਾਮ ਸੇਵਕ ਆ ਤੇ ਉਹਨਾਂ ਨਾਲ ਕਰਦੇ ਆ ਫੋਨ ਤੇ ਗੱਲਬਾਤ ਵੀ ਉਹਨਾਂ ਦਾ ਕੀ ਹੈ ਇਸ ਬਾਰੇ ਸਪਸ਼ਟੀਕਰਨ। ਆਓ ਕਰਦੇ ਆ ਗ੍ਰਾਮ ਸੇਵਕ ਨਾਲ ਗੱਲਬਾਤ। ਹੈਲੋ ਜੀਤ ਸਿੰਘ ਜੀ, ਗ੍ਰਾਮ ਸੇਵਕ ਜੀ। ਹਾਂਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਡੇਲੀ ਰਿਪੋਰਟ ਟੀਵੀ ਤੋਂ ਪੱਤਰਕਾਰ ਸੁਖਪਾਲ ਸਿੰਘ ਆਦੀਵਾਲ ਗੱਲ ਕਰ ਰਹੇ ਹਾਂ। 2 ਮਿੰਟ ਪਲੀਜ਼, ਜੇ ਬਾਈਕ ਤੇ ਜਾ ਰਹੇ ਹੋ ਤਾਂ ਰੋਕ ਕੇ ਗੱਲ ਕਰ ਲਓਗੇ? ਹਾਂਜੀ ਸਰ, ਬੋਲੋ ਜੀ। ਵੀਰ ਜੀ ਤੁਹਾਡੀ ਕਾਲ ਔਨ ਰਿਕਾਰਡ ਆ ਸਰ। ਹੈਲੋ। ਹਾਂਜੀ ਸਰ, ਤੁਹਾਡੀ ਕਾਲ ਆ ਵੀਰੇ ਔਨ ਰਿਕਾਰਡ ਆ। ਅਸੀਂ ਅੱਜ ਸੋਹਣਗੜ੍ਹ ਰੱਤੇ ਵਾਲੇ ਪਿੰਡ ਦੇ ਵਿੱਚ ਸੀਗੇ, ਨਰੇਗਾ ਵਰਕਰ ਜਿਹੜੇ ਇਕੱਠੇ ਹੋਏ ਸੀਗੇ। ਹਾਂਜੀ ਸਰ। ਉਹਨਾਂ ਨੇ ਪਿਛਲੇ 2 ਸਾਲਾਂ ਦੀ ਵੀਰੇ ਪੇਮੈਂਟ ਨਾ ਆਉਣ ਦੇ ਕਾਰਨ ਤੇ ਅੱਜ ਉੱਥੇ ਕਾਫੀ ਉਹਨਾਂ ਨੇ ਜਿਹੜਾ ਗੁੱਸਾ ਜ਼ਾਹਿਰ ਕੀਤਾ ਸੀ ਜਾਂ ਆਪਦਾ ਕੱਟ ਕੀਤਾ ਸੀਗਾ ਤੇ ਸ਼ਾਇਦ ਤੁਹਾਨੂੰ ਇਸ ਬਾਰੇ ਜ਼ਿਆਦਾ ਪਤਾ ਹੋਵੇ, ਜਿਹੜੀਆਂ ਪਿਛਲੇ 2 ਸਾਲਾਂ ਦੀਆਂ ਪੇਮੈਂਟਾਂ ਉਹਨਾਂ ਦੀਆਂ ਕਿਉਂ ਨਹੀਂ ਆ ਰਹੀਆਂ? ਪਿਛਲੇ 2 ਸਾਲ ਦੀਆਂ ਸਰ ਬੰਦੇ ਮੈਨੂੰ ਨਾ ਸਰ ਲਿਸਟ ਪ੍ਰੋਵਾਈਡ ਕਰਾ ਦੇਣ ਕਿਹੜੇ ਬੰਦੇ ਹੈਗੇ ਜਿਹਨਾਂ ਦੀ ਪੇਮੈਂਟ ਨਹੀਂ ਆਈ ਹੈ। ਉਹ ਸਰ ਮੈਂ ਸਰਟੀਫਾਈ ਕਰਾ ਦਾਂਗਾ। 40 ਤੋਂ 50 ਮੈਂਬਰ ਸੀਗੇ ਅੱਜ ਉੱਥੇ ਇਸ ਤਰ੍ਹਾਂ ਦੇ, ਜਿਨ੍ਹਾਂ ਨੇ ਦੱਸਿਆ ਵੀ ਅਸੀਂ 19 ਚ ਵੀ ਕੰਮ ਕੀਤਾ, 20 ਚ ਵੀ ਕੰਮ ਕੀਤਾ ਤੇ ਮੈਸਟਰੋਲ ਦੀਆਂ ਕਾਪੀਆਂ ਉਹਨਾਂ ਦੇ ਕੋਲੇ ਸੀ ਕਢਵਾਈਆਂ ਆਨਲਾਈਨ, ਜਿਹੜੀਆਂ ਅੱਜ ਕੱਲ੍ਹ ਨਿਕਲ ਜਾਂਦੀਆਂ, ਕੋਈ ਵੀ ਬੰਦਾ ਲੈ ਸਕਦਾ। ਹਾਂਜੀ ਤੇ ਉਹਦੇ ਵਿੱਚ ਜਿਹੜੇ ਬੰਦੇ ਦੇ ਨਾਮ ਆਏ ਉਹ ਕਹਿੰਦੇ ਉਹਨਾਂ ਨੇ ਤਾਂ ਕੰਮ ਹੀ ਨਹੀਂ ਕੀਤਾ ਗਾ, ਕਦੇ ਇੱਕ ਦਿਨ ਵੀ ਨਹੀਂ ਗਏ। ਅੱਛਾ ਜੀ। ਜਿਹੜੇ ਉੱਥੇ ਸਰ ਨਾ ਮੈਨੂੰ ਲਿਸਟ ਹਾਂਜੀ ਸਰ, ਮੈਨੂੰ ਲਿਸਟ ਪ੍ਰੋਵਾਈਡ ਕਰਾ ਦਿਓ ਸਰ, ਮੈਂ ਚੈੱਕ ਕਰ ਲਾਂਗਾ। ਠੀਕ ਹੈ ਜੀ। ਪਲੀਜ਼ ਵੀਰੇ 1 ਮਿੰਟ ਗੱਲ ਸੁਣਨ ਦੀ ਕੋਸ਼ਿਸ਼ ਕਰੋ। ਮੈਂ ਉਹ ਵੀ ਅਸੀਂ ਤਾਂ ਸਿਰਫ ਇਹੀ ਪੁੱਛ ਰਹੇ ਹਾਂ ਵੀ ਜਿਹੜੇ ਤੇ ਹਾਇਰਿੰਗਾਂ ਉੱਥੇ ਲੱਗੀਆਂ ਜਾਂ ਉਹਨਾਂ 'ਚ ਨਾਮ ਚੜੇ ਉਹ ਬੰਦੇ ਤਾਂ ਉਹ ਕਹਿੰਦੇ ਕੰਮ ਹੀ ਨਹੀਂ ਇਹਨਾਂ ਨੇ ਕੀਤਾ। ਕਿਉਂ ਸਰ, ਜੇ ਕੰਮ ਕੀਤਾ ਸਰ ਨਾਮ ਆਉਂਦੇ ਨਹੀਂ, ਕੁਛ ਨਾਮ ਗੁਰੂ ਹਰਸਾਏ ਤੋਂ ਕੁਛ ਨਾਮ ਆ ਰਹੇ ਸੀਗੇ ਵਿੱਚ, ਉਹਦੇ ਵਿੱਚ ਸ਼ੋਅ ਹੋਈ ਜਾਂਦੇ। ਸਰ ਨਾ ਜਿੱਦਾਂ ਕਹਿ ਦਿੰਦੇ ਆਪਾਂ ਇੱਕ ਕੰਮ ਪ੍ਰੋਜੈਕਟ ਬਣ ਜਾਂਦਾ, ਜਿੱਦਾਂ ਵੀ ਇੱਕ ਨਹਿਰ ਦਾ ਪ੍ਰੋਜੈਕਟ ਬਣ ਗਿਆ, ਉਹ ਕਾਫੀ ਪਿੰਡਾਂ ਵਿੱਚ ਲੰਘਦੀ, ਉਹ ਨਾ ਫਿਰ ਇੱਕੋ ਪ੍ਰੋਜੈਕਟ। ਨਹੀਂ ਬ੍ਰਦਰ ਜਿਹੜੇ ਕੰਮ ਹੋਏ ਆ ਉਹ ਉੱਥੇ ਪਾਰਕ ਬਣਿਆ, ਇੱਕ ਸ਼ਮਸ਼ਾਨ ਘਾਟ 'ਚ ਕੰਮ ਹੋਇਆ। ਸ਼ਮਸ਼ਾਨ ਘਾਟ ਦੇ ਵਿੱਚ ਗੁਰੂ ਹਰਸਾਏ ਦੇ ਬੰਦਿਆਂ ਨੇ ਜਿਹੜਾ ਕੰਮ ਕੀਤਾ ਉਹਦੇ ਬਾਰੇ ਪੁੱਛ ਰਿਹਾ ਜੀ। ਅੱਛਾ, ਉਹ ਸਰ ਉਹ ਸਰਪੰਚ ਸਾਹਿਬ ਨੇ ਠੇਕੇ ਤੇ ਕੰਮ ਕਰਵਾਇਆ ਹੋਣਾ ਤਾਂ ਕਰਕੇ ਫਿਰ ਠੇਕੇ ਤੇ ਪਾਸੋਂ ਸਾਲੀ ਹੋਣੀ ਸਰ ਉਹਨੇ ਲੇਬਰ। ਨਹੀਂ, ਜਿਹੜੇ ਨਰੇਗਾ ਦੇ ਕੰਮ ਹੈ ਅੱਗੇ ਠੇਕੇ ਤੇ ਦੇ ਸਕਦੇ ਸਰਪੰਚ ਸਾਹਿਬ, ਉਹਨਾਂ ਨੂੰ ਅਥਾਰਟੀ ਹੁੰਦੀ ਹੈ ਜੀ? ਹਾਂ ਸਰ, ਦੇ ਸਕਦੇ ਹਾਂ ਜੀ। ਅੱਛਾ, ਨਹੀਂ ਮਤਲਬ ਬੰਦੇ ਉਹ ਕਈ ਵਾਰ ਨਾ ਬੰਦੇ ਕੰਮ ਨਹੀਂ ਲੱਗਦੇ ਪਿੰਡ ਦੇ ਤੇ ਉਹ ਪਾਸੇ ਦੇ ਪਿੰਡ ਤੋਂ ਕੰਮ ਕਰਵਾ ਲੈਂਦੇ ਨੇ। ਪਿੰਡ ਦੇ ਬੰਦੇ ਤਾਂ ਕਹਿੰਦੇ ਵੀ ਅਸੀਂ ਉੱਥੇ ਕੰਮ ਕੀਤਾ ਹੋਇਆ ਪਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਆਏ, ਪੈਸੇ ਗੁਰੂ ਹਰਸਾਏ ਦੇ ਲੋਕਾਂ ਦੇ ਖਾਤੇ 'ਚ ਆਏ ਆ। ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਮੰਨ ਲਓ ਜੇ ਇਹਨਾਂ ਨੇ ਕੰਮ ਕੀਤਾ ਸਾਰੇ ਇਹਨਾਂ ਦੇ ਖਾਤੇ 'ਚ ਹੀ ਪੇਮੈਂਟ ਆਏਗੀ ਸਰ। ਚਲੋ ਬ੍ਰਦਰ, ਅਸੀਂ ਤਾਂ ਤੁਹਾਡਾ ਪੱਖ ਜਾਣਨਾ ਸੀਗਾ ਤੇ ਅਸੀਂ ਬਾਈਟ 'ਚ ਜਿਹੜੀ ਅੱਜ ਉੱਥੇ ਲੋਕਾਂ ਦੀਆਂ ਗੱਲਬਾਤ ਕੀਤੀ ਉਹਨਾਂ ਨਾਲ, ਉਹ ਅਸੀਂ ਖਬਰ ਚਲਾਉਣੀ ਸੀ, ਉਹਦੇ ਵਿੱਚ ਤੁਹਾਡੀ ਕਾਲ ਅਸੀਂ ਰਿਕਾਰਡਿੰਗ ਹੋਈ ਹੈ ਜਿਹੜੀ ਇਹ ਚਲਾਵਾਂਗੇ। ਠੀਕ ਹੈ ਬ੍ਰਦਰ? ਓਕੇ ਸਰ। ਓਕੇ ਜੀ। ਮੰਨਦੇ ਆ ਵੀ ਇਹ ਲੋਕ ਮੇਰੇ ਤੋਂ ਕੰਮ ਦੀ ਮੰਗ ਕਰ ਰਹੇ ਆ ਤਾਂ ਤੁਹਾਡਾ ਕੰਮ ਪਾਸ ਹੋ ਕੇ ਆ ਗਿਆ, ਤੁਹਾਨੂੰ ਆਵਾਜ਼ ਦਿੱਤੀ ਜਾਂਦੀ ਆ ਵੀ ਕੰਮ ਨਰੇਗਾ ਦਾ ਕੰਮ ਸ਼ੁਰੂ ਹੋ ਗਿਆ, ਆ ਜਾਓ। ਤੇ ਅਸੀਂ ਕੀ ਕਰਦੇ ਆ, ਅਸੀਂ ਬੱਠਲ ਗਈਆਂ ਚੱਕਦੇ ਆ, ਅਸੀਂ ਦਵ ਕੰਮ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਆ। ਏਦਾਂ ਹੀ ਹੁੰਦਾ ਨਾ, ਪਰ ਇਹ ਬਿਲਕੁਲ ਗਲਤ ਆ। ਨਰੇਗਾ ਦੇ ਕੰਮ ਤੇ ਜਾਣ ਸਮੇਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ, ਉਹਦੇ ਬਾਰੇ ਮੈਂ ਦੱਸਣ ਲੱਗੀ ਆ। ਤਾਂ ਜਦੋਂ ਵੀ ਨਰੇਗਾ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਪਤਾ ਕਰਨਾ ਕਿ ਕੰਮ ਆਇਆ ਕਿਹੜੇ ਜਗ੍ਹਾ ਤੇ ਆ, ਕਿੱਥੇ ਅਸੀਂ ਕੰਮ ਕਰਨਾ ਆ ਔਰ ਕੀ ਸਾਡਾ ਮਾਸਟਰੋਲ ਨਿਕਲਿਆ। ਮਾਸਟਰੋਲ ਦਾ ਪਤਾ ਸਾਰਿਆਂ ਨੂੰ ਆ ਵੀਰ ਜੀ ਨੇ ਰਿਕਾਰਡ ਬਣਾਇਆ ਹੋਇਆ ਕਿ ਤੁਹਾਡੇ ਪਿੰਡ ਦੇ ਮਾਸਟਰੋਲ ਨਿਕਲੇ ਹੋਏ ਆ। ਇਹਦੇ ਬਾਰੇ ਵੀ ਮੈਂ ਦੱਸਦੀ ਹਾਂ ਕਿ ਕਿੰਨਾ ਲੋਕਾਂ ਦੇ ਨਿਕਲੇ ਆ। ਤਾਂ ਮਾਸਟਰੋਲ ਚੈੱਕ ਕਰਨਾ, ਅਸੀਂ ਵੀ ਮਾਸਟਰੋਲ ਸਾਡਾ ਨਿਕਲਿਆ ਕਿ ਜਿਹਨੂੰ ਸਰਕਾਰੀ ਲਿਸਟ ਆਉਂਦੀ ਆ ਵੀ ਇਹਦੇ ਵਿੱਚ ਆਹ ਕੰਮ ਕਰਨਾ ਹੈ
ਔਰ ਇੰਨੇ ਬੰਦੇ ਉਸ ਕੰਮ ਨੂੰ ਕਰਨਗੇ। ਤਾਂ ਕਦੀ ਇਹਦਾ ਤੁਸੀਂ ਚੈੱਕ ਕੀਤਾ? ਨਹੀਂ ਚੈੱਕ ਕੀਤਾ। ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਮਾਸਟਰ ਦੇਖੀਏ ਕਿ ਉਹਦੇ ਵਿੱਚ ਕਿੰਨੇ ਜਾਣੇ ਨੇ ਕੰਮ ਕਰਨਾ। ਮਾਸਟਰ ਦੇ ਉੱਤੇ ਤਰੀਕ ਪਾਈ ਹੁੰਦੀ ਆ ਕਿ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਇਹ ਲਿਸਟ ਆ, ਔਰ ਕਿੰਨੇ ਬੰਦੇ ਆ ਸਾਰੀ ਲਿਸਟ ਲੱਗੀ ਹੋਈ ਆ ਵੀ ਆ ਇਹਦੇ ਵਿੱਚ 20 ਬੰਦੇ ਨੇ। ਮਾਸਟਰ ਦੀ ਕਾਪੀ ਆ, ਇਹਦੇ ਤੇ ਤਰੀਕ ਪਾਈ ਹੋਈ ਆ ਵੀ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਇਹ ਮਾਸਟਰ ਨਿਕਲਿਆ ਹੈ, ਔਰ ਇਹਦੇ ਤੇ ਕੰਮ ਦਾ ਵੀ ਸਥਾਨ ਪਾਇਆ ਹੋਇਆ ਵੀ ਇਹ ਕੰਮ ਤੁਸੀਂ ਕਿੱਥੇ ਕਰਨਾ ਹੈ। ਤਾਂ ਇਹ ਸਾਰੀ ਜਾਣਕਾਰੀ ਰੱਖਾਂਗੇ ਤਾਂ ਸਾਡੇ ਜਿਹੜੇ ਸ਼ਾਇਦ ਪੈਸੇ ਨਹੀਂ ਮਰਦੇ। ਤਾਂ ਦੂਜੀ ਗੱਲ ਹੈ ਕਿ ਜਿਹੜਾ ਮਾਸਟਰ ਵਾਲਾ ਇੱਕ ਕਦੀ ਭੁਲੇਖਾ ਨਹੀਂ ਖਾਣਾ, ਇੱਕ ਦਿਨ ਦਾ ਵੀ ਨਿਕਲ ਜਾਂਦਾ ਹੈ। ਤੁਹਾਡੇ ਕੋਲ ਵੀ ਇੱਕ ਦਿਨ ਦੀ ਹੈਗੀ ਨਾ, ਇੱਕ ਦਿਨ ਵਾਲਾ ਹੀ ਆ। ਇਹ ਭੁਲੇਖਾ ਨਹੀਂ ਖਾਣਾ ਕਿ ਮੈਂ ਦੱਸੇ ਦੀ ਕਿ ਮੈਂ ਤੁਹਾਨੂੰ ਕਹਾਂ ਜੀ ਮਾਸਟਰ ਨਿਕਲ ਕੇ ਆ ਜਾਓ ਜਿਸ ਤੁਹਾਡਾ ਨਾਮ ਹੈਗਾ, ਠੀਕ ਹੈ। ਤੇ ਮਾਸਟਰ ਹੋਵੇ ਇੱਕ ਦਿਨ ਦਾ ਹੀ ਤੇ ਅਸੀਂ ਜਿਹੜਾ ਉੱਥੇ ਮਹੀਨਾ ਸਿਰ ਬਣਾਈ ਜਾਈਏ, ਏਦਾਂ ਨਹੀਂ ਹੋ ਸਕਦਾ ਹੈ। ਔਰ ਤੁਸੀਂ ਜਿਹੜਾ ਇਹ ਆਪਦਾ ਸਮਝ ਬਣਾ ਲਈਏ ਅਸੀਂ ਕਿ ਅਸੀਂ ਇਹ ਚੈੱਕ ਕਰਨਾ ਕਿੱਦਾਂ ਕਰਨਾ। ਸਾਡੇ ਸਭ ਦੇ ਘਰੇ ਸਾਡੇ ਬੱਚੇ ਪੜ੍ਹੇ ਲਿਖੇ ਆ, ਜੇ ਅਸੀਂ ਨਹੀਂ ਪੜ੍ਹੇ ਲਿਖੇ ਤਾਂ ਜਿਵੇਂ ਗੁਰਸੇਵਕ ਵੀਰ ਜੀ ਨੇ, ਇਹਨਾਂ ਵਾਂਗੂ ਹੋਰ ਵੀ ਸਾਰੇ ਨੌਜਵਾਨ ਨੇ, ਤੁਸੀਂ ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਲਗਾ ਸਕਦੇ ਹੋ ਕਿ ਸਾਡਾ ਮਾਸਟਰ ਚੈੱਕ ਕੀਤਾ ਜਾਵੇ, ਠੀਕ ਹੈ। ਤਾਂ ਜਿਹਦੇ ਨਾਲ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਉਹਨਾਂ ਦੀ ਲੁੱਟ ਖਸੁੱਟ ਨਾ ਹੋਵੇ। ਤਾਂ ਇਹ ਵੀਰ ਜੀ ਮੈਨੂੰ ਵਾਰੀ ਵਾਰੀ ਇਹੀ ਕਹਿ ਰਹੇ ਸੀਗੇ ਕਿ ਮੈਂ ਉਹਨਾਂ ਨੂੰ ਇਹੀ ਕਹਿ ਰਹੀ ਸੀ ਵੀ ਮਾਸਟਰ ਨਹੀਂ ਨਿਕਲੇ ਹੋਣੇ ਤਾਂ ਤੁਹਾਡੇ ਪੈਸੇ ਜਿਹੜੇ ਆ ਤੁਹਾਡੇ ਖਾਤੇ 'ਚ ਨਹੀਂ ਆ ਰਹੇ। ਪਰ ਇਹਨਾਂ ਕੋਲੇ ਜਿਹੜਾ ਰਿਕਾਰਡ ਆ ਤਕਰੀਬਨ ਆਹ ਕਿਹੜੇ ਸਾਲ ਦਾ ਨਾ 19 ਦਾ ਹੈ। 19 ਦੇ ਵਿੱਚ ਤੁਹਾਡੇ ਪਿੰਡ ਦੇ ਮਾਸਟਰ ਨਿਕਲੇ ਨੇ। ਮੈਂ ਤੁਹਾਨੂੰ ਕੰਮ ਦੇ ਨਾਮ ਵੀ ਲੈ ਕੇ ਦੱਸੂਗੀ ਵੀ ਕਿਹੜੇ ਕਿਹੜੇ ਕੰਮ ਦੇ। 20 ਦੇ ਵਿੱਚ ਵੀ ਮਾਸਟਰ ਨਿਕਲੇ ਨੇ ਥੱਲੇ ਰੱਖ ਹਾਂਜੀ, ਤੇ 21 ਦੇ ਮਾਰਚ ਤੱਕ 22 ਆ ਗਿਆ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਮਾਸਟਰ ਦਾ ਹੀ ਨਾਮ ਬੋਲ ਕੇ ਦੱਸ ਦੂੰਗੀ। ਆਪਾਂ ਜ਼ਿਆਦਾ ਸ਼ੋਰ ਨਹੀਂ ਕਰਨਾ, ਰੌਲਾ ਨਹੀਂ ਪਾਉਣਾ ਵੀ ਮੇਰਾ ਨਾਂ ਨਹੀਂ ਮੇਰਾ ਨਾਂ ਨਹੀਂ। ਤੇ ਇੱਕ ਜੇ ਕਿਸੇ ਹੋਰ ਬੰਦੇ ਦਾ ਵੀ ਆ ਤਾਂ ਤੁਸੀਂ ਚੁੱਪ ਕਰਕੇ ਆਪਣੇ ਆਪ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਜਿਹੜਾ ਤੁਹਾਡੇ ਪਿੰਡ ਦਾ ਨਾਮ ਹੋਵੇ, ਉਹਦੇ ਤੇ ਰੌਲਾ ਨਹੀਂ ਪਾਉਣਾ। ਤਾਂ ਮੈਂ ਇੱਕ ਮਸਟੋਲਾ ਤੁਹਾਡਾ ਨਿਕਲਿਆ ਹੋਇਆ ਵਾ, ਤੁਸੀਂ ਕੰਮ ਕੀਤਾ ਆ 12ਵੇਂ ਮਹੀਨੇ 'ਚ 19 ਦੇ ਵਿੱਚ। 19 ਮਤਲਬ ਕਿ 20 ਵੀ ਲੰਘ ਗਿਆ, 21 ਵੀ ਲੰਘ ਗਿਆ। ਜਿਹੜਾ ਪਹਿਲਾ ਲਾਕਡਾਊਨ ਸੀ ਉਦੋਂ ਪਹਿਲਾਂ ਉਹ ਸੀ 2000 ਤਕਰੀਬਨ 2 ਸਾਲ ਹੋ ਗਏ ਆ। ਇਹ ਮਾਸਟਰ ਨਿਕਲਿਆ ਤੁਹਾਡਾ ਕੰਸਟਰਕਸ਼ਨ ਆਫ ਸ਼ਮਸ਼ਾਨ ਘਾਟ ਸ਼ੈੱਡ। ਤੁਹਾਡੇ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸ਼ੈੱਡ ਬਣਿਆ? ਹਾਂਜੀ ਬਣਿਆ। ਤੁਸੀਂ ਉੱਥੇ ਕੰਮ ਕੀਤਾ? ਹਾਂਜੀ 4 ਮਹੀਨੇ ਕੀਤੇ ਆ। ਹੁਣ ਮੈਂ ਇਹਦੇ ਵਿੱਚ ਇਹਦਾ ਮਾਸਟਰ ਨਿਕਲਿਆ ਹੋਇਆ ਤੇ ਮੈਂ ਤੁਹਾਨੂੰ ਇਹਦੇ ਚ ਨਾਮ ਪੜ੍ਹ ਕੇ ਦੱਸਣ ਲੱਗੀ ਵੀ ਇਹ ਕਿੰਨੇ ਜਾਣਿਆਂ ਦਾ। 20 ਬੰਦੇ ਇਹਦੇ ਚ ਨੇ, 11 ਇਹਦੇ ਚ ਨੇ, 12 ਇੱਕ ਮਾਸਟਰ ਚ ਨੇ। ਤਕਰੀਬਨ ਕਿੰਨੇ ਬੰਦੇ ਹੋ ਗਏ? 50 ਬੰਦੇ ਨਹੀਂ ਜੀ 12 ਬੰਦੇ ਸਾਰੇ ਵਿੱਚ ਕਰਦੇ। ਅੱਛਾ, ਇਸੇ ਗੱਲ ਤੇ ਹੁਣ ਆਉਣ ਲੱਗੀ। ਤੁਸੀਂ ਕਿੰਨੇ ਜਾਣੇ ਸੀ ਉੱਥੇ? ਅਸੀਂ 4 ਜਾਣੇ ਸੀ ਸ਼ਮਸ਼ਾਨ ਘਾਟ 'ਚ। ਤੁਸੀਂ ਸਿਰਫ 4 ਜਾਣੇ ਸੀ? ਕਿੰਨਾ ਚਿਰ ਕੰਮ ਕੀਤਾ ਤੁਸੀਂ ਉੱਥੇ? ਉੱਥੇ ਅਸੀਂ ਨਹੀਂ ਸਾਰੇ ਕਮਰੇ ਬਣਵਾਏ ਆ। ਹਾਂਜੀ, ਸਾਰੇ ਜਿਹੜੇ ਬੋਰਡ ਬਾਹਰ ਸੀ ਉਹਨਾਂ ਨੇ 4 ਦੀਵਾਰੀਆਂ ਮਿਲੀਆਂ। ਲੋਕਡਾਊਨ ਲਾਈ ਹੈ। ਹਾਂ ਜੀ, ਉਤਲੀਆਂ ਜਿਹੜੀਆਂ ਛੱਤਾਂ ਸੀ ਉਹ ਸਾਰੀਆਂ ਉਹ ਘਰ ਦੇ 2 ਬੰਦੇ। ਅੱਛਾ ਜੀ, ਨਹੀਂ ਘਰ ਦੇ ਫਿਰ ਬਾਪੂ ਜੀ ਕਹਿੰਦੇ ਸੀ 4 ਜਾਣੇ ਸੀਗੇ। 4 ਜਣ, 2 ਤਾਂ ਮੇਰੇ ਬੰਦੇ ਸੀ। ਇੱਕ ਤਾਂ ਮੇਰਾ ਮੁੰਡਾ ਸੀ ਆ ਜੀ, ਹਾਂਜੀ ਇੱਕ ਮੈਂ ਸੀ। ਹਾਂਜੀ, 2 ਬੰਦੇ ਸਾਡੇ ਉਹ ਥਾਪਰ ਸਾਨੂੰ ਬਦਲ ਕੇ ਚਲਾਉਂਦੇ ਸੀਗੇ। ਬਦਲ ਕੇ ਲਾਉਂਦੇ ਸੀ। ਹਾਂ ਜੀ। ਤੇ ਕਿੰਨੇ ਦਿਨ ਤੁਹਾਡੇ ਤੋਂ ਕੰਮ ਕਰਾਇਆ ਜਾਂਦਾ ਸੀਗਾ? ਸਾਡੇ ਅਸੀਂ ਤਾਂ ਦੋਵੇਂ ਲਗਾਤਾਰ ਹੀ ਲੱਗੇ ਰਹੇ ਨਾ। ਹਾਂਜੀ 4 ਮਹੀਨੇ ਲਾਏ ਸਾਡੇ ਬੰਦੇ ਨੇ ਇੱਧਰ ਲਿਆ। ਸਾਡੇ ਵੀ ਮਹੀਨਾ ਲਾਇਆ ਜੀ ਉਹਨਾਂ ਨੇ। ਅੱਛਾ, ਮਹੀਨਾ ਲਾਇਆ। ਤਾਂ ਇਹਦੇ ਵਿੱਚ ਮੈਂ ਨਾਮ ਬੋਲ ਕੇ ਦੱਸਣ ਲੱਗੀ ਆ। ਮੇਰੀ ਸਪੀਡ ਬਹੁਤ ਆ, ਤੁਸੀਂ ਬਸ ਧਿਆਨ ਰੱਖਿਓ। ਇਹ ਵਿੱਚ ਹੈਗਾ ਕਸ਼ਮੀਰ ਸਿੰਘ ਆ, ਮੱਲੋ ਬਾਈ ਆ, ਦਲਵੀਰ ਆ, ਗੁਰੂ ਆ, ਜੈਤੋ ਬੀਬੀ ਆ, ਪ੍ਰਕਾਸ਼ ਸਿੰਘ ਆ, ਰਾਣੀ ਆ, ਗੁਰਮੁਖ ਸਿੰਘ ਆ, ਸਿਮਰਨਜੀਤ ਕੌਰ ਆ, ਆਸ਼ਾ ਰਾਣੀ ਆ। ਇਹ ਗੁਰੂ ਅਰਸਾ ਹੈ। ਇੱਕ ਲੇਵਲ ਨੂੰ ਸਾਈਡ ਲਾ ਕੇ ਕਰੋ ਪੜਾ ਕੇ ਜੀ ਪੈਸੇ। ਅੱਛਾ, ਅੱਛਾ ਗੁਰੂ ਅਰਸਾ ਦੇ ਬੰਦੇ ਆ। ਠੀਕ ਆ, ਚੱਲ ਮੈਂ ਨਾਂ ਤਾਂ ਬੋਲੇ ਨਾ, ਮਤਲਬ ਕਿ ਕੰਮ ਤੁਸੀਂ ਕੀਤਾ ਔਰ ਜਿਹੜੇ ਨਾਮ ਸੀ ਪੈਸੇ ਸੀਗੇ ਉਹ ਗੁਰੂ ਅਰਸਾ ਦੇ ਬੰਦੇ ਲਾ ਕੇ ਉਹਨਾਂ ਦੇ ਖਾਤੇ ਪੈਸੇ ਪਾਏ। ਅੱਛਾ, ਕੋਈ ਗੱਲ ਨਹੀਂ, ਮੈਂ ਅੱਗੇ ਵੀ ਦੱਸਦੀ ਆ। ਸਭ ਤੋਂ ਵੱਡੀ ਗੱਲ ਤਾਂ ਉਹਨਾਂ ਦੀ ਇੱਕ ਮਿੰਟ ਇਹ ਵੀ ਸਾਡੇ ਨਾਲ ਹੀ ਲੱਗੇ ਕੰਮ ਇਹ ਵੀ ਇੱਕ ਚੋਰੀ ਆ। ਗੱਲ ਸੁਣੋ ਸਾਰੇ ਜਣੇ। ਚੋਰੀ ਦਾ ਤੁਹਾਨੂੰ ਮੈਂ ਦੱਸ ਦਿੰਦੀ ਆ ਇਹ ਚੋਰੀ ਕਿੱਦਾਂ ਹੋਈ, ਕਿਉਂਕਿ ਗੁਰੂ ਅਰਸਾ ਪੰਚਾਇਤ ਨਹੀਂ ਹੈ ਬਾਈ ਰੌਲਾ ਕਮੇਟੀ ਬਣੀ ਹੋਈ ਆ। ਉੱਥੇ ਮਿਊਨਿਸਪਲ ਕਮੇਟੀ ਬਣੀ। ਕਿਉਂ ਵੀਰ ਜੀ?
ਕਮੇਟੀ ਬਣੀ ਹੋਈ ਨਾ, ਔਰ ਨਰੇਗਾ ਜਿਹੜੀ ਉਹ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਵਾਸਤੇ ਉਹ ਪਿੰਡਾਂ ਵਾਸਤੇ ਬਣੀ ਹੋਈ ਹੈ। ਮੈਂ ਵੀ ਸ਼ਹਿਰ ਤੋਂ, ਮੇਰੇ ਸ਼ਹਿਰ 'ਚ ਵੀ ਨਰੇਗਾ ਨਹੀਂ ਚੱਲਦੀ, ਤਾਂ ਇਹ ਵੀ ਇੱਕ ਬਹੁਤ ਵੱਡੀ ਚੋਰੀ ਕੀਤੀ ਹੈ ਪ੍ਰਸ਼ਾਸਨ ਨੇ ਮਿਲੀ ਭੁਗਤ ਨਾਲ। ਜਿਹੜੇ ਜੌਬ ਕਾਰਡ ਉੱਥੋਂ ਦੇ ਨਹੀਂ ਬਣਦੇ ਸੀ ਉਹ ਬਣਾਏ ਨੇ। ਇੱਕ ਮਿੰਟ ਵੀਰ ਜੀ ਚੁੱਪ ਕਰ ਦਿਓ। ਤਾਂ ਹੁਣ ਅੱਗੇ ਆ ਸੋਨਗੜ੍ਹ ਦਾ ਹੁਣ ਆਇਆ ਮਸਟਾਲ ਕੰਸਟਰਕਸ਼ਨ ਜਿਹੜਾ ਹੈ ਸ਼ਮਸ਼ਾਨ ਘਾਟ ਸ਼ੈੱਡ, ਇਹਦੇ ਵਿੱਚ ਤੁਹਾਡੇ ਪਿੰਡ ਦੇ ਨਾਮ ਹੈਗੇ ਨੇ। ਇਹਦੇ ਵਿੱਚ ਵੀ ਇੱਕ ਬੰਦਾ ਪਾਇਆ ਪਿਆ ਬਸਤੀ ਨਰੈਣ ਵਾਲੀ, ਠੀਕ ਹੈ। ਦੂਜੀ ਗੱਲ ਰੱਤੇਵਾਲਾ, ਹਾਂਜੀ, ਇਹਦੇ ਚ ਹੈਗਾ ਇੱਕ ਸਲਵਿੰਦਰ ਸਿੰਘ ਆ, ਉਹਦਾ ਹੈ ਯਾਤਰਾ ਦੇ ਉਹਦੇ ਪੈਸੇ ਪਾਏ ਆ। ਸਲਵਿੰਦਰ ਸਿੰਘ ਜੀ ਬੋਲਣਾ ਨਹੀਂ ਕਿਸੇ ਦੇ, ਚੁੱਪ ਹੋ ਫਿਰ ਗੁਰੂ ਹਰਸਾਏ ਤੋਂ ਆ ਗਿਆ ਕੁਲਦੀਪ ਸਿੰਘ ਆ, ਬਸਤੀ ਨਰੈਣ ਸਿੰਘ ਦਾ। ਫਿਰ ਇਹ ਸਾਰੇ ਤਕਰੀਬਨ ਰੱਤੇਵਾਲੇ ਦੇ ਤੇ ਗੁਰੂ ਹਰਸਾਏ ਦੇ ਲੋਕ ਪਾਏ ਹੋਏ, ਇਹ ਦੂਜੇ ਮਸਟਾਲ ਦੇ ਵਿੱਚ। ਫਿਰ ਰੱਤੇਗੜ੍ਹ ਦੇ ਜਿਹੜੇ ਮੈਂ ਤੁਹਾਨੂੰ 4-5 ਮਸਟਾਲ ਦੱਸੇ ਨੇ ਆ। ਫਿਰ ਜਿਹੜਾ ਕੰਸਟਰਕਸ਼ਨ ਆਫ ਸ਼ਮਸ਼ਾਨ ਘਾਟ ਤੁਸੀਂ ਕੀਤਾ, ਉਹਦੇ ਚ ਵੀ ਰੱਤੇ ਵਾਲੇ ਦੇ ਬੰਦੇ ਨੇ ਇਸ ਮਸਟਾਲ ਦੇ ਵਿੱਚ। ਰੱਤੇ ਵਾਲਾ ਇਹ ਬੇਟੀ ਹੈ ਨਾ? ਹਾਂਜੀ, ਰੱਤੇ ਵਾਲਾ ਰੱਤੇ ਵਾਲਾ ਹੈ। ਸੋਨਗੜ੍ਹ ਰੱਤੇ ਵਾਲਾ ਅੱਛਾ, ਰੱਤੇ ਵਾਲਾ ਸੋਨਗੜ੍ਹ। ਇਹਦੇ ਵਿੱਚ ਚਰਨਜੀਤ ਕੌਰ ਆ, ਰੱਤੇ ਵਾਲਾ। ਜਦੋਂ ਮੈਨੂੰ ਥੋੜਾ ਮਿਸਟੇਕ ਹੋ ਗਈ ਤੁਹਾਡਾ ਪਿੰਡ ਸਮਝਣ ਚ। ਜਸਪਾਲ ਸਿੰਘ ਆ, ਬਲਕਾਰ ਸਿੰਘ ਆ, ਚੰਡੀ ਰਾਮ ਆ, ਸੁਨੀਤਾ ਰਾਣੀ ਆ, ਰਾਜਪਾਲ ਆ, ਹਰਬੰਸ ਸਿੰਘ ਆ, ਸੂਬਾ ਸਿੰਘ ਆ, ਮਨਜੀਤ ਕੌਰ ਆ, ਸ਼ਿੰਦਰ ਕੌਰ ਆ, ਔਰ ਤੁਲਸੀ ਆ, ਤੁਲਸੀ ਦੇਵੀ ਆ। ਤੁਹਾਡੇ ਕਿਸੇ ਨਾਮ ਹੈਗੇ ਨਾ ਵਿੱਚੋਂ? ਜੀ ਬਿਲਕੁਲ ਦੋ ਜਣੇ ਦੇ ਨਾਮ ਆ। ਬਾਕੀ ਕਿਸੇ ਨੇ ਕੰਮ ਨਹੀਂ ਕੀਤਾ। ਮੈਂ ਦੱਸਦੀ ਆ, ਤੁਸੀਂ ਸਮਝ ਗਏ ਵੀ 2 ਜਣੇ ਦੇ ਨਾਮ ਆ ਜਿਨ੍ਹਾਂ ਨੇ ਕੰਮ ਕੀਤਾ, ਔਰ 6 ਬੰਦੇ ਦੇ ਵਿੱਚ ਉਹ ਨੇ ਜਿਹੜੇ ਘਰੇ ਨਹੀਂ ਕੀਤਾ। ਤਾਂ ਤੁਹਾਨੂੰ 2 ਜਣਾਂ ਦੇ ਪੈਸੇ ਮਿਲ ਗਏ ਸੀਗੇ ਨਾ ਜੀ। ਅੱਛਾ, ਕੀ ਨਾਮ ਸੀ ਤੁਹਾਡਾ? ਮਨਜੀਤ ਕੌਰ। ਮਨਜੀਤ ਕੌਰ 263 ਨੰਬਰ 1446 ਰੁਪਏ ਨੇ ਪੰਜਾਬ ਗ੍ਰਾਮੀਣ ਬੈਂਕ ਹੈ ਤੁਹਾਡੀ। ਹਾਂਜੀ, ਔਰ 28/1/20 ਨੂੰ ਪਹਿਲੇ ਲਾਕਡਾਊਨ ਤੋਂ ਪਹਿਲਾਂ ਪੇਮੈਂਟ ਹੋ ਚੁੱਕੀ ਹੈ। ਨਹੀਂ ਹੋਈ। ਨਹੀਂ ਹੋਈ, ਮਿਲੇ ਨਹੀਂ ਤੁਹਾਨੂੰ। ਅੱਛਾ, ਉਸ ਤੋਂ ਅੱਗੇ ਆਪਾਂ ਆ ਜਾਂਦੇ ਫਿਰ ਇਸੇ ਕੰਮ ਦਾ ਹੀ ਮਸਟਾਲ ਆ ਕੰਸਟਰਕਸ਼ਨ ਆਫ ਸ਼ਮਸ਼ਾਨ ਘਾਟ ਸ਼ੈੱਡ। ਇਹਦੇ ਵਿੱਚ ਵੀ 9 ਬੰਦੇ ਨੇ। ਇਹਦੇ ਵਿੱਚ ਆ ਹੁਣ ਆ ਗਿਆ ਵੀ ਅਦਰ ਕੌਣ ਨੇ? ਅਦਰ ਉਹ ਜਿਹੜੇ ਘਰਾਂ ਤੁਲਸੀ ਦੇਵੀ ਆ, ਹਰਬੰਸ ਸਿੰਘ ਆ, ਸੁਨੀਤਾ ਰਾਣੀ ਆ, ਚੰਡੀ ਰਾਮ ਆ ਜਿਹੜੇ ਪਹਿਲਾਂ ਸੀਗੇ, ਔਰ ਚਰਨਜੀਤ ਕੌਰ ਆ, ਬਲਕਾਰ ਸਿੰਘ ਆ, ਮਨਜੀਤ ਕੌਰ ਆ। ਇਹਨਾਂ ਵਿੱਚ ਮਿਲੇ ਤੁਹਾਨੂੰ ਪੈਸੇ? ਇਹਦਾ ਨਾ ਹੀ ਨਹੀਂ ਸਾਡੇ ਜਿਹੜੇ ਬੰਦੇ ਨਾ ਹੀ ਹੈ ਨਹੀਂ। ਗੁਰਦੀਪ ਸਿੰਘ ਗੰਜੀ ਇਹ 9 ਦਿਨਾਂ ਦਾ ਮਸਟਾਲ ਸੀ ਤੁਹਾਡਾ। ਨਹੀਂ ਮਿਲੇ ਪੈਸੇ ਨਾ ਸਾਡੇ ਪਾਈ ਦੇ ਪੈਸੇ ਸੈਗਮੈਂਟ ਹੀ ਸਾਈਡ ਵਾਲੇ ਕੰਮ ਹੀ ਨਹੀਂ ਕਰਦਾ ਲੱਗਦਾ ਯਾਰ। ਸਾਰੀ ਇਸੇ ਕੰਮ ਦੇ ਵਿੱਚ ਬਚ ਜਾਂਦੀ ਆ, ਹਰ ਵਾਰੀ ਕਰਦੇ ਨਹੀਂ ਆਪਣੇ ਨਾਲ, ਸਾਰੀ ਕਣਕ ਤੋਂ ਬਚ ਜਾਂਦੀ ਹੈ ਇਹਨਾਂ ਨੂੰ। ਤਾਂ ਇਹ ਆਪਣੀ ਕਮੀ ਆ। ਮੈਂ ਹੁਣ ਕੱਲ ਡੀਪੂ ਹੋਲਡਰ ਨੂੰ ਫੋਨ ਲਾਇਆ, ਡੀਪੂ ਹੋਲਡਰ ਨੂੰ ਮੈਂ ਫੋਨ ਲਾਇਆ, ਉਹਦੇ ਘਰੇ ਦਾ ਟੈਂਕੀ ਲਾਇਆ। ਮੈਂ ਪੂਰਾ ਝੜਕਿਆ ਵੀ ਮੈਂ ਕਿਹਾ ਗੱਲ ਕੀ। ਹਰਵੀਰ ਸਿੰਘ ਨੇ ਫੋਨ ਲਾਇਆ ਵੀ ਗੱਲ ਕੀ। ਤੇ ਸਰਪੰਚ ਨੂੰ ਪੁੱਛੋ ਜਾ ਕੇ, ਕਦੇ ਉਹਨੇ ਵੀ ਫੋਨ ਲਾਇਆ। ਉਹਨੇ ਲਾਇਆ ਕਦੇ ਫੋਨ ਕਿ ਮੇਰੇ ਪਿੰਡ ਦੇ ਮਸਲੇ ਕੀ ਆ? ਇਹ ਭੈਣ ਜੀ ਬੋਲ ਰਹੇ ਆ, ਇੱਥੇ ਮੰਗਾ ਜੀ ਆਏ ਹੈਗੇ ਸਾਡੇ, ਇਹ ਬੋਲਣਗੇ ਬਾਈ ਜੀ ਉਹਨੇ ਬੋਲਣ। ਉਸ ਤੋਂ ਬਾਅਦ ਮੈਂ ਦੱਸਦਾ ਤੁਹਾਨੂੰ ਆਪਣੇ ਪਿੰਡ ਦੇ ਘਪਲੇ ਕੀ ਹੋਏ ਆ, ਤੁਹਾਨੂੰ ਤਾਂ ਪਤਾ ਹੀ ਨਹੀਂਗਾ। 82 ਲੱਖ ਰੁਪਏ ਦਾ ਘਪਲਾ, 82 ਲੱਖ ਦਾ। ਆ ਮੇਰੇ ਕੋਲ ਕਾਗਜ਼ ਆ, ਮੇਰੇ ਕੋਲ ਕਾਗਜ਼ ਆ, ਮੈਂ ਨਹੀਂ ਬੋਲਦਾ, ਕਾਗਜ਼ ਬੋਲਣਗੇ ਤੁਹਾਡੇ ਸਾਹਮਣੇ। ਨਕਲਾਂ ਕਰਾ ਕੇ ਲੈ ਜਾਓ। ਜੇ ਕੋਈ ਝੂਠਾ ਸਾਬਤ ਕਰਦਾ ਮੈਂ ਪਿੰਡ ਛੱਡ ਦੂੰਗਾ। ਕੋਈ ਬੰਦਾ ਝੂਠਾ ਸਾਬਤ, ਮੈਂ ਨਹੀਂ ਬੋਲਦਾ, ਇਹ ਕਾਗਜ਼ ਬੋਲਦੇ ਆ। ਤੁਹਾਡੇ ਕਮਰੇ ਵੀ ਆਏ ਆ, ਤੁਹਾਡੀਆਂ ਫਰਸ਼ਾਂ ਵੀ ਆਈਆਂ। ਉਹਨੂੰ ਮਿਲਿਆ ਕੁਛ? ਇਹ ਤੁਹਾਨੂੰ ਮੈਂ ਬਾਅਦ ਚ ਦੱਸਦਾ। ਕਟਾ ਕੇ ਨਕਾਤੇ ਸੀ। ਹਾਂ, ਇਹ ਤੁਹਾਨੂੰ ਮੈਂ ਦੱਸਦਾ ਬਾਅਦ ਚ। ਬਹਿ ਜਾਓ, ਤੁਸੀਂ ਚੁੱਪ ਦਾ ਦਾਨ ਬਖਸ਼ੋ ਮਾੜਾ। ਚੁੱਪ ਦਾ ਦਾਨ ਬਖਸ਼ੋ, ਸੁਣੋ ਤੁਸੀਂ ਸਾਰਾ ਕੁਝ ਦੱਸਦੇ ਆ ਕਿ ਮੈਂ ਕੱਟ ਕੀਤਾ, ਸਭ ਕੁਝ ਤੁਹਾਨੂੰ ਦੱਸਾਂਗਾ। ਮੈਂ ਮੈਂਬਰ ਪੰਚਾਇਤ ਸੀਗਾ, ਮੈਂ ਮੇਰੀ ਕਿਤੇ ਮੋਹਰ ਨਹੀਂ ਲੱਗੀ, ਮੈਂ ਅੱਕ ਕੇ ਬੋਲਿਆ। ਆ ਤੁਸੀਂ ਚੁੱਪ ਕਰਦੇ, ਤੁਹਾਨੂੰ ਦੱਸਦਾ ਮੈਂ 10 ਮਿੰਟ ਰੁਕ। ਅੱਛਾ, ਵੀਰ ਜੀ ਨੇ ਦੱਸਿਆ ਵੀ ਕਿੰਨਾ ਤੁਹਾਡੇ ਪਿੰਡ ਕਪੜਾ ਹੋਇਆ। ਉਹਨਾਂ ਕੋਲੇ ਆਉਂਦਾ ਰਿਕਾਰਡ ਆ। ਮੈਨੂੰ ਉਹ ਫੋਨ ਤੇ ਦੱਸ ਰਿਹਾ ਸੀ। ਮੈਨੂੰ ਵੀ ਥੋੜਾ ਸ਼ੌਕ ਲੱਗਿਆ ਵੀ ਨਹੀਂ, ਏਦਾਂ ਨਹੀਂ ਹੋ ਸਕਦਾ ਕਿ ਇੰਨਾ ਜਿਹੜਾ ਸਰਪੰਚ ਹੈ ਏਦਾਂ ਕਿਵੇਂ ਕਰ ਸਕਦੇ ਆ। ਪਰ ਉਹਦੇ ਵਿੱਚ ਕੀ ਕਾਰਨ ਹੋਇਆ? ਕਿਉਂਕਿ ਅਸੀਂ ਕਦੀ ਇਸ ਚੀਜ਼ ਤੇ ਰੌਲਾ ਹੀ ਨਹੀਂ ਪਾਇਆ, ਅਸੀਂ ਕਦੀ ਇਕੱਠੇ ਹੀ ਨਹੀਂ ਹੋਏ, ਅਸੀਂ ਕਦੀ ਸਰਪੰਚ ਦੇ ਦਾੜੇ ਹੀ ਨਹੀਂ ਹੋਏ ਜਾ ਕੇ ਵੀ ਸਾਡਾ ਜਿਹੜਾ ਹੱਕ ਉਹ ਕਿੱਥੇ ਆ। ਨਾ ਅਸੀਂ ਕਦੀ ਰਾਸ਼ਨ ਕਾਰਡ ਦੇ ਸੰਬੰਧ ਜਾ ਕੇ ਸਰਪੰਚ ਨਾਲ ਗੱਲ ਕੀਤੀ, ਨਾ ਅਸੀਂ ਕਦੀ ਨਰੇਗਾ ਦੇ ਸੰਬੰਧ ਗੱਲ ਕੀਤੀ। ਤਾਂ ਉਹਨਾਂ ਨੂੰ ਇਹ ਸੀ ਵੀ ਇਹ ਲੋਕ ਸੁੱਤੇ ਹੋਏ ਨੇ। ਮੈਂ ਗੱਲ ਕਰਦੇ ਸੀ, ਅਸੀਂ 20 ਜਣੇ ਕੰਮ ਕਰਦੇ ਸੀ ਨਰੇਗਾ ਦਾ।
ਤੇ ਮੈਂ ਕੋਈ ਆਇਆ ਉੱਤੋਂ ਦੀ ਆਪਣੇ ਤੁਸੀਂ ਆ ਕੇ ਤੂੰ ਮੰਡੀ ਵਾਲੇ ਦਾ ਹੋਊਗੀ ਤੇ ਮੈਂ ਕਹਿੰਦਾ ਉਹ ਆਣਾ ਨਾ ਵੀ ਬੀਬੀ ਤੁਹਾਡੇ ਕੀ ਪੰਚਾਇਤ ਤੁਹਾਨੂੰ ਸਹਾਇਤਾ ਕਰਦੀ ਆ। ਮੈਂ ਕਿਹਾ ਵੀ ਸਾਡੀ ਪੰਚਾਇਤ ਪਿੰਡ ਦਾ ਕੋਈ ਫਾਇਦਾ ਨਹੀਂ, ਸਹਾਇਤਾ ਕੋਈ ਨਹੀਂ ਕਰਦੀ। 20 ਬੰਦੇ ਮੇਰੇ ਨਾਲ ਨਰੇਗਾ ਦਾ ਕੰਮ ਕਰੀਦਾ 20 ਬੰਦੇ ਤੋਂ ਜਿਹੜੀ ਕੋਈ ਗ੍ਰਾਮ ਸੇਵਕ ਸੀ ਨੰਬਰ ਨੇ ਉਹਨੇ ਕੱਚ ਚਲਾ ਲਿਆ ਫੋਨ ਰਿਕਾਰਡ ਕਰਕੇ ਤੇ ਸਰਪੰਚ ਨੂੰ ਸੁਣਾਈ ਗਈ ਵੀ ਉਹ ਆਏ ਆਖੀ ਜਾਂਦੀ ਆ। ਉਹਨੇ ਸੁਣੀਆਂ ਗੱਲਾਂ ਸਾਰੀਆਂ ਸੁਣ ਲਗਾ, ਮੈਨੂੰ ਆ ਕੇ ਉਹਨੇ ਦਾਪਾ ਮਾਰਿਆ ਅਗੇ ਹੁਣ ਤੂੰ ਆ ਗੱਲਾਂ ਬਹੁਤ ਕਰਨਾ ਆਗੇ ਸੋਚੀ ਨਾ। ਮੈਂ ਕਿਹਾ ਸਰਪੰਚ ਸਾਹਿਬ ਆਹ ਕੰਮ ਮੈਂ ਕੀਤੀ ਆ ਵੀ ਅਸੀਂ ਕੰਮ ਕਰੀ ਜਾਂਦੇ ਹੁਣ ਇਹ ਪੁੱਛਿਆ ਵੀ ਤੁਹਾਨੂੰ ਸਹਾਇਤਾ ਕਰਦੀ ਆ। ਮੈਂ ਕਿਹਾ ਸਹਾਇਤਾ ਕੋਈ ਨਹੀਂ ਗਰੀਬਾਂ ਦੀ ਕਰਦੀ, ਅਜੇ ਕੰਮ ਕਰੀ ਜਾਂਦੇ ਪੈਸਾ ਸਾਡਾ ਕੋਈ ਨਹੀਂ ਪਾਇਆ। ਮੈਨੂੰ ਆਦਾ ਨਾ ਘਰੇ ਸਾਡੇ ਘਰੇ ਆ, ਮੈਂ ਘਰੇ ਜਾ ਕੇ ਉਹਨੇ ਮੈਨੂੰ ਘਰੇ ਸੱਦ ਲਿਆ, ਉਹਨੇ ਮੈਨੂੰ ਘਰੇ ਸੱਦ ਲਿਆ। ਮੈਨੂੰ ਆਦਾ ਵੀ ਤੂੰ ਇੰਨੀਆਂ ਗੱਲਾਂ ਕੀਤੀਆਂ ਫੌਜੀ ਨਾਲ ਫਿਰ ਫੌਜੀ ਕੀ ਕਰੂਗਾ ਕੀ ਸੋਨੂੰ ਦਵਾ ਦਿੱਤਾ। ਮੈਂ ਕਿਹਾ ਵੀ ਤਾਂ ਕੋਈ ਸਰਪੰਚ ਸਾਹਿਬ ਨਾ ਕੁਛ ਦਵਾਊਗਾ। ਆਂਦਾ ਮੈਂ ਜਿੱਥੋਂ ਤੱਕ ਭੱਜਿਆ ਜਾਂਦਾ ਤੂੰ ਭੱਜ ਲਈ, ਜਿੱਥੋਂ ਤੱਕ ਮੈਨੂੰ ਭੱਜਿਆ ਮੈਂ ਭੱਜ ਲਈ। ਆਂਦਾ ਮੈਂ ਦਰਖਾਸਤ ਦਿੰਦਾ। ਮੈਂ ਕਿਹਾ ਜਾ ਦਰਖਾਸਤ ਦੇ ਦੇ ਤਾਂ ਕੋਈ ਨਹੀਂ, ਅਸੀਂ 6 ਮਹੀਨੇ ਥਾਣੇ 'ਚ ਬਹਿ ਜਾਵਾਂਗੇ। ਮੈਨੂੰ ਆਹ ਸਰਪੰਚ ਨੇ ਸੱਦ ਕੇ 20 ਬੰਦੇ ਮੇਰੇ ਨਾਲ ਕੰਮ ਕਰਦੇ, ਉਹਨਾਂ ਨੇ ਇਹ ਗੱਲ ਆਖੀ ਵੀ ਇਹ ਬੜੀ ਇਹਨੂੰ ਸੱਦਿਆ ਤੇ ਕੱਲ ਨੂੰ ਸਾਨੂੰ ਸੱਦੇਗਾ। ਦੇਖੋ ਕਾਹ ਖਾਈ ਨਿਕਲ ਕਿੰਨਾ ਬੁੱਢਾ ਮਾਤਾ ਜੀ ਦੱਸ ਰਹੇ ਆ ਗੱਲ ਸੁਣਦੀਆਂ ਨੇ ਨਾ ਬੋਲੀ ਜਾਂਦੀਆਂ ਬਸ ਆਪਾਂ ਹਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੇਗੇ। ਹਾਂਜੀ ਮੀਟਿੰਗ ਦਾ ਇੱਕ ਨਤੀਜਾ ਹੁੰਦਾ, ਰਿਜ਼ਲਟ ਕੱਢਿਆ ਜਾਂਦਾ ਕਿ ਅਸੀਂ ਕਰਨਾ ਕੀ ਆ। ਜੋ ਕੁਝ ਸਾਡੇ ਨਾਲ ਹੋ ਗਿਆ ਬੀਬੀ ਤੁਸੀਂ ਹੋ ਰਿਹਾ ਚੁੱਪ ਰਹੋ ਬਸ, ਕਿਸੇ ਦੀ ਮੀਟਿੰਗ ਤਾਂ ਜੇ ਅਸੀਂ ਏਦਾਂ ਹੀ ਆਪਸ ਵਿੱਚ ਰੌਲਾ ਪਾਈ ਗਏ ਤੇ ਨਾ ਕੁਛ ਵੀ ਨਹੀਂ ਪੱਕਣਾਗਾ। ਇੱਕ ਚੀਜ਼ ਹੁੰਦੀ ਨਾ ਕੋਈ ਰੱਖ ਦੋ ਤੇ ਅੱਧੇ ਘੰਟੇ ਬਾਅਦ ਦੇਖ ਲਓ ਵੀ ਉੱਥੇ ਵੇਖ ਲਓ ਕੀ ਬਣ ਗਿਆ ਕੀ ਪੱਕ ਗਿਆ। ਇਹ ਤੇ ਕੁਛ ਵੀ ਨਹੀਂ ਬਣਨਾ। ਸ਼ਾਮ ਤੱਕ ਆਪਾਂ ਦੌੜੀ ਦਾ ਢੱਕਣ ਚੱਕ ਦੇਖੀ ਜਾਣਾ ਕੁਛ ਬਣ ਗਿਆ ਤੇ ਬਣ ਗਿਆ ਜਾਂ ਨਹੀਂ ਬਣ ਗਿਆ। ਤਾਂ ਇਸ ਕਰਕੇ ਆਪਾਂ ਕਿਸੇ ਨਤੀਜੇ ਵਾਲੇ ਪਾਸੇ ਆਈਏ ਕਿ ਅਸੀਂ ਅੱਗੇ ਕੀ ਕਰਨਾ ਹੈ। ਤਾਂ ਮੈਂ ਰਾਸ਼ਨ ਕਾਰਡਾਂ ਦੀ ਗੱਲ ਕਰ ਰਹੀ ਸੀ ਵੀ ਇਹਦੇ ਵਾਸਤੇ ਤੁਸੀਂ ਜਿਹੜਾ ਤੁਹਾਨੂੰ ਇੱਕ ਤਾਂ ਫ੍ਰੀ ਵਾਲੀਆਂ ਪਰਚੀਆਂ ਕੱਟੀਆਂ ਗਈਆਂ ਤੁਹਾਡੀਆਂ, ਹਾਂਜੀ ਉਹਨਾਂ ਦੀਆਂ ਤੁਸੀਂ ਕਾਪੀਆਂ ਕਰਾਈਆਂ, ਨਕਲਾਂ ਕਰਾਈਆਂ ਨਹੀਂ ਉਹਨਾਂ ਦਾ ਦਿਸ ਰਿਹਾ ਹੁਣ ਜੋ ਵੀ ਕੁਝ ਹੈਗਾ। ਮਤਲਬ ਕਿ ਪਰਚੀ 10 ਦਿਨ ਪਹਿਲਾਂ ਪੁਰਾਣੀ ਆ ਜਾਂ 1 ਹਫ਼ਤਾ ਪੁਰਾਣੀ ਆ ਜਾਂ ਮਹੀਨਾ ਪਹਿਲਾਂ ਪੁਰਾਣੀ ਆ, ਇੰਨੀ ਇਹਨਾਂ ਨੂੰ ਦੱਸਦਾ ਕੁਝ। ਅੱਛਾ ਚਲੋ ਦੇਖੋ ਉਹਨਾਂ ਪਰ ਜੋ ਪਰਚੀਆਂ ਤੁਹਾਡੇ ਕੋਲ ਆ ਜਿੱਦਾਂ ਦੀਆਂ ਵੀ ਹੈਗੀਆਂ, ਚਾਹੇ ਉਹਨਾਂ ਦੇ ਕੁਝ ਦਿਸਦਾ ਹੈ ਚਾਹੇ ਉਹਨਾਂ ਦਾ ਨਹੀਂ ਦਿਸਦਾ, ਤੁਸੀਂ ਉਹਨਾਂ ਦੀਆਂ ਨਕਲਾਂ ਕਰਾ ਲੈਣੀਆਂ। ਬੀਬੀ ਚੁੱਪ ਕਰੋ। ਨਕਲਾਂ ਕਰਾ ਕੇ ਸਾਰਿਆਂ ਨੇ ਗੁਰਸੇਵਕ ਵੀਰ ਜੀ ਨੂੰ ਜਮ੍ਹਾਂ ਕਰਾ ਦੇਣੀਆਂ। ਇਦਾਂ ਦੀ ਇੱਕ ਫਾਈਲ 'ਚ ਪਾ ਲੈਣਗੇ। ਜਿਵੇਂ ਇਹਨਾਂ ਕੋਲੇ ਪਹਿਲਾਂ ਰਿਕਾਰਡ ਤਕਰੀਬਨ ਟੇਬਲ ਭਰਿਆ ਹੋਇਆ, ਤਾਂ ਆਪਾਂ ਇਹ ਵੀ ਨਾਲ ਦੇ ਨਾਲ ਰਾਸ਼ਨ ਕਾਰਡ ਵਾਲੀ ਵੀ ਗੱਲ ਕਰਾਂਗੇ। ਤਾਂ ਉਹ ਪਰਚੀਆਂ ਦੀਆਂ ਨਕਲਾਂ ਕਰਾ ਕੇ ਉਹ ਵੀ ਅਸੀਂ ਡੀ ਸਾਹਿਬ ਨੂੰ 11 ਤਰੀਕ ਨੂੰ ਦੱਸਾਂਗੇ ਵੀ ਸਾਨੂੰ ਜਿਹੜੀ ਪ੍ਰਧਾਨ ਮੰਤਰੀ ਦੇ ਵੱਲੋਂ ਜਿਹੜੀ ਆ ਸੀਗੀ ਸਕੀਮ ਸੀਗੀ ਨਹੀਂ ਯੋਜਨਾ ਹੈ, ਉਹ ਕੋਈ ਯੋਜਨਾ ਦਾ ਨਾਮ ਹੋਵੇ ਤਾਂ ਮੈਂ ਦੱਸਦੀ। ਹਾਂਜੀ ਨਹੀਂ ਆਵਾਸ ਯੋਜਨਾ ਬਾਰੇ ਮੈਂ ਦੱਸਦੀ ਹਾਂ। ਜਿਹੜੀ ਕਲਿਆਣ ਯੋਜਨਾ ਦੇ ਤਹਿਤ ਸਾਨੂੰ ਜਿਹੜੀ ਕਣਕ ਆ ਉਹ ਨਹੀਂ ਮਿਲੀ, ਇੱਕ ਵਾਰੀ ਵੀ ਨਹੀਂ ਮਿਲੀ ਕਿ ਜਾਂ ਇੱਕ ਵਾਰੀ ਮਿਲੀ ਹੋਈ ਆ। ਤਕਰੀਬਨ ਜੀਰੇ ਮਖੂ ਦੇ ਵਿੱਚ ਸਾਨੂੰ 4 ਵਾਰੀ ਮਿਲ ਚੁੱਕੀ, 4 ਵਾਰਾਂ ਮਿਲ ਗਈ। 4 ਵਾਰੀ ਸਾਡੇ ਜੀਰੇ ਮਖੂ ਫਿਰੋਜ਼ਪੁਰ ਦੇ ਵਿੱਚ ਵੀ ਫਿਰੋਜ਼ਪੁਰ ਤੱਕ ਜਿਹੜੀ ਆ 4 ਵਾਰੀ ਕਣਕ ਜਿਹੜੀ ਮਿਲ ਚੁੱਕੀ ਆ ਲੋਕਾਂ ਕੋਲੇ। ਮਤਲਬ ਕਿ ਵੀ ਭੜੋਲੇ ਭਰੇ ਹੋਏ ਨੇ ਸਮਝ ਲਓ। ਤਾਂ ਉਹੀ ਅਸੀਂ ਇੱਕ ਇਹ ਗੱਲ ਸਮਝ ਆ ਗਈ ਤੁਹਾਨੂੰ। ਹੁਣ ਦੂਜੀ ਗੱਲ ਆ ਗਈ ਵੀ ਜਿਹੜਾ ਸਾਨੂੰ ਨਾਂ ਕੱਟ ਦਿੰਦੇ ਆ ਸਾਡੇ, ਠੀਕ ਹੈ, ਉਹਦੇ ਤੇ ਵੀ ਅਸੀਂ ਗੱਲ ਕਰਾਂਗੇ ਵੀ ਸਾਡੇ ਜਿਹੜੇ ਉਹ ਅਸੀਂ ਸਾਂਝੀ ਗੱਲ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੀ। ਇਹ ਪ੍ਰੋਬਲਮ ਇਕੱਲੇ ਸੋਹਣਗੜ੍ਹ ਪਿੰਡ ਦੀ ਨਹੀਂ ਗੀ, ਉਹ ਸਾਰੇ ਪਿੰਡਾਂ ਦੇ ਵਿੱਚ ਹੀ ਆ ਕਿ ਜਿਹੜਾ ਜੇ 5 ਮੈਂਬਰ ਆ ਤਾਂ 2 ਜਣਿਆਂ ਦਾ ਨਾਮ ਕੱਟ ਦਿੰਦੇ, 3 ਜਣਿਆਂ ਨੂੰ ਪੰਚ ਦਿੰਦੇ। ਤਾਂ ਉਹ ਇੱਕ ਅਸੀਂ ਸਾਂਝਾ ਮੰਗ ਪੱਤਰ ਬਣਾਇਆ ਹੈ, ਉਹਦੇ ਵਿੱਚ ਇੱਕ ਸਾਰੇ ਡਿਪੂ ਹੋਲਡਰਾਂ ਨੂੰ ਜਿਹੜਾ ਡੀ ਸਾਹਿਬ ਇਹਦੇ ਲਈ ਹਦਾਇਤਾਂ ਜਾਰੀ ਕਰ ਦੇਣੀਆਂ। ਤਾਂ ਅੱਗੇ ਆ ਗਈ ਇੱਕ ਡਿਪੂ ਕਣਕ ਦੀ ਇੱਕ ਹੋਰ ਨਵੀਂ ਗੱਲ ਸੀਗੀ ਜਿਹੜੀ ਸਾਨੂੰ ਵੀ ਤਕਰੀਬਨ 10 ਦਿਨ ਤੋਂ ਅਸੀਂ ਪਤਾ ਕੀਤਾ ਵੀ ਜਿਹੜੀ ਕਣਕ ਆ ਉਹ ਕਿੱਦਾਂ ਸਾਰਿਆਂ ਨੂੰ ਕਿਹੜੀ ਸਕੀਮ ਦੇ ਤਹਿਤ ਮਿਲ ਰਹੀ ਹੈ। ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਵਿਧਵਾਵਾਂ ਜਨਾਨੀਆਂ ਵੀ ਹੁੰਦੀਆਂ, ਵਿਧਵਾ ਅੰਗਹੀਣ ਵੀ ਹੁੰਦੇ ਆ, ਠੀਕ ਹੈ। ਤਾਂ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਕਿੱਦਾਂ ਜਾਂ ਕਣਕ ਕਿੰਨੀ ਮਿਲਦੀ ਆ, ਇਹ ਕਦੀ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਵਿਧਵਾ ਜਨਾਨੀ ਨੂੰ ਕਿੰਨੀ ਕਣਕ ਮਿਲਦੀ ਅਸੀਂ ਕਦੀ ਇਹ ਵੀ ਨਹੀਂ ਕਦੀ ਪਤਾ ਕੀਤਾ। ਉਹ ਵੀ ਵਿਚਾਰੀ ਉਹਨਾਂ ਜਿੰਨਾ ਬੀਜਣ ਕੇ ਅਸੀਂ ਉਹਨੂੰ ਲੈ ਕੇ ਬਹਿ ਜਾਂਦੀ। ਜੇ ਕੋਈ ਅੰਗਹੀਣ ਜਾਂ ਕਿਸੇ ਦੀ ਨੂੰਹ ਆ ਜਾਂ ਮੁੰਡਾ ਵਾ
ਜਾਂ ਕਿਸੇ ਦਾ ਧੀ ਪੋਤਾ ਦਾ ਉਹਦੇ ਵਾਸਤੇ ਵੀ ਇੱਕ ਸਪੈਸ਼ਲ ਕੋਟੇ ਲਈ ਕਣਕ ਆਉਂਦੀ ਆ, ਜਿਹਦੇ ਬਾਰੇ ਹੁਣ ਮੈਂ ਤਾਂ ਇਹ ਅਫਸੋਸ ਨਾਲ ਕਹਿ ਰਿਹਾ ਤੁਹਾਨੂੰ ਮਿਲ ਹੀ ਕੁਛ ਨਹੀਂ ਰਿਹਾ ਜੋ ਤੁਸੀਂ ਦੱਸ ਰਹੇ ਹੋ, ਤਾਂ ਉਹ ਤਾਂ ਮੈਂ ਸਮਝਦੀ ਵੀ ਸਾਡੇ ਵਾਸਤੇ ਚਲੋ ਪਹੁੰਚ ਵਾਲੀ ਗੱਲ ਨਹੀਂ ਗੀ। ਪਹੁੰਚ ਕਰਾਂਗੇ ਅਸੀਂ ਉਸ ਗੱਲ ਤੱਕ ਵੀ। ਜਿਹੜੀ ਵਿਧਵਾ ਲੇਡੀ ਆ ਉਹਨੂੰ ਤਕਰੀਬਨ 7 ਗੱਟੇ ਕਣਕ ਦੇ ਜਿਹੜੇ ਪਿੱਛੋਂ ਆ ਰਹੇ ਨੇ, ਕਦੀ ਆਪਾਂ ਨੂੰ ਮਿਲਦੇ ਆ 7 ਗੱਟੇ ਮਿਲਦੇ ਵਿਧਵਾ ਜਾਨੀ ਨੂੰ, ਉਹਨੂੰ ਵੀ ਉਹਨੂੰ ਹੀ ਮਿਲ ਰਹੀ ਆ, ਠੀਕ ਆ। ਤਾਂ ਇਹ ਸਕੀਮ ਤਹਿਤ ਕਣਕ ਮਿਲਦੀ ਆ। ਕੋਈ ਅੰਗਹੀਣ ਆ, ਜੇ ਦੋਨੋਂ ਮੀਆਂ ਵੀ ਅੰਗਹੀਣ ਆ ਤਾਂ ਉਹਨਾਂ ਨੂੰ 7-7 ਗੱਟੇ ਦੋਨਾਂ ਨੂੰ ਮਿਲਣਗੇ। ਇਹ ਵੀ ਨਹੀਂ ਸਾਨੂੰ ਕਦੀ ਮਿਲਦੇ। ਉਹਦੇ ਤੇ ਵੀ ਅਸੀਂ ਡੀ ਸਾਹਿਬ ਨੂੰ ਦੱਸ ਰਹੇ ਆ ਵੀ ਇਹ ਸਕੀਮ ਸਾਡੇ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਚੱਲੀ ਹੈ, ਤਾਂ ਉਹਦੇ ਵੀ ਸਾਨੂੰ ਜਿਹੜਾ ਪੈਨਸ਼ਨ ਦੀ ਗੱਲ ਆ ਲਓ, ਹੁਣ ਵਾਰੀ ਕੀਤੀ ਹੈ ਗੁਰਸੇਵਕ ਬੀਬੀ ਨੂੰ ਤੱਕ ਕਰੀ ਜਾਂਦੇ ਆ, ਕਿਉਂਕਿ ਨਹੀਂ ਮਿਲ ਰਹੀ ਤਾਂ ਹੀ ਕਹਿ ਰਹੀ ਹਾਂ। ਹੁਣ ਵੀ ਚੁੱਪ ਕਰ ਭਰਾ ਜੀ, ਆ ਜਾ ਇੱਥੇ ਆ ਜਾ, ਇੱਥੇ ਆ ਜਾਓ। ਜੇ ਕੋਈ ਕਿਸੇ ਨੇ ਗੱਲ ਕਰਨੀ ਤਾਂ ਹੋ ਸਕਦਾ ਤੁਸੀਂ ਸਾਡੇ ਨਾਲ ਚੰਗੀ ਗੱਲ ਕਰਦੇ ਹੋ। ਤਾਂ ਅੱਗੇ ਆ ਗਈ ਪੈਨਸ਼ਨ ਯੋਜਨਾ, ਜਿਹੜੀ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨ ਯੋਜਨਾ। ਤਾਂ ਵਿਧਵਾ ਪੈਨਸ਼ਨ ਜਿਹੜੀ ਆ ਉਹ ਵੀ ਵੀਰ ਜੀ ਦੱਸ ਹੀ ਰਹੇ ਕਿ ਸਾਡੇ ਪਿੰਡ ਦੇ ਵਿੱਚ, ਪਰ ਮੈਨੂੰ ਨਹੀਂ ਲੱਗਦਾ, ਮੈਨੂੰ ਸਾਰੀਆਂ ਗੱਲਾਂ ਬੜਾ ਅਫਸੋਸ ਹੈ, ਸਾਰੀਆਂ ਜਿਹੜੀਆਂ ਸਕੀਮਾਂ ਸਾਨੂੰ ਨਹੀਂ ਸਮੇਂ ਸਿਰ ਮਿਲ ਰਹੀਆਂ, ਕਿ ਪੈਨਸ਼ਨ ਵੀ ਜਿਹੜੀ ਸਾਨੂੰ 1 ਮਹੀਨੇ ਮਿਲਦੀ, ਦੂਜੇ ਮਹੀਨੇ ਅਸੀਂ ਸ਼ਰਮਿੰਦੇ ਹੋ ਕੇ ਬੈਂਕ ਦੇ ਵਿੱਚੋਂ ਮੁੜ ਕੇ ਆਉਂਦੇ ਹਾਂ, ਠੀਕ ਆ। ਤਾਂ ਉਹਦੇ ਵਾਸਤੇ ਵੀ ਅਸੀਂ ਇੱਕ ਜਿਹੜਾ ਜਿਨ੍ਹਾਂ ਦੀਆਂ ਪੈਨਸ਼ਨਾਂ ਜਾਂ ਕੱਟੀਆਂ ਗਈਆਂ ਜਾਂ ਨਹੀਂ ਲੱਗੀਆਂ ਗਈਆਂ ਜਾਂ ਮਤਲਬ ਕਿ ਵੀ ਰੁਕੀਆਂ ਹੋਈਆਂ, ਉਹਦੇ ਵਾਸਤੇ ਤੁਸੀਂ ਆਪਣੇ ਪ੍ਰੂਫ, ਗੁਰਸੇਵਕ ਵੀਰ ਜੀ ਬਹੁਤ ਸਮਝਦਾਰ ਨੇ, ਉਹਨਾਂ ਨੂੰ ਦੇ ਦਿਓ। ਅਸੀਂ ਡੀ ਸਾਹਿਬ ਨੂੰ ਬਾਈ ਹੈਂਡ ਫੜਾਵਾਂਗੇ ਵੀ ਇੰਨੇ ਲੋਕਾਂ ਦੀਆਂ ਸਾਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਤਾਂ ਇਹਦੇ ਵਾਸਤੇ ਇੱਕ ਇਹ ਸੀ, ਇਹ ਨਹੀਂ ਕਿ ਉਹ ਮਿਹਨਤ ਨਹੀਂ ਕਰ ਰਹੇ, ਗੁਰਸੇਵਕ ਵੀਰ ਜੀ ਕੋਈ ਮਿਹਨਤ ਨਹੀਂ ਕਰ ਰਹੇ। ਜਿੰਨੀ ਮਿਹਨਤ ਕਰ ਲਈ ਉਹਨਾਂ ਨੇ, ਮੈਨੂੰ ਲੱਗਦਾ ਸ਼ਾਇਦ ਮੈਂ ਵੀ ਇੰਨੀ ਮਿਹਨਤ ਕਦੀ ਨਹੀਂ ਕੀਤੀ, ਮੈਂ ਵੀ ਜ਼ਿਆਦਾ ਦਾਬੇ ਸਾਬੇ ਤੋਂ ਹੀ ਕੰਮ ਲੈ ਲਈਦਾ ਅਫਸਰਾਂ ਨਾਲ ਜਾ ਕੇ। ਤਾਂ ਉਹਨਾਂ ਨੇ ਬੜਾ ਵਧੀਆ ਰਿਕਾਰਡ ਇਕੱਠਾ ਕੀਤਾ ਹੋਇਆ ਤੁਹਾਡੇ ਲਈ। ਤਾਂ ਇਹ ਸਾਰਾ ਰਿਕਾਰਡ ਜਦੋਂ ਡੀਸੀ ਸਾਹਿਬ ਦੇ ਧਿਆਨ 'ਚ ਆਊਗਾ, ਜਦੋਂ ਇਹ ਸਾਰਾ ਰਿਕਾਰਡ ਡੀਸੀ ਸਾਹਿਬ ਦੇ ਧਿਆਨ 'ਚ ਆ ਜਾਊਗਾ, ਉਹਨਾਂ ਦੇ ਹੱਥਾਂ 'ਚ ਆ ਜਾਊਗਾ, ਤਾਂ ਤੁਹਾਡੇ ਆਟੋਮੈਟਿਕਲੀ ਸਾਰੇ ਕੰਮ ਜਿਹੜੇ ਆ ਉਹ ਸਿੱਧੇ ਹੋ ਜਾਣਗੇ। ਨਹੀਂ, ਇਹਨਾਂ ਨੂੰ ਜਾਣਾ ਵੀ ਪੈਣਾ। ਤਾਂ ਉਹਦੇ ਲਈ ਸਾਨੂੰ, ਉਹਦੇ ਲਈ ਅਸੀਂ 11 ਤਰੀਕ ਨੂੰ ਜਾ ਰਹੇ ਹਾਂ ਡੀਸੀ ਸਾਹਿਬ ਫਿਰੋਜ਼ਪੁਰ ਦੇ। ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ 1 ਦਿਨ ਦਾ ਸਮਾਂ ਕੱਢ ਲਓ, ਬਾਅਦ ਮੈਂ ਫੋਟੋ ਕਰ ਦੇਣਾ। 1 ਦਿਨ ਦਾ ਸਮਾਂ ਕੱਢ ਲਓ ਤੁਸੀਂ। ਗੁਰਸੇਵਕ ਵੀਰ ਜੀ ਅਸੀਂ ਉਹਨਾਂ ਨੂੰ ਸਮਾਂ ਸਥਾਨ ਸਾਰਾ ਕੁਝ ਦੱਸ ਕੇ ਜਾਵਾਂਗੇ, ਸਮਾਂ ਸਥਾਨ ਅਸੀਂ ਦੱਸ ਕੇ ਜਾਵਾਂਗੇ ਵੀ ਕਿੱਥੇ ਆਉਣਾ, ਕਿੰਨੇ ਤੋਂ ਕਿੰਨਾ ਟਾਈਮ ਤੱਕ ਜਿਹੜਾ ਸਾਰਾ ਪ੍ਰੋਗਰਾਮ ਆ ਅਸੀਂ ਉਹਨਾਂ ਨੂੰ ਦੱਸ ਕੇ ਜਾਵਾਂਗੇ। ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਆਪਣਾ ਸਾਧਨ ਬਣਾ ਲਿਓ, ਆਪਣਾ ਸਾਧਨ ਬਣਾ ਕੇ ਤੁਸੀਂ ਡੀ ਸਾਹਿਬ ਫਿਰੋਜ਼ਪੁਰ ਨੂੰ 11 ਵਜੇ ਜਿਹੜਾ ਆਪਾਂ ਮੰਗ ਪੱਤਰ ਦੇਣਾ ਉੱਥੇ ਪਹੁੰਚਣ ਦੀ ਫਿਰ ਪਾਲਤਾ ਕਰਨੀ। ਤੇ ਮੈਂ ਹੁਣ 10 ਮਿੰਟ ਦਾ ਬ੍ਰੇਕ ਲਵਾਂਗੀ। 10 ਮਿੰਟ ਬਾਈ, 10 ਮਿੰਟ ਮੈਂ ਤੁਹਾਨੂੰ 10 ਮਿੰਟ ਦੀ ਮੈਂ ਬ੍ਰੇਕ ਲੈਣੀ ਆ ਮੇਰੇ ਨਾਲ। ਖੜੋ ਜੀ, ਕਿਉਂ ਬਸ ਇਲੈਕਸ਼ਨ ਲੜ ਰਿਹਾ ਸੀਗਾ ਮੈਂ, ਉਸ ਟਾਈਮ ਮੇਰੇ ਪਾਪਾ ਜੀ ਮੈਂਬਰੀ ਦੇ ਇਲੈਕਸ਼ਨ ਲੜ ਰਹੇ ਸੀ। ਤੇ ਹਰ ਪਿੰਡ ਦੇ ਵਿੱਚ, ਕੋਈ ਮੇਰੇ ਪਿੰਡ ਦੇ ਵਿੱਚ ਨਹੀਂ, ਹਰ ਇੱਕ ਪਿੰਡ ਦੇ ਵਿੱਚ, ਪੂਰੇ ਟੋਟਲ ਪੰਜਾਬ ਦੇ ਵਿੱਚ ਸਾਡੇ ਨਾਲ ਬੇਇਨਸਾਫੀ ਧੱਕਾ ਹੋ ਰਿਹਾ। ਕਿਉਂ ਹੋ ਰਿਹਾ? ਅਨਪੜ੍ਹਤਾ ਕਰਕੇ, ਲਾਈ ਲੱਗ ਹੋਣ ਦੇ ਨਾਤੇ, ਸਾਡੇ 'ਚ ਸੂਝ-ਬੂਝ ਘੱਟ ਹੋਣ ਦੇ ਨਾਤੇ ਅਸੀਂ ਲਾਲਚੀ ਕਿਉਂ ਆ? ਸਿਰਫ ਇੱਕ 1500, 1000, 2000, 5000 ਇੱਕ ਬੋਤਲ ਪਿੱਛੇ ਅਸੀਂ ਬੰਦਾ ਨਹੀਂ ਕਹਿੰਦੇ, ਸਰਪੰਚ ਨਹੀਂ ਕਹਿੰਦੇ, ਮੈਂਬਰ ਨਹੀਂ ਕਹਿੰਦੇ। ਅਸੀਂ ਉਹ ਸਾਰੀ ਪਾਵਰ, ਪੈਸਾ ਲੈ ਕੇ, ਬੋਤਲ ਦਾਰੂ ਦੀ ਲੈ ਕੇ ਅਸੀਂ ਗਲਤ ਬੰਦੇ ਦੇ ਹੱਥ ਸੌਂਪ ਦਿੰਦੇ ਹਾਂ। ਮੈਂ ਨਹੀਂ ਕਹਿੰਦਾ ਤੁਹਾਡੇ ਪਿੰਡ ਦਾ ਸਰਪੰਚ ਗਲਤ ਆ, ਤੁਹਾਡੇ ਪਿੰਡ ਦਾ ਕੋਈ ਮੈਂਬਰ ਗਲਤ ਆ, ਕੋਈ ਪ੍ਰਸ਼ਾਸਨ ਦਾ ਮਹਿਕਮੇ ਦਾ ਅਫਸਰ ਗਲਤ ਆ, ਉਹਨਾਂ ਦੀਆਂ ਨੀਤੀਆਂ ਗਲਤ ਆ, ਉਹਨਾਂ ਦੀ ਸੋਚ ਗਲਤ ਆ। ਇਲੈਕਸ਼ਨ ਤੋਂ ਪਹਿਲਾਂ, ਵੋਟਾਂ ਤੋਂ ਪਹਿਲਾਂ ਮੇਰੇ ਵਰਗੇ ਬਹੁਤ ਸੂਝਵਾਨ ਵੀਰ ਬੜੇ ਬੜੇ ਗੱਪ ਮਾਰਦੇ ਆ, ਬੜੇ ਬੜੇ ਲਾਰੇ ਲਾਉਂਦੇ ਆ, ਤੁਹਾਨੂੰ 5-5 ਮਰਲੇ ਪਲਾਟ ਦੇ ਦਿਆਂਗੇ, ਆਪੇ ਪਲਾਟਾਂ ਦੇ ਸਰਟੀਫਿਕੇਟ, ਪਲਾਟ ਨਹੀਂ ਮਿਲੇ ਤੁਹਾਨੂੰ, ਸਰਟੀਫਿਕੇਟ ਮਿਲ ਗਏ, ਇਹ ਵੀ ਰੱਦੀ ਹੋ ਗਏ। ਫਿਰ ਤੁਹਾਨੂੰ ਹੋਰ ਲੋਲੀਪੌਪ ਦਿੰਦੇ ਆ, ਲਾਰੇ ਲਾਉਂਦੇ ਆ, ਝੂਠ ਮਾਰਦੇ ਆ, ਤੁਹਾਨੂੰ ਆਹ ਦੇ ਦਿਆਂਗੇ, ਉਹ ਦੇ ਦਿਆਂਗੇ, ਮਕਾਨ ਦੇ ਦਿਆਂਗੇ। ਕੀ ਮਕਾਨ ਪਏ ਤੁਹਾਡੇ? ਇਸੇ ਤੱਕ ਮੇਰੇ ਪਿੰਡ ਨਹੀਂ ਪਏ। ਪਲੀਜ਼ ਮੇਰੀ ਗੱਲ ਨੂੰ ਇੱਕ ਵਾਰ ਦੁਬਾਰਾ ਤੋਂ ਸੁਣ ਲਓ। ਬੜੇ ਵਾਰ ਤੁਹਾਨੂੰ ਕੋਸ਼ਿਸ਼ ਕੀਤੀ ਗਈ ਹੈ ਇੱਥੋਂ ਸਟੇਜ ਤੋਂ, ਬੁਲਾਰੇ ਸਾਥੀਆਂ ਨੇ ਵੀ ਗੱਲ ਸੁਣ ਲਓ। ਜੇਕਰ ਤੁਸੀਂ ਗੱਲ ਨਹੀਂ ਸੁਣੋਗੇ ਤਾਂ ਤੁਹਾਡੇ ਕੰਨ 'ਚ ਗੱਲ ਨਹੀਂ ਪੈਣੀ। ਉਹ ਤਾਂ ਜਿਵੇਂ ਹੁਣ
ਕੋਈ ਵੀਰ ਮੇਰਾ ਗੁੱਸਾ ਨਾ ਕਰ ਲੇ, ਜੇ ਕਰਨਾ ਤਾਂ ਕਰ ਵੀ ਲਵੇ, ਮੈਨੂੰ ਇਹਦੇ ਤੇ ਕੋਈ ਸ਼ਰਮਿੰਦਗਾ ਨਹੀਂ ਹੋਊਗੀ। ਮੱਝ ਮੂਹਰੇ ਬੀਣ ਵਜਾਉਣ ਵਾਲੀ ਗੱਲ ਆ। ਤੁਹਾਨੂੰ 15 ਵਾਰੀ ਮੇਰੇ ਬੈਠਿਆਂ, ਮੈਨੂੰ 10 ਮਿੰਟ ਨਹੀਂ ਹੋਇਆ ਆਏ, 15 ਵਾਰੀ ਤੁਹਾਨੂੰ ਬੋਲਣ ਤੋਂ ਰੋਕਿਆ ਗਿਆ। ਜੇ ਤੁਹਾਨੂੰ ਮੈਂ ਪੁੱਛਾਂ ਭੈਣ ਜੀ ਨੇ ਕੀ ਕਿਹਾ ਸੀ, ਤੁਸੀਂ ਜਵਾਬ ਦੇ ਦੋਗੇ? ਫਿਰ ਕਿਵੇਂ ਤੁਸੀਂ ਕੰਮ ਕਰਵਾ ਲਓਗੇ? ਆਪਦੇ ਹੱਕ ਵਾਸਤੇ, ਆਪਦੇ ਹੱਕ ਲੈਣ ਵਾਸਤੇ ਤੁਹਾਨੂੰ ਇੱਥੇ ਧਰਨਾ ਦੇਣਾ ਪੈਣਾ, ਤੁਹਾਨੂੰ ਗੱਲਬਾਤ ਸੁਣਨੀ ਪੈਣੀ ਆ। ਮੈਂ ਬੱਚਾ ਬਹੁਤ ਨਿਮਾਣਾ, ਪਰ ਮੈਂ ਸਹਿਣਸ਼ੀਲਤਾ ਰੱਖੀ ਆ। ਮੇਰੇ ਪਾਪਾ ਜੀ ਨੇ ਸਹਿਣਸ਼ੀਲਤਾ ਰੱਖੀ ਆ। ਉਨੀ ਮੇਰੀ ਉਮਰ ਨਹੀਂ। ਜਿੰਨੀਆਂ ਕਿ ਸੰਸਥਾਵਾਂ ਦੇ ਨਾਲ ਜੁੜ ਕੇ, ਤੁਹਾਡੇ ਵਰਗੀਆਂ ਮਾਵਾਂ ਦੇ ਨਾਲ ਜੁੜ ਕੇ, ਤੁਹਾਡੇ ਵਰਗੇ ਪਿਓਾਂ ਦੇ ਨਾਲ ਜੁੜ ਕੇ, ਭਰਾਵਾਂ ਦੇ ਨਾਲ ਜੁੜ ਕੇ ਮੈਂ ਜਾਣਕਾਰੀ ਪ੍ਰਾਪਤ ਕਰ ਲਈ। ਜਾਣਕਾਰੀ ਕਿਵੇਂ ਮਿਲਦੀ ਆ? ਤੁਹਾਡੇ ਵਾਂਗੂ ਰੌਲਾ ਪਾ ਕੇ ਨਹੀਂ, ਚੁੱਪ ਕਰਕੇ ਬਹਿ ਕੇ ਸੁਣ ਕੇ। ਤੁਹਾਡੇ ਕੰਮਾਂ ਦੇ ਜਿਹੜੇ ਮਸਲੇ ਆ, ਮਨਰੇਗਾ ਦੇ ਪੈਸਿਆਂ ਦੇ, ਸੇਮ ਮੇਰੇ ਪਿੰਡ ਐਵੇਂ। ਮੇਰੇ ਪਿੰਡ ਦਾ ਸਰਪੰਚ, ਉਸ ਬੰਦੇ ਕੋਲੇ 15 ਕਿੱਲੇ ਜ਼ਮੀਨ, ਮੈਂ ਇੱਕ ਗਰੀਬ ਪਰਿਵਾਰ ਦਾ ਬੱਚਾ, ਮੇਰੇ ਕੋਲੇ 15 ਮਰਲੇ ਜਗ੍ਹਾ। ਉਹਨਾਂ ਨੇ ਮੈਂਬਰ ਨਹੀਂ ਬਣਨ ਦਿੱਤਾ ਸਾਨੂੰ, ਪੈਸੇ ਦੇ ਦਾਅ ਤੇ ਮੈਂਬਰ ਨਹੀਂ ਬਣਨ ਦਿੱਤਾ। ਸਾਰੇ ਕੰਮ ਤੁਸੀਂ ਮੈਂਬਰ ਸਰਪੰਚ ਬਣ ਕੇ ਨਹੀਂ ਕਰ ਸਕਦੇ। ਤੁਹਾਡਾ ਮਾਈਂਡ, ਤੁਹਾਡਾ ਦਿਮਾਗ, ਤੁਹਾਡੀ ਸੋਚ ਆ ਬਾਈ ਜੀ ਦਾ ਸਾਥ ਦਿਓਗੇ ਨਾ, ਤੇ ਜ਼ਰੂਰੀ ਨਹੀਂ ਸਰਪੰਚ ਬਣ ਕੇ ਕੰਮ ਹੋਣਗੇ। ਤੁਹਾਡੇ ਕੰਮ ਹੋਣਗੇ ਗੱਲਬਾਤ ਨੂੰ ਸੁਣ ਕੇ, ਕਿਸੇ ਸੰਸਥਾ ਨਾਲ ਜੁੜ ਕੇ, ਯੂਨੀਅਨ ਨਾਲ ਜੁੜ ਕੇ। ਅਸੀਂ ਕਿਸੇ ਯੂਨੀਅਨ ਨਾਲ ਜੁੜਦੇ ਹੀ ਨਹੀਂ। ਅਸੀਂ ਕਿਸੇ ਪਿਓ ਦੇ, ਕਿਸੇ ਮਾਂ ਦੇ, ਕਿਸੇ ਗੁਰੂ ਪੀਰ ਦੇ ਹੈ ਹੀ ਨਹੀਂ। ਅਸੀਂ ਤੁਰੇ ਫਿਰਦੇ ਹਾਂ ਦਰ ਭਟਕਦੇ। ਅਸੀਂ ਗੱਲ ਨਹੀਂ ਸੁਣਦੇ ਮੇਰੇ ਵੀਰ ਦੀ, ਗੁਰਸੇਵਕ ਦੀ ਗੱਲ ਨਹੀਂ ਸੁਣਦੇ, ਭੈਣ ਜੀ ਦੀ। ਮੇਰੀ ਸ਼ਾਇਦ ਤੁਸੀਂ ਸੁਣਦੇ ਆ, ਪਰ ਮੈਨੂੰ ਨਹੀਂ ਲੱਗਦਾ ਗੌਰ ਕਰੋਗੇ। ਤੇ ਮੈਂ ਪੁੱਛੂੰਗਾ ਜਦੋਂ ਕੋਈ ਸਮਾਂ ਆ ਗਿਆ, ਕਿਸੇ ਟਾਈਮ ਦੁਬਾਰਾ ਆਊਂਗਾ, ਤੁਹਾਡਾ ਯਾਦ ਨਹੀਂ ਹੋਣਾ। ਤੁਹਾਨੂੰ ਇੱਕ ਸੀਰੀਅਲ ਯਾਦ ਹੋਊਗਾ, ਜਿਹੜਾ ਟੀਵੀ ਦੇ ਵਿੱਚ ਚੱਲਦਾ ਕੋਈ ਨਾਟਕ, ਉਹ ਤੁਹਾਨੂੰ ਯਾਦ ਹੋਊਗਾ। ਸਾਡੀਆਂ ਗੱਲਾਂ ਨਹੀਂ ਯਾਦ ਹੋਣੀਆਂ। ਯਾਦ ਰੱਖੋਗੇ ਤਾਂ ਕੁਝ ਪ੍ਰਾਪਤ ਕਰ ਲਓਗੇ, ਨਹੀਂ ਰੱਖੋਗੇ ਤਾਂ ਐਦਾਂ ਹੀ ਇਕੱਠੇ ਹੁੰਦੇ ਰਹੋਗੇ। ਤੁਹਾਡੇ ਮਸਲੇ ਨਹੀਂ ਹੋਣੇ, ਮਸਲੇ ਹੋਣੇ ਆ ਦਿਮਾਗ 'ਚ ਗੱਲ ਪਾਉਣ ਨਾ। ਮਾਤਾ ਜੀ ਮੇਰੀ ਗੱਲ ਸੁਣ ਲਓ, ਤੁਹਾਨੂੰ 2 ਮਿੰਟ ਇੱਥੇ ਟਾਈਮ ਦੇ ਦੂੰਗਾ ਬਾਅਦ 'ਚ ਬੋਲਣ ਵਾਸਤੇ, ਤੁਸੀਂ ਦੱਸ ਦਿਓ ਜੀ ਇਹਨਾਂ, ਠੀਕ ਹੈ? ਤੁਸੀਂ ਬਾਈ ਜੀ ਦਾ ਸਾਥ ਦਿਓ। ਮੇਰਾ ਵੀ ਸਾਥ ਦਿੱਤਾ ਸੀ ਮੇਰੇ ਪਿੰਡ ਦੇ ਵਿੱਚ। ਜਦੋਂ ਸਟਾਰਟਿੰਗ ਹੋਈ ਅਸੀਂ 40 ਤੋਂ 50, 60, 70 ਸੀ। ਅਖੀਰ ਹੌਲੀ ਹੌਲੀ ਗੱਲ ਐਵੇਂ ਹੀ ਚੱਲਦੀ ਐਂਡ ਤੇ ਅਸੀਂ 4 ਰਹਿ ਗਏ। ਮਜੂਆਂ 'ਚੋਂ ਇਕੱਲਾ ਮੈਂ ਰਹਿ ਗਿਆ, ਮਿਸਤਰੀਆਂ 'ਚੋਂ 1 ਮੁੰਡਾ ਮਿਸਤਰੀਆਂ ਦਾ, ਜ਼ਿਮੀਂਦਾਰਾਂ 'ਚੋਂ 2। ਉਹ ਜਿਹੜਾ ਅਸੀਂ ਸੰਘਰਸ਼ ਕੀਤਾ ਨਾ, ਅਸੀਂ ਆਪਣੇ ਪਰਿਵਾਰ ਦੇ ਸੰਯੋਗ ਨਾਲ, ਸਤਿਗੁਰ ਦੇ ਸੰਯੋਗ ਨਾਲ, ਯੂਨੀਅਨ ਦੇ ਸੰਯੋਗ ਨਾਲ, ਅਸੀਂ ਉਹਨਾਂ ਦਾ ਆਸਰਾ ਲੈ ਕੇ, ਉਹਨਾਂ ਦੀਆਂ ਗੱਲਾਂ ਤੇ ਅਸਰ ਕਰਕੇ ਇਹ ਸੰਘਰਸ਼ ਨੂੰ ਜਿੱਤਿਆ। ਤੁਹਾਨੂੰ ਤਾਂ ਹਜੇ ਤੱਕ ਮੇਰੇ ਹਿਸਾਬ ਨਾਲ ਸਰਪੰਚ ਨੇ ਨਿੱਕੀ ਮੋਟੀ ਕੋਈ ਗੱਲਬਾਤ ਕਿਤੇ ਇਕੱਲੇ ਨੂੰ ਕਹਿਤੀ ਹੋਣੀ ਆ। 250 ਬੰਦੇ ਦੇ ਵਿੱਚ ਮੈਨੂੰ ਕਿਹਾ ਸੀ, ਸਰਪੰਚ ਪਾਸੋਂ ਰੱਖਿਆ ਗਿਆ ਮਨਰੇਗਾ ਮੇਟ ਰਾਜ ਕੁਮਾਰ। 12 ਸਾਲ ਹੋ ਗਏ ਮੈਨੂੰ ਮਨਰੇਗਾ ਦੇ ਕੰਮ ਦੀ ਜਾਣਕਾਰੀ, ਹਜੇ ਵੀ ਮੈਨੂੰ ਪੂਰੀ ਜਾਣਕਾਰੀ ਨਹੀਂ। ਸਿੱਖਣ ਲਈ ਸਾਰੀ ਉਮਰ ਪਈ ਹੁੰਦੀ, ਮੈਂ ਕੁਛ ਬਾਹਲਾ ਸਿਆਣਾ ਨਹੀਂ ਗਾ। 2 ਮਹੀਨੇ ਨਹੀਂ ਹੋਏ ਸੀ ਪੰਚਾਇਤ ਬਣੀ ਨੂੰ, ਮੈਨੂੰ ਹਾਜ਼ਰੀਆਂ ਲਾਉਣ ਤੋਂ ਧੱਕੇ ਨਾਲ ਹਟਾਤਾ। ਮੈਂ ਸਰਪੰਚ ਸਾਹਿਬ ਨੂੰ ਪੁੱਛਿਆ, ਸਰਪੰਚ ਸਾਹਿਬ ਕਿਹੜੀ ਮੇਰੇ 'ਚ ਕਮੀ ਆ, ਕੀ ਮੇਰੇ ਤੋਂ ਗਲਤੀ ਹੋ ਗਈ? ਅੱਜ ਤੱਕ ਮੈਂ ਅਰਜੀ ਦੇ ਪੈਸੇ ਨਹੀਂ ਲਏ, ਮੈਨੂੰ ਹਾਜ਼ਰੀਆਂ ਲਾਉਣ ਤੋਂ ਕਿਉਂ ਹਟਾਉਣੇ ਆ? ਉਹ ਕਹਿੰਦੇ ਕਾਕਾ ਤੈਨੂੰ ਨੌਲੇਜ ਨਹੀਂ। ਮੈਂ ਕਿਹਾ ਠੀਕ ਆ ਜੀ, ਮੈਂ ਤੁਹਾਡਾ ਬੱਚਾ, ਤੁਸੀਂ ਮੇਰੇ ਤੋਂ ਵੱਡੇ ਆ। ਤੁਹਾਡੇ ਵਰਗੀਆਂ ਮਾਵਾਂ, ਤੁਹਾਡੇ ਵਰਗੀਆਂ ਭੈਣਾਂ ਇੱਥੋਂ ਨਹੀਂ ਕੰਮ ਲਿਆ, ਜੋਸ਼ ਤੋਂ ਕੰਮ ਲਿਆ, ਹੋਸ਼ ਤੋਂ ਨਹੀਂ ਲਿਆ। ਬੱਠਲ ਚੱਕੇ ਇਹਨਾਂ ਨੇ ਵੀ ਜੋਸ਼ ਤੋਂ ਲਿਆ, ਬੁੜੀਆਂ ਨੂੰ ਕੁੱਟਣਾ, ਸੌਰੀ ਸਰਪੰਚ ਨੂੰ ਕੁੱਟਣ ਵਾਸਤੇ। ਮੈਂ ਕਿਹਾ ਇਹ ਕੰਮ ਨਹੀਂ ਕਰਨਾ, ਮੈਂ ਹਾਜ਼ਰੀਆਂ ਲਾਉਣੋਂ ਹਟ ਜਾਣਾ, ਤੁਸੀਂ ਇਹਨਾਂ ਨੂੰ ਕੰਮ ਦਿਓ, ਹੋ ਸਕਦਾ ਮੇਰੇ ਤੋਂ ਵਧੀਆ ਕਰਾ ਦੇਣ। 3 ਮਹੀਨੇ ਹੋਏ ਸੀ, ਵਧੀਆ ਕੰਮ ਕਰਾਤਾ। ਕਿਵੇਂ? ਅਰਜੀ ਦੇ ਪੈਸੇ ਲਏ, ਚੂੜੀਆਂ ਤੇ ਬੇਚੂੜੀਆਂ ਬੋਲਦੇ ਰਹੇ, ਧਮਕੀਆਂ ਦਿੰਦੇ ਰਹੇ। ਉਹਨਾਂ ਦੇ ਖਾਤੇ 'ਚ ਪੈਸੇ ਨਹੀਂ ਆਏ, ਉਹਨਾਂ ਦੇ ਕੰਮ ਕੀਤੇ ਦੇ ਪੈਸੇ ਨਹੀਂ ਆਏ, ਆਪਦੇ ਸਰਪੰਚ ਦੇ ਚਹੇਤਿਆਂ ਦੇ ਪੈਸੇ ਆ ਗਏ ਘਰੇ ਬੈਠਿਆਂ ਦੇ। ਸਾਡੇ ਵੀ ਮੇਰੀ ਗੱਲ ਸੁਣੋ, ਸੈਕਟਰੀ ਸੀਗਾ ਸਾਡਾ ਭਾਈਚਾਰਾ ਸੀ ਮੋੜ ਤੋਂ, ਉਹਨੂੰ ਮੈਂ ਪਿਆਰ ਨਾਲ ਸਮਝਾਇਆ, ਬਾਈ ਜੀ ਬਾਅਦ 'ਚ ਗੱਲ ਕਰ ਲਓ, ਪਿਆਰ ਨਾਲ ਸਮਝਾਇਆ
ਵੀ ਜੀ ਤੂੰ ਭਾਈਚਾਰਾ ਸਾਡਾ ਮਸਾ ਤੈਨੂੰ ਜਿਹੜਾ ਰੋਟੀ ਗੁਜ਼ਾਰਾ ਆਪਦਾ ਟਾਈਮ ਪਾਸ ਕਰਨ ਵਾਸਤੇ ਜੋਬ ਮਿਲੀ ਆ, ਤੂੰ ਸੰਭਲ ਕੇ ਚੱਲ। ਪਿਛਲੀ ਵਾਰੀ ਅਕਾਲੀ ਦਲ ਦੀ ਸਰਕਾਰ ਵੇਲੇ 3 ਬੰਦਿਆਂ ਦੀਆਂ ਡੈਥ ਹੋਇਆਂ ਦੀਆਂ ਹਾਜ਼ਰੀਆਂ ਉਹਨੇ ਚੜਾਤੀਆਂ ਸੀ। ਇੱਕ ਵਾਰੀ ਬੰਦੇ ਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ, ਦੂਜੀ ਵਾਰੀ ਮੌਕਾ ਦੇਣਾ ਚਾਹੀਦਾ। ਉਹਨੂੰ 2 ਮੌਕੇ ਦਿੱਤੇ, ਪਰ ਉਹਦੇ ਤੇ ਦਬਾਅ ਪਾ ਕੇ ਪ੍ਰੈਸ਼ਰ ਗਾਈਡ ਕਰਕੇ ਪੰਚਾਇਤ ਵੱਲੋਂ ਜਿਹੜੀਆਂ ਹਾਜ਼ਰੀਆਂ ਧੱਕੇ ਨਾਲ ਪਵਾਈਆਂ ਗਈਆਂ। ਪਰ ਉਹਨੂੰ ਮੈਂ ਸਮਝਾਇਆ ਸੀ, ਵੀਰ ਜੀ ਕਿਸੇ ਦੇ ਦਬਾਅ ਥੱਲੇ ਨਾ ਆਈ, ਜਿੱਦੇ ਤੇਰੇ ਤੇ ਕਿਸੇ ਦਾ ਦਬਾਅ ਹੋਇਆ ਤੇਰਾ ਛੋਟਾ ਵੀਰ ਤੇਰੇ ਨਾਲ ਖੜਾ। ਪਤਾ ਨਹੀਂ ਉਹਦੀ ਕੀ ਮਜਬੂਰੀ ਸੀ। ਕਲਮ ਉਹਦੀ, ਕਲਮ ਮਨਰੇਗਾ ਮੇੜ ਦੀ, ਪੈਨ ਉਹਨਾਂ ਦਾ, ਉਹਨਾਂ ਨੇ ਗਲਤ ਕੀਤਾ, ਭੁਗਤਿਆ ਕਿਹਨੇ? ਸਾਰੇ ਪਿੰਡ ਨੇ। ਮੈਨੂੰ ਮੇਰੇ ਪਿੰਡ ਦੇ ਵਿੱਚ ਕੀ ਕਹਿੰਦੇ ਸੀ? ਐਵੇਂ ਭੌਂਕਦਾ ਫਿਰਦਾ ਕਮਲਾ। ਤੇ ਅੱਜ ਤੁਸੀਂ ਪੁੱਛੋ ਮੇਰੇ ਪਿੰਡ ਦੇ ਵਿੱਚ ਜਾ ਕੇ, ਇੰਨਾ ਸੰਘਰਸ਼ ਕਰਨ ਦੇ ਬਾਵਜੂਦ ਪਲਾਟਾਂ ਦੇ ਮਸਲੇ ਦੇ ਵਿੱਚ ਵੀ ਮੇਰੇ ਤੇ ਪਰਚਾ ਹੋਇਆ, ਮਕਾਨਾਂ ਦੇ ਮਸਲੇ 'ਚ ਮੇਰੇ ਤੇ ਪਰਚਾ ਹੋਇਆ। ਉਮਰ ਛੋਟੀ ਆ, ਤਜਰਬੇ ਨਹੀਂ ਛੋਟੇ। ਅਕਾਲੀ ਦਲ ਦੀ ਮਦਦ ਕੀਤੀ, ਕਾਂਗਰਸ ਦੀ ਕੀਤੀ, ਮਦਦ ਕਰਦੇ ਆ। ਮਦਦ ਕਰਨਾ ਫਰਜ਼ ਬਣਦਾ, ਵੋਟ ਪਾਉਣਾ ਤੁਹਾਡਾ ਫਰਜ਼ ਬਣਦਾ, ਜਿਹਨੂੰ ਮਰਜ਼ੀ ਪਾਓ। ਅਸੀਂ ਵੋਟਾਂ ਪਾ ਲੀਆਂ, ਕਾਂਗਰਸੀਆਂ ਨੂੰ ਪਾ ਕੇ ਵੇਖ ਲੀਆਂ, ਅਕਾਲੀਆਂ ਨੂੰ ਪਾ ਕੇ ਵੇਖ ਲੀਆਂ। ਜਿੱਥੇ ਤੁਸੀਂ 70 ਸਾਲ ਸੰਤਾਪ ਹੰਢਾਲੇ, ਦੁੱਖ ਹੰਢਾਲਿਆ, ਕਿ ਤੁਸੀਂ ਇੱਥੇ 10 ਮਿੰਟ ਨਹੀਂ ਹੰਢਾ ਸਕਦੇ? ਕਿ ਤੁਸੀਂ 5 ਸਾਲ ਨਹੀਂ ਰੁਕ ਸਕਦੇ, 2 ਸਾਲ ਨਹੀਂ ਰੁਕ ਸਕਦੇ? ਸਮਾਂ ਦਿਓ ਭੈਣ ਜੀ ਨੂੰ, ਸਮਾਂ ਦਿਓ ਬਾਈ ਜੀ ਨੂੰ, ਸਾਰਾ ਕੁਝ ਹੋਊਗਾ। ਜਿੱਥੇ ਲੋੜ ਪਈ ਬਾਈ ਜੀ ਆ, ਟੀਮ ਆ, ਤੁਸੀਂ ਨਾਲ ਆ। ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ, ਇਕੱਲਾ ਬਾਈ ਗੁਰਸੇਵਕ ਕੁਝ ਨਹੀਂ ਕਰ ਸਕਦਾ। ਪੈਸੇ ਤੁਹਾਡੇ ਖਾਤਿਆਂ 'ਚ ਆਉਣੇ ਆ, ਕੰਮ ਤੁਹਾਡੇ ਹੋਣੇ ਆ। ਇਹ ਨਹੀਂ ਵੀ ਜੇਲ੍ਹ ਬਾਈ ਜਾਵੇ। ਮਨ ਡੋਲਿਆ ਪਿਆ ਜੀ ਸਾਡਾ ਤਾਂ। ਮਨ ਡੋਲੂਗਾ, ਬਹੁਤ ਡੋਲੂਗਾ। ਉਸ ਪੱਲੇ ਨਹੀਂ ਪੈਂਦਾ ਤਾਂ ਫਿਰ ਮਨ ਤਾਂ ਉਹਨਾਂ ਦਾ ਵੀ ਡੋਲਦਾ। ਹੁਣ ਅੱਜ ਵੀ ਪਿੰਡ ਦੇ ਵਿੱਚ ਬੰਦੇ ਇਕੱਠੇ ਹੋ ਗਏ ਆ, ਪਰ ਤੁਹਾਡੇ ਤਰ੍ਹਾਂ ਇੱਥੇ ਆ ਕੇ ਰੌਲਾ ਨਹੀਂ ਪਾਉਂਦੇ। ਗੁਰਦੁਆਰੇ ਗੱਲ ਨੂੰ ਸੁਣਦੇ ਆ, ਸਮਝਦੇ ਆ। ਉਹਨਾਂ ਦੇ ਦਿਮਾਗ 'ਚ ਕੀ ਪਤਾ ਕੀ ਚੱਲੀ ਜਾਂਦਾ ਹੁਣ, ਪਰ ਸੱਚ ਦੀ ਜਿੱਤ ਹੁੰਦੀ ਆ। ਗੱਲਬਾਤ ਨੂੰ ਸੁਣੋ, ਸਮਝੋ। ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਰਜਾ ਲੈਣਾ। ਤੁਸੀਂ ਇਹ ਦੱਸੋ ਵੀ ਸਰਪੰਚ ਨੇ ਪੈਸੇ ਕਢਾ ਕੇ ਖਾ ਲਏ ਆ, ਜਿਵੇਂ ਮਰਜ਼ੀ ਕਢਾਏ, ਉਹਨੇ ਰੌਲਾ ਪਾਇਆ। ਇੱਕ ਮਿੰਟ, ਉਹਨੇ ਰੌਲਾ ਪਾਇਆ, ਇਹ ਤਾਂ ਹੁਣ ਪਤਾ ਲੱਗਾ ਜੇ ਮੈਂ ਰੌਲਾ ਪਾਇਆ ਤਾਂ ਤੁਸੀਂ ਇੱਥੇ ਬੈਠੇ ਰੌਲਾ ਪਾਈ ਜਾਂਦੇ ਬਿਨਾਂ ਗੱਲ ਤੋਂ ਹੀ। ਸਿਆਣੇ ਹੋ ਕੇ ਚੁੱਪ ਕਰਕੇ ਗੱਲਾਂ ਸੁਣੋ ਵੀ ਆਪਾਂ ਅਗਲੀ ਕਾਰਵਾਈ ਕਰਨੀ ਕੀ ਹੈ। ਪੈਸੇ ਕਢਾਉਣੇ ਕਿਵੇਂ ਆ, ਪੈਸੇ ਕਢਾਉਣੇ ਆ ਕਿ ਉਹਨੂੰ ਜੇਲ੍ਹ 'ਚ ਕਰਾਉਣਾ, ਕੀ ਕਰਨਾ ਕੀ ਨਹੀਂ, ਇਹ ਤੁਹਾਡੇ ਹੱਥ ਵਾਸਾ। ਜੇ ਭਾਈ ਤੁਸੀਂ ਚੁੱਪ ਐਸੇ ਤਰ੍ਹਾਂ ਹੀ ਕੰਮ ਕਰੀ ਜਾਣਾ, ਪੈਸੇ ਗਾਂਹ ਦੇਈ ਜਾਣੇ ਹੈਗੇ, ਕਢਾਈ ਜਾਣੇ ਹੈਗੇ, ਫਿਰ ਤੁਹਾਡੇ ਹੱਥ ਪੱਲੇ ਕੱਖ ਨਹੀਂ ਹੋਣਾ। ਆਹ ਪੈਸੇ ਤਾਂ ਤੁਹਾਡੇ ਕੰਮ ਕੀਤੇ, ਇਹ ਤਾਂ ਨਹੀਂ ਆਉਣੇ, ਤਾਂ ਜਾਓ ਭੁੱਲ। ਅੱਗੇ ਸੋਚੋ ਅੱਗੇ ਕੀ ਕਰਨਾ। ਜੋ ਇਨਸਾਨ ਗਲਤ ਕਰੂਗਾ ਉਹ ਭੁਗਤੂਗਾ। ਛੋਟੀ ਜਿਹੀ ਇੱਕ ਉਦਾਹਰਨ ਦਿੰਦਾ ਤੁਹਾਨੂੰ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਆ। ਗੁਰੂ ਘਰ ਆਉਣੇ ਆ, ਸੁੱਖ ਸੁੱਖਦੇ ਆ, ਨਹੀਂ ਚੜਾਉਂਦੇ, ਉਹਦੀ ਤੁਹਾਨੂੰ ਸਜ਼ਾ ਮਿਲਦੀ ਆ। ਕਿਸੇ ਦਰ ਤੇ ਜਾਂਦੇ ਆ, ਪੀਰ ਪੈਗੰਬਰ ਦੇ ਜਾਂਦੇ ਆ, ਮਾਤਾ ਦੇ ਜਾਂਦੇ ਆ, ਤੁਸੀਂ ਸੁੱਖ ਸੁੱਖਦੇ ਆ, ਨਹੀਂ ਚੜਾਉਂਦੇ। ਜੋ ਵਾਅਦੇ ਕੀਤੇ ਸਰਕਾਰਾਂ ਦੇ, ਜੋ ਵਾਅਦੇ ਕੀਤੇ ਸਰਪੰਚ ਦੇ, ਜੋ ਤੁਹਾਡਾ ਸਰਕਾਰੀ ਖਾਤੇ 'ਚ ਹੱਕ ਆਇਆ ਤੁਹਾਨੂੰ ਨਹੀਂ ਮਿਲਿਆ, ਤਾਂ ਉਹਨਾਂ ਨੂੰ ਸਜ਼ਾ ਭੁਗਤਣੀ ਪੈਣੀ ਆ। ਨਾ ਭੁਗਤਣਗੇ, ਅਸੀਂ ਨਹੀਂ ਸਜ਼ਾ ਦਿਵਾਉਣ ਵਾਲੇ ਉਹਨਾਂ ਨੂੰ, ਉਹਨਾਂ ਦੀਆਂ ਆਪਦੀਆਂ ਨੀਤੀਆਂ। ਇਹ ਟੀਮ ਨਹੀਂ ਉਹਨਾਂ ਨੂੰ ਸਜ਼ਾ ਦਿਵਾਉਣ ਵਾਲੀ, ਤੁਸੀਂ ਨਹੀਂ। ਉਹਨਾਂ ਦੀਆਂ ਮਾੜੀਆਂ ਨੀਤੀਆਂ, ਉਹਨਾਂ ਦੀ ਮਾੜੀ ਸੋਚ, ਜੇ ਉਹਨਾਂ ਨੇ ਗਲਤ ਕੀਤਾ ਤਾਂ ਭੁਗਤਣਗੇ। ਕੁਝ ਐਸੇ ਇਨਸਾਨ ਵੀ ਹੈਗੇ ਆ ਜਿਹੜੇ ਗਲਤੀ ਕਰਦੇ ਆ, ਗਲਤੀ ਨੂੰ ਗਲਤੀ ਮੰਨ ਕੇ ਬਚ ਜਾਂਦੇ ਆ। ਇਹ ਤੁਹਾਡੇ ਪਿੰਡ ਦੀ ਪੰਚਾਇਤ ਤੇ ਡਿਪੈਂਡ ਆ, ਤੁਹਾਡੇ ਤੇ ਡਿਪੈਂਡ ਆ। ਸਾਡਾ ਤਾਂ ਕੰਮ ਆ ਹੁੱਕਾ ਦੇਣਾ, ਸਾਡਾ ਤਾਂ ਕੰਮ ਆ ਆਵਾਜ਼ ਦੇਣੀ। ਸਾਡੀ ਗੱਲ ਕੋਈ ਕੰਨ 'ਚ ਪਾਵੇ ਨਾ ਪਾਵੇ, ਸਾਡੀ ਸਿਹਤ ਤੇ ਕੋਈ ਅਸਰ ਨਹੀਂ। ਗੱਲ ਕੰਨ 'ਚ ਪਾ ਲਓਗੇ ਤਾਂ ਤੁਹਾਡਾ ਫਾਇਦਾ ਹੋ ਜਾਊਗਾ, ਨਹੀਂ ਪਾਓਗੇ ਤਾਂ ਅੱਗੇ 70 ਸਾਲ ਧੱਕੇ ਖਾਦੇ ਆ, ਖਾਂਦੇ ਰਹੋਗੇ। ਇੰਨਾ ਕੁਝ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੁਝ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਚਾਹਣਾ। ਜਦੋਂ ਵੀ ਲੋੜ ਪਈ, ਤੁਹਾਡਾ ਬੱਚਾ ਤੁਹਾਡੇ ਨਾਲ ਆ, ਪੂਰੀ ਟੀਮ। ਛੋਟਾ ਜਿਹਾ ਤੁਹਾਡਾ ਬੱਚਾ ਪੂਰੇ ਪੰਜਾਬ ਲੈਵਲ ਤੇ ਹਰ ਮਜਲਿਸ ਵਾਲਮੀਕ ਭਲਾਈ ਫਰੰਟ ਸੰਸਥਾ ਦੇ ਵਿੱਚ ਕੰਮ ਕੀਤਾ। ਮਾਨ ਸਨਮਾਨ ਵੀ ਮਿਲਿਆ, ਤੁਹਾਡਾ ਪਿਆਰ ਵੀ ਮਿਲਿਆ ਤੇ ਮਿਲਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।